ਸਵਾਗਤ ਹੈ ਜੀ ਤੁਹਾਡਾ ਰੇਡੀਓ ਵਰਸਾਈਨਜ਼ 107 FM ਪ੍ਰੋਗਰਾਮ ਪੱਖ ਦੇ ਮਸਲੇ ਵਿੱਚ। ਅੱਜ ਐਤਵਾਰ 6 ਮਈ ਦੁਪਹਿਰ 1 ਵਜੇ ਸਾਡੇ ਕੋਲ ਤੇ ਹਰ ਐਤਵਾਰ ਦੀ ਤਰ੍ਹਾਂ ਅੱਜ ਵੀ ਆਪਾਂ 1 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੇ ਨਾਲ ਰਹਾਂਗੇ ਪ੍ਰੋਗਰਾਮ ਪੱਖ ਦੇ ਮਸਲੇ ਵਿੱਚ। ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਕੋਈ ਵੀ ਗੱਲਬਾਤ ਆਪਣੀ ਕਰਨੀ ਹੋਵੇ ਤਾਂ ਸਾਡੇ ਸਟੂਡੀਓ ਦੇ ਨੰਬਰ 27701007 ਤੇ 27701008 ਇਹਨਾਂ ਨੰਬਰਾਂ ਤੇ ਫੋਨ ਕਰਕੇ ਕਰ ਸਕਦੇ ਹਾਂ। ਨਿਊਜ਼ੀਲੈਂਡ ਦਾ ਏਰੀਆ ਕੋਡ 0064 ਆ ਤੇ ਆਕਲੈਂਡ ਦਾ ਹੈਗਾ 9। ਉਸ ਤੋਂ ਬਾਅਦ ਨੰਬਰ ਵੈਬਸਾਈਟ ਸਾਡੀ radioversainza.com ਦੇ ਉੱਤੇ ਸਾਰੇ ਡੀਟੇਲ ਜਿਹੜੇ ਆ ਪਏ ਆ। ਫੇਸਬੁੱਕ ਦੇ ਉੱਤੇ ਆਪਾਂ ਜਿਹੜੀ ਇਹਦੀ ਪੋਸਟ ਆ ਸ਼ੇਅਰ ਕਰ ਦਿੰਦੇ ਹੁੰਦੇ ਪ੍ਰੋਗਰਾਮ ਦੇ ਸੰਬੰਧ ਵਿੱਚ, ਤੇ ਉਹਦੇ ਉੱਤੇ ਵੀ ਸਾਰੇ ਨੰਬਰ ਦਿੱਤੇ ਹੋਏ ਆ। ਸਟੂਡੀਓ 'ਚ ਮੈਂ ਹਰਨੇਕ ਸਿੰਘ ਤੇ ਨਾਲ ਮੇਰੇ ਗੁਰਪ੍ਰੀਤ ਸਿੰਘ। ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪਾਂ ਆਸ ਕਰਦੇ ਹਾਂ ਜੀ ਜਿਹੜਾ WhatsApp ਵਾਲੇ ਨੰਬਰ ਆ ਉਹਨਾਂ ਦੇ ਉੱਤੇ ਫੋਨ ਜੇ ਕਿਸੇ ਨੇ ਕਰਨਾ ਵੀ ਹੋਇਆ ਤਾਂ ਮੈਸੇਜ ਕਰਿਓ ਸਾਨੂੰ ਪਹਿਲਾਂ, ਤੇ ਜੇ ਵਿਚਾਰ ਕਰਨੀ ਆ ਜਿਨ੍ਹਾਂ ਨੇ ਵੀ ਉਹ ਲੈਂਡਲਾਈਨ ਦੇ ਉੱਤੇ ਸਾਡੇ ਤੇ ਫੋਨ ਕਰੋ, ਕਿਉਂਕਿ ਡਿਸਟਰਬੈਂਸ ਬਹੁਤ ਹੁੰਦੀ ਆ WhatsApp ਤੇ। ਤਾਂ ਇਦਾਂ ਆ ਵੀ ਅਸੀਂ ਫਿਰ ਉਹ ਨੰਬਰ ਨੋਟ ਕਰਕੇ ਤਾਂ ਸਿੱਧਾ ਫੋਨ ਲਾ ਲਈਦਾ ਆ ਜੀ। ਤੇ ਵੈਸੇ ਵੀ ਬੇਨਤੀ ਆ ਸਰੋਤਿਆਂ ਨੂੰ ਵੀ ਤੁਸੀਂ ਸੰਕੋਚ ਕੇ ਥੋੜਾ ਜਿਹਾ ਆਪਣੇ ਆਪ ਨੂੰ ਜਿਹੜੀ ਗੱਲਬਾਤ ਹੈਗੀ ਆ ਉਹ ਕੋਈ ਵਿਸ਼ਾ ਹੁੰਦਾ ਤੁਹਾਡੇ ਕੋਲ। ਅੱਜ ਹੁਣ ਵੀਰ ਉਸਤਾਮ ਸਿੰਘ ਵੀਰ ਜਿਹੜਾ ਝੋਟੀ ਵਾਲਾ ਜਿਨ੍ਹਾਂ ਨੇ ਗੁਰੂ ਵਾਲੇ ਵਿਸ਼ੇ ਤੇ ਰੱਬ ਵਾਲੇ ਵਿਸ਼ੇ ਤੇ ਵਿਚਾਰ ਪਹਿਲਾਂ 2 ਵਾਰੀ ਕੀਤੀ ਆ, ਉਹਨਾਂ ਦਾ ਪਰਸੋਂ ਮੈਸੇਜ ਆਇਆ ਸੀਗਾ ਵੀ ਮੈਂ ਗੱਲ ਕਰਨੀ ਚਾਹੁੰਦਾ ਤੇ ਮੈਨੂੰ ਐਤਵਾਰ ਜੀ ਪਹਿਲੇ ਘੰਟੇ 'ਚ ਟਾਈਮ ਮਿਲ ਜਵੇ ਤਾਂ ਠੀਕ ਏਦਾਂ, ਮਤਲਬ ਏਦਾਂ ਟਾਈਮ ਬਣ ਜਵੇ। ਤੁਸੀਂ ਵਿਸ਼ਾ ਆਪਣਾ ਤਿਆਰ ਕਰੋ ਹਨਾ ਵੀ ਤੁਹਾਨੂੰ 20 ਮਿੰਟ ਚਾਹੀਦੇ, ਅੱਧਾ ਘੰਟਾ ਤੇ ਜਿੰਨਾ ਮਰਜ਼ੀ ਤੁਸੀਂ ਕਰਨਾ ਉਹਨੂੰ ਤੁਸੀਂ ਕਰ ਲਓ ਜੀ, ਤਿਆਰੀ ਕਰ ਲਓ ਆਪਣੀ ਹਨਾ, ਕਰਕੇ ਤਾਂ ਤੁਸੀਂ ਵਿਚਾਰ ਕਰ ਸਕਦੇ ਹਨਾ। ਤੇ ਸ਼ੁਰੂ 'ਚ ਸਾਡੇ ਨਾਲ ਸਰੋਤੇ ਆ ਜੀ। ਹਾਂਜੀ, ਸਵਾਗਤ ਹੈ ਜੀ ਤੁਹਾਡਾ ਰੇਡੀਓ ਵਿਰਸਾ ਤੇ। ਹੈਲੋ ਜੀ, ਤੁਸੀਂ ਆਉਣੇ ਰਹੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ। ਹਾਂ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰੇ, ਗੁਰਦੀਪ ਬੋਲਦਾ ਕੈਨੇਡਾ ਤੋਂ। ਹਾਂਜੀ ਹਾਂਜੀ, ਹੋਰ ਬਾਈ ਕੀ ਹਾਲ ਚਾਲ ਹੈ? ਬਹੁਤ ਵਧੀਆ ਜੀ, ਤੁਸੀਂ ਆਉਣੇ ਰਹੋ ਜੀ। ਇਸ ਵੇਲੇ ਪ੍ਰੋਗਰਾਮ ਚੱਲਦਾ। ਹਾਂਜੀ ਭਾਈ, ਮੈਨੂੰ ਪਤਾ, ਮੈਂ ਸੁਣਦਾ ਤੁਹਾਡਾ ਰੈਗੂਲਰ ਪ੍ਰੋਗਰਾਮ ਸੁਣਦਾ ਵੀ। ਹਾਂਜੀ ਅਜੀ ਤੁਹਾਡੇ ਬਾਈ ਜੀ ਆ ਤੁਹਾਡੇ ਪਿੰਡ ਦੇ, ਉਹਨਾਂ ਨੇ ਗੱਲ ਕਰਨੀ ਤੁਹਾਡੇ ਨਾਲ। ਹਾਂਜੀ, ਰੇਡੀਓ ਤੇ ਆਉਂਦੇ। ਹੈਲੋ ਜੀ, ਹਰਨੇਕ। ਹਾਂਜੀ, ਬੀਤਾ ਬੋਲਦਾ ਕੈਨੇਡਾ ਤੋਂ। ਪ੍ਰੋਗਰਾਮ ਚੱਲਦਾ ਕਲਾਸ ਪਹਿਲਾਂ। ਅੱਛਾ, ਚਲੋ ਫਿਰ ਬਾਅਦ ਚ। ਠੀਕ ਹੈ ਚਲੋ ਬਾਅਦ ਚ ਕਰਾਂਗੇ ਫੋਨ। ਠੀਕ ਹੈ, ਆਪਾਂ ਫਿਰ ਕਰ ਲਾਂਗੇ। ਠੀਕ ਹੈ, ਓਕੇ ਹਰਨੇਕ। ਸੌਰੀ ਜੀ, ਮੇਰੇ ਤੋਂ ਯਾਦ ਵੀ ਨਹੀਂ ਮੈਨੂੰ ਉਦਾਂ, ਪਰ ਉਹ ਕੋਈ ਨਹੀਂ। ਜਿਹੜੀ ਫਿਰ ਕਲਾਸ ਵਾਲੀ ਗੱਲ ਆ ਉਹ ਤਾਂ ਇੱਥੇ ਸਾਡੇ ਵਿਸ਼ੇ ਦੇ ਵਿੱਚ ਨਹੀਂ ਆਉਣੀ ਜੀ, ਉਹ ਆਪਾਂ ਬਾਅਦ ਚ ਕਰ ਸਕਦੇ ਹਾਂ। ਤੇ ਜਿਹੜਾ ਰੌਲਾ ਰੱਪਾ ਹੈਗਾ ਹੈ ਜੀ ਆਲੇ ਦੁਆਲੇ ਸਾਰੀ ਗੱਲ ਦਾ, ਕਿਉਂਕਿ ਆਧਾਰ ਆ ਨਾ ਜਿਹੜਾ ਆਪਣੀ ਗੱਲ ਦਾ ਜੀ, ਉਹ ਇਹ ਆ ਵੀ ਜਿਹੜਾ ਅੱਜ ਵਿਰੋਧ ਹੋ ਰਿਹਾ ਆ ਰੇਡੀਓ ਵਿਰਸਾ ਦਾ, ਉਹ ਸਾਡਾ ਉਹਨਾਂ ਨਾਲ ਵਿਰੋਧ ਮਨੌਤਾਂ ਦਾ ਆ। ਬਿਲਕੁਲ ਠੀਕ ਹੈ। ਹੁਣ ਉਹ ਇਦਾਂ ਕਹਿ ਰਹੇ ਵੀ ਦੇਖੋ ਤੁਸੀਂ ਬੰਦਿਆਂ ਦਾ ਸਤਿਕਾਰ ਨਹੀਂ ਕਰਦੇ। ਹਾਂਜੀ ਠੀਕ ਹੈ, ਇਦਾਂ ਨਹੀਂ ਹੈਗਾ ਵੀ ਅਸੀਂ ਹੁਣ ਜਿੱਥੇ ਸਾਡੀ ਵਰਤੋਂ ਆ ਜਿਹੜੇ ਬੰਦੇ ਇਦਾਂ, ਹੁਣ ਨਿਊਜ਼ੀਲੈਂਡ 'ਚ ਜਿਹੜੇ ਹੈਗੇ ਆ ਬੰਦੇ ਈਵਨ ਵਿਰੋਧੀ ਆ ਸਾਡੇ, ਠੀਕ ਹੈ, ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਆ ਨਾ ਵੀ ਐਜ਼ ਏ ਹਿਊਮਨ ਬੀਇੰਗ ਅਸੀਂ ਕਿੱਦਾਂ ਵਰਤਦੇ ਆ। ਹੁਣ ਗੱਲ ਇਹ ਆ ਉਹਨਾਂ ਦੀਆਂ ਮਨੌਤਾਂ ਜਿਹੜੀਆਂ ਆ ਉਹ ਹਿੰਦੂ ਧਰਮ ਦੇ ਨੇੜੇ ਦੀਆਂ ਆ। ਉਹਨੇ ਕੁਛ ਬੰਦੇ ਜਿਹੜੇ ਆ ਨਾ ਸਾਡੇ ਪੁਰਾਣੇ, ਉਹਨਾਂ ਨੂੰ ਸਤਿਕਾਰਯੋਗ ਬਣਾ ਕੇ ਆਪਣਾ ਇੱਕ ਭਰਮ ਪਾੜ ਲਿਆ ਆ ਵੀ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਵੱਡੀਆਂ ਤਾਕਤਾਂ ਸੀਆਂ। ਠੀਕ ਹੈ, ਉਹ ਖਾਸ ਸੀਗੇ। ਔਰ ਹੁਣ ਇਹ ਤਾਂ ਮੰਨਣਾ ਹੀ ਜਿਹੜਾ ਆ ਉਹ ਮੁੱਢਲੀ ਕੁਤਾਹੀ ਆ ਨਾ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਮੁੱਢ ਤੋਂ ਧੱਕਾ ਆ। ਜੇ ਅਸੀਂ ਇਹ ਕਹੀਏ ਵੀ ਰੱਬ ਨੇ ਸ੍ਰਿਸ਼ਟੀ ਦੇ ਵਿੱਚ, ਕੁਦਰਤ ਦੇ ਵਿੱਚ, ਆਪਣੇ ਸਿਸਟਮ ਦੇ ਵਿੱਚ ਜਿਹੜੀ ਉਹਦੀ ਪ੍ਰੋਡਕਸ਼ਨ, ਜਿੱਦਾਂ ਹੁਣ ਦੇਖੋ
ਤੁਸੀਂ ਗੱਡੀ ਦੇ ਟਾਇਰ ਪਾਉਣੇ ਆ, ਠੀਕ ਆ। ਹੁਣ ਤੁਸੀਂ ਟੋਇਟਾ ਵਾਲਿਆਂ ਦੇ ਜਾਂਦੇ ਆ ਜਾਂ ਮੈਜ਼ਦਾ ਦੇ ਜਾਂਦੇ ਜਾਂ ਮਰਸੀਡੀ ਵਾਲਿਆਂ ਦੇ ਜਾਂਦੇ ਆ, ਉਹਨਾਂ ਨੂੰ ਕਹਿੰਦੇ ਵੀ ਮੈਂ ਆਹ ਗੱਡੀ ਪਸੰਦ ਕੀਤੀ ਆ, ਠੀਕ ਆ, ਪਰ ਮੈਨੂੰ ਟਾਇਰ ਇਹਦੇ ਵੱਡੇ ਪਾ ਦਿਓ। ਉਹ ਕਹਿੰਦੇ ਠੀਕ ਆ। ਵੀ ਜਿਹੜੇ ਇਸ ਗੱਡੀ ਦੇ ਲਈ ਕੰਪਨੀ ਜਿਹੜੀ ਆ ਨਾ, ਜਿਹੜੀ ਬਣਾਉਂਦੀ ਆ, ਉਹਦੇ ਜਿਹੜੇ ਵੱਡੇ ਤੋਂ ਵੱਡੇ ਆ 19 ਇੰਚ ਦੇ ਟਾਇਰ ਪੈਣੇ ਆ, ਇਹ ਤੋਂ ਵੱਡੇ ਨਹੀਂ ਪੈਣੇ, ਠੀਕ ਆ। ਹੁਣ ਤੁਸੀਂ ਕਹਿੰਦੇ ਵੀ ਨਹੀਂ, ਮੈਂ ਦੇਖੀ ਆ ਇੱਕ ਗੱਡੀ, ਉਹ ਤਾਂ 6-6 ਇੰਚ ਗੱਡੀ ਦੇ ਬਾਹਰਲੇ ਪਾਸੇ ਉਹਦੀ ਚੈਸੀ ਤੋਂ ਬਾਹਰ ਨੂੰ ਸੀਗੇ, ਉਹ ਮੈਂ ਚੌੜੇ ਟਾਇਰ ਚਾਹੁੰਦਾ, ਸੋਹਣੇ ਲੱਗਦੇ ਆ। ਉਹ ਕਹਿੰਦੇ ਵੀ ਤੁਹਾਨੂੰ ਫਿਰ ਜਾ ਕੇ ਆਪ ਕਰਾਉਣਾ ਪੈਣਾ, ਉਹਨੂੰ ਮੋਡੀਫਾਈ ਕਰਾ ਲਓ, ਹਨਾ, ਵੀ ਏਦਾਂ ਨਹੀਂ ਹੋਣਾ। ਇੱਥੋਂ ਸਾਡੇ ਕੋਲ ਜਿਹੜਾ ਇਹ ਮੈਨੂਫੈਕਚਰਰ ਆ ਨਾ, ਇਹ ਜਿਹੜਾ ਮਰਸੀਡੀ ਦਾ ਮੈਨੂਫੈਕਚਰਰ ਆ, ਉਹ ਆ ਬਣਾਉਂਦਾ, ਆ ਕੁਛ ਕਰਦਾ, ਬਿਲਕੁਲ ਠੀਕ ਹੈ। ਉਹਦੇ ਖੇਤਰ ਚ ਹੈ ਨਹੀਂ ਇਹ, ਉਹਦੇ ਅਸੀਂ ਰਿਕਮੈਂਡ ਨਹੀਂ ਕਰਦੇ, ਠੀਕ ਹੈ। ਇਦਾਂ ਜਿਹੜਾ ਰੱਬ ਆ, ਜਿਹੜੀ ਉਹਦੀ ਮੈਨੂਫੈਕਚਰਿੰਗ ਆ, ਉਹਦੇ ਵਿੱਚ ਹੈ ਨਹੀਂ ਇਦਾਂ। ਹੁਣ ਜੋ ਕੁਛ ਬਣਾਇਆ ਆ ਨਾ, ਉਹਦੇ ਚ ਹੈ ਨਹੀਂ। ਉਹਦੇ ਚ ਉਹੀ ਤਾਕਤਾਂ ਆ ਜਿਹੜੀਆਂ ਜਿੰਨੀਆਂ ਬੰਦੇ ਕੋ ਹੋ ਸਕਦੀਆਂ, ਆਮ ਕੋ ਹੈਗੀਆਂ। ਆਪਣੇ ਸਰੀਰ ਨੂੰ ਵਰਜਿਸ਼ ਕਰਕੇ ਬੰਦਾ ਸਟ੍ਰੈਚ ਕਰਕੇ ਇੱਕ ਸੀਮਾ ਤੱਕ ਵਧਾ ਸਕਦਾ ਹੈ, ਠੀਕ ਹੈ। ਉਹ ਵੀ ਜੇ ਕੋਈ ਬੰਦਾ ਕਹੇ ਵੀ ਕਿੰਨਾ ਕੁ ਵਧਾਉਣਾ ਹੈ, ਇਦਾਂ ਵੀ ਇੰਨਾ ਚੱਕ ਲਊਗਾ, ਇੰਨਾ ਚੱਕ ਲਊਗਾ, ਇੰਨਾ। ਜੇ ਕੋਈ ਬੰਦਾ ਕਹੇ ਵੀ ਮੈਂ 5 ਹੱਥ ਇਕੱਠੇ ਚੱਕ ਲਊ, ਫਿਰ ਮਿਹਨਤ ਲੱਗਾ ਰਹੇ, ਭਾਵੇਂ ਸਾਰੀ ਉਮਰ ਲੱਗਾ ਰਹੇ। ਹੁਣ ਕਿੰਨਾ ਕੁ ਉੱਚਾ ਚੱਕ ਸਕਦਾ, ਕਿੰਨਾ ਕੁ ਸਿੱਟ ਸਕਦਾ, ਕਿੰਨਾ ਧੱਕ ਸਕਦਾ, ਉਹਦੀ ਸੀਮਾ ਹੈ, ਲਿਮਟ ਆ। ਇੱਕ ਲਿਮਟ ਤੋਂ ਬਾਅਦ ਕਿੰਨੇ 100 ਸਾਲ ਜੀ ਸਕਦਾ ਆ, ਉਹਦੀ ਵੀ ਲਿਮਟ ਆ ਨਾ। ਉਹ ਸਾਡੇ ਨਾਲ ਚਲੋ ਦੋਹਾਂ ਲਾਈਨਾਂ ਤੇ ਸਰੋਤੇ ਆ ਜੀ। ਹਾਂਜੀ, ਸਵਾਗਤ ਹੈ ਜੀ ਤੁਹਾਡਾ। ਮੈਂ ਆਨਲਾਈਨ? ਹਾਂਜੀ, ਤੁਸੀਂ ਆਨਲਾਈਨ ਹੋ ਜੀ। ਹਰਮੀਤ ਸਿੰਘ ਜੀ, ਮੈਂ ਤੁਹਾਨੂੰ 2-3 ਦਿਨ ਪਹਿਲਾਂ ਵੀ ਫੋਨ ਕੀਤਾ ਸੀ ਇੱਕ ਦਿਨ। ਹਾਂਜੀ, ਐਂਡ ਮੈਂ ਤੁਹਾਨੂੰ ਆਪਣੀ ਆਈ ਸਟਿਲ ਰਿਮੈਂਬਰ ਯੂ ਆਰ ਇਨ ਕਾਰ, ਐਂਡ ਮੈਂ ਤੁਹਾਨੂੰ ਗਲਤੀ ਨਾਲ ਜਦੋਂ ਤੁਸੀਂ ਆਫਿਸ ਵਿੱਚ ਸੀ ਜਾਂ ਆਫਿਸ ਤੋਂ ਟਰੈਵਲ ਕਰ ਰਹੇ ਸੀ, ਆਈ ਕਾਲਡ ਯੂ ਐਟ ਦੈਟ ਡੇ। ਔਰ ਮੈਂ ਇਸ ਕਰਕੇ ਇੱਥੇ ਕਾਲ ਕੀਤੀ ਸੋ ਦੈਟ ਮੋਰ ਐਂਡ ਮੋਰ ਪੀਪਲ ਕੈਨ ਲਿਸਨ ਟੂ। ਆਈ ਹੈਵ ਆਲਰੇਡੀ ਸ਼ੇਅਰਡ ਮਾਈ ਸਟੋਰੀ ਵਿਦ ਯੂ ਕਿ ਕਿਸ ਤਰ੍ਹਾਂ ਜਸਟ ਬੀਇੰਗ ਆਈ ਵਾਸ, ਕਿ ਮੈਨੂੰ ਬੜਾ ਹੀ ਕੀ ਕਹਿੰਦੇ ਧਮਕੀਆਂ ਐਂਡ ਆਲ ਦੈਟ ਮੈਨੂੰ ਮਿਲਦੇ ਰਹੇ ਨੇ ਪਿੱਛੇ। ਹਾਂਜੀ, ਸੋ ਮੈਂ ਤੁਹਾਨੂੰ ਕੰਗ੍ਰੈਚੁਲੇਸ਼ਨ ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਨੂੰ ਦੇਣਾ ਚਾਹੁੰਦਾ ਵਾ। ਐਂਡ ਇੱਕ ਚੀਜ਼ ਬੜੀ ਹੀ ਹੁੰਦਾ ਕਿ ਸਰ, ਇੱਕ ਜਿਹੜੀ ਪੂਰੀ ਹਿਊਮਨ ਐਵੋਲੂਸ਼ਨ ਹੈ, ਇਹ ਬੜੀ ਵੱਡੀ ਐਵੋਲੂਸ਼ਨ ਹੈ। ਐਂਡ ਤੁਸੀਂ ਰਾਈਟਲੀ ਸੈਡ ਇਨ ਵਨ ਆਫ ਯੂਰ, ਮੈਂ ਤੁਹਾਡਾ ਸੁਣ ਰਿਹਾ ਸੀ ਕਿ ਨਨ ਕੋਈ ਇਸ ਤਰ੍ਹਾਂ ਦਾ ਟੀਚਰ ਦਾ, ਕੋਈ ਇਸ ਤਰ੍ਹਾਂ ਦਾ ਸਕੂਲ ਨਹੀਂ ਹੈ, ਸਕੂਲ ਆਫ ਥਾਟ ਨਹੀਂ ਹੈ ਜਿਹੜਾ ਇਹ ਨਾ ਚਾਹੇ ਕਿ ਉਹਦੇ ਜਿਹੜਾ ਸਟੂਡੈਂਟ ਹੈ ਉਹ ਗੁਰੂ ਤੋਂ ਅੱਗੇ ਵਧੇ। ਹਾਂਜੀ, ਸੋ ਅਨਡਾਊਟ ਮੈਂ ਉਹ ਤੁਹਾਡਾ ਦੈਟ ਇਜ਼ ਅ ਵੈਰੀ ਬੋਲਡ ਸਟੇਟਮੈਂਟ ਟੂ ਬੀ ਮੇਡ ਇਨ ਟੂਡੇਜ਼ ਵਰਲਡ। ਐਂਡ ਉਹ ਇੱਕ ਅੰਦਰੋਂ ਮੈਨੂੰ ਵੀ ਝੰਜੋੜਦੀ ਹੈ ਕਿ ਕੀ ਮੇਰਾ ਜਿਹੜਾ ਰਸਤਾ ਹੈ ਰੱਬ ਨੂੰ ਪ੍ਰਾਪਤ ਕਰਨ ਦਾ, ਉਹ ਕਿਸ ਤਰ੍ਹਾਂ ਦਾ। ਮੈਂ ਇਹ ਦੱਸ ਦੇਣਾ ਚਾਹੁੰਦਾ ਕਿ ਮੈਂ ਹਿੰਦੂ ਫੈਮਿਲੀ, ਬ੍ਰਾਹਮਣ ਫੈਮਿਲੀ ਤੋਂ ਬਿਲੋਂਗ ਕਰਦਾ, ਬਟ ਮੈਂ ਵੀ ਇਹ ਜਿਹੜੇ ਕਰਮਕਾਂਡ ਜਾਂ ਇਹ ਜਾਂ ਉਹ ਇਹਨਾਂ ਸਾਰਿਆਂ ਤੋਂ ਤੰਗ ਹੋਇਆ ਪਿਆ। ਮੈਂ ਤੰਗ ਹੀ ਹਾਂ, ਮਤਲਬ ਇਨ ਦਾ ਸੈਂਸ ਕਿ ਦੇ ਡੋਂਟ ਗਿਵ ਮੀ ਐਨੀਥਿੰਗ। ਮੈਨੂੰ ਕੁਛ ਪਤਾ ਨਹੀਂ ਲੱਗਦਾ ਕਿ ਯਾਰ ਇਸ ਦਿਨ ਵਾਲ ਧੋਈਏ ਤੇ ਆਹ ਹੋਊਗਾ, ਜਾਂ ਉਸ ਦਿਨ ਵਾਲ ਤੋਂ ਨਾ ਧੋਈਏ ਤੇ ਆਹ ਹੋਏਗਾ, ਇਸ ਦਿਨ ਵਾਲ ਕਟਾ ਲਈਏ ਤੇ ਇਹ ਹੋਏਗਾ। ਸੋ ਮੈਂ ਇਸ ਟਾਈਮ ਤੇ ਕੈਨੇਡਾ ਤੋਂ ਫੋਨ ਕਰ ਰਿਹਾ ਤੇ ਲੱਕੀਲੀ ਜਾਂ ਅਨਲੱਕੀਲੀ, ਮੈਂ ਤੇ ਆਪਣੇ ਆਪ ਨੂੰ ਬਹੁਤ ਲੱਕੀ ਮੰਨਦਾ ਕਿ ਮੈਂ ਹਰਕ੍ਰਿਸ਼ਨ ਪਬਲਿਕ ਸਕੂਲ ਅੰਮ੍ਰਿਤਸਰ ਤੋਂ ਪੜ੍ਹਿਆ ਤੇ ਬਿਕੋਜ਼ ਆਫ ਮਾਈ ਐਜੂਕੇਸ਼ਨ ਆਈ ਗੋਟ ਟੂ ਨੋ ਮੈਨੀ ਥਿੰਗਸ ਅਬਾਊਟ ਸਿੱਖਿਜ਼ਮ ਵਿਚ ਵਰ ਦਾ ਬੈਸਟ, ਕਿ ਯਾਰ ਇਹ ਚੀਜ਼ਾਂ 'ਚ ਨਹੀਂ ਫਸਣਾ। ਬਟ ਡਾਊਨ ਦਾ ਲਾਈਨ ਆਈ ਸੌ ਕਿ ਸਿੱਖਿਜ਼ਮ ਖੁਦ ਹੀ ਇਹ ਚੀਜ਼ਾਂ 'ਚ ਫਸ ਚੁੱਕਾ ਹੋਇਆ ਹੈ। ਉਹ ਕਿਤੇ ਨਾ ਕਿਤੇ ਇੱਕ ਆਪਣੇ ਆਪ ਨੂੰ ਕੱਢ ਨਹੀਂ ਪਾ ਰਿਹਾ, ਜਾਂ ਆਪਣੇ ਆਪ ਨੂੰ ਮੂਰਤੀ ਪੂਜਨ ਦੇ ਨਾਮ ਤੇ ਵੀ ਅਸੀਂ ਕੁਛ, ਮੂਰਤੀ ਪੂਜਨ ਦਾ ਮਤਲਬ ਕੀ ਮੈਨੂੰ ਅਜੇ ਤੱਕ ਇਹ ਨਹੀਂ ਸਮਝ ਲੱਗਿਆ ਕਿ ਜੇ ਅਸੀਂ ਇਹ ਕਹਿ ਦਈਏ ਕਿ ਯਾਰ ਜਿੱਥੇ ਸਾਡੇ ਗ੍ਰੰਥ ਬੈਠੇ ਨੇ, ਠੰਡ ਵਿੱਚ ਅਸੀਂ 2 ਕੰਬਲ ਲਾਈਏ ਕਿ 3 ਕੰਬਲ ਯੂਜ਼ ਕਰ ਲਈਏ। ਸੋ ਮੈਂ ਬੜਾ ਕੰਫਿਊਜ਼ ਹੋ ਗਿਆ ਯਾਰ, ਜੇ ਮੂਰਤੀ ਪੂਜਨ ਇਹ ਸੀ ਕਿ ਸਿਰਫ ਅੱਛਾ ਇੱਕ ਕਲਚਰ ਨੂੰ ਨਹੀਂ ਪੜ੍ਹਨਾ, ਪਰ ਅਸੀਂ ਆਪਣੇ ਜਿਹੜੇ ਗ੍ਰੰਥ ਨੇ ਜਾਂ ਇਹ ਆ, ਉਹਨਾਂ ਨੂੰ ਜਿਹੜਾ ਨਿਰਭਉ ਹੈ, ਜਿਹੜਾ ਨਿਰਵੈਰ ਹੈ, ਜਿਹੜਾ ਖਤਮ ਨਹੀਂ ਹੋ ਸਕਦਾ, ਅਸੀਂ ਉਹਨੂੰ 2 ਕੰਬਲ ਜਾਂ 3 ਕੰਬਲ ਲਗਾ ਕੇ ਕਰੀਏ ਤੇ ਇਹ ਕੀ ਹੈ, ਤੇ ਫਿਰ ਉਹੀ ਪੰਗੇ 'ਚ ਫਸਦੇ ਪਏ ਆ ਦੁਬਾਰਾ। ਮੈਨੂੰ ਇਹ ਬੜੇ ਕੁਐਸਚਨ। ਮੂਰਤੀ ਦਾ ਅਰਥ ਸਿਰਫ ਪੇਪਰ ਦੇ ਉੱਤੇ ਬਣੀ ਹੋਈ ਫੋਟੋ ਜਾਂ ਪੱਥਰ ਦੀ ਬਣੀ ਹੋਈ ਮੂਰਤੀ ਨਹੀਂ ਹੈ। ਮੂਰਤੀ ਦਾ ਅਰਥ ਦੇਹ ਦੀ ਪੂਜਾ ਵੀ ਤਾਂ ਮੂਰਤੀ ਆ ਨਾ। ਹਾਂਜੀ, ਜੇ ਅਸੀਂ ਗੁਰੂ ਸਾਹਿਬ ਦੀ ਦੇਹ ਦੀ ਪੂਜਾ, ਅਸੀਂ ਉਹਨਾਂ ਦੇ ਜੋੜਿਆਂ ਦੀ, ਅਸੀਂ ਜਿੱਥੇ ਜਿੱਥੇ ਗੁਰੂ ਸਾਹਿਬ ਨੇ ਟਾਹਲੀ ਨਾਲ ਘੋੜਾ ਬੰਨਿਆ ਜੀ, ਇੱਥੇ ਪਾਣੀ ਪੀਤਾ ਜੀ, ਨਲਕੇ ਨੂੰ ਹੱਥ ਲਾਇਆ, ਉਹ ਵੀ ਤਾਂ ਮੂਰਤੀ ਆ ਨਾ, ਮੂਰਤੀ ਦੀ ਪੂਜਾ ਹੈ ਉਹ ਵੀ।
ਹਾਂਜੀ, ਤੁਸੀਂ ਪੰਜਾ ਸਾਹਿਬ ਦੇਖੋ ਸਰ, ਉੱਥੇ ਪੰਜਾ ਸਾਹਿਬ ਤੇ ਨਾ ਮੈਂ ਦੇਖਦਾ ਪਿਆ ਸੀ, ਉਹ ਪੱਥਰ ਉੱਤੇ ਇੱਕ ਨਕਲੀ ਹੱਥ ਬਣਾਇਆ। ਹਾਂਜੀ, ਉਹ ਜਿਹੜਾ ਹੱਥ ਹੈ ਨਾ, ਉਹ ਗੁਰੂ ਸਾਹਿਬ ਦਾ ਨਹੀਂ, ਉਹ ਨਕਲੀ, ਉਹ ਤਰਾਸ਼ ਕੇ ਨਾ ਇੱਕ ਹੱਥ ਜਿਹਾ ਪੰਜਾ, ਜਿੱਦਾਂ ਕਾਂਗਰਸ ਦਾ ਪੰਜਾ ਹੁੰਦਾ ਉਦਾਂ ਦਾ ਛਾਪਾ। ਤੇ ਉਹ ਭੀੜ ਕਈ ਹੈ, ਉਹਨੂੰ ਸਮਝੀ ਜਾਂਦੀ ਹੈ ਕਿ ਯਾਰ ਇਹ ਚੀਜ਼ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀਤਾ ਕਿਵੇਂ, ਮਜ਼ਾਕ ਕਿਵੇਂ ਕੀਤਾ। ਦੂਸਰਾ ਜਿਹੜਾ ਤੁਸੀਂ ਦਸਮ ਗ੍ਰੰਥ ਤੇ ਵੀ ਬਹੁਤ ਵਧੀਆ ਬੋਲਦੇ ਹੋ, ਐਂਡ ਸਰ ਮੈਨੂੰ ਸੱਚੀ ਸਮਝ ਨਹੀਂ ਆਉਂਦੀ ਕਿ ਇੰਨਾ ਯੰਗ ਰਿਲੀਜਨ, ਇੰਨਾ ਯੂਥਫੁਲ ਰਿਲੀਜਨ, ਹਾਰਡਲੀ ਤੁਸੀਂ ਦੇਖੋ ਮੈਨੂੰ ਕੋਈ ਕਹੇ ਕਿ ਯਾਰ ਵੇਦ ਪੜ੍ਹ, ਤੇ ਮੈਂ ਕਹੂੰਗਾ ਯਾਰ ਵੇਦ ਨੇ 5000 ਸਾਲ ਪਹਿਲਾਂ ਲਿਖੀ ਕੋਈ ਚੀਜ਼, ਉਹ ਮੈਨੂੰ ਸਮਝ ਨਹੀਂ ਆ ਸਕਦੀ। 5000 ਸਾਲ ਪਹਿਲੋਂ ਔਰਤ ਨੂੰ ਕੀ ਦਰਜਾ ਸੀ ਜਾਂ ਬੰਦੇ ਨੂੰ ਕੀ ਦਰਜਾ ਸੀ, ਮੈਨੂੰ ਨਹੀਂ ਸਮਝ ਆਏਗਾ 5000 ਸਾਲ ਪਹਿਲੋਂ ਕਿੱਦਾਂ ਸੀਤਾ ਨੇ ਚਾਹੀ ਨੇ ਕੀ ਕਸੂਰ ਕੀਤਾ ਸੀ ਸੀਤਾ ਨੂੰ, ਕਿ ਸੀਤਾ ਨੂੰ ਅਗਨੀ 'ਚ ਪੈਣਾ ਪੈ ਗਿਆ। ਤੇ ਮੈਂ ਵੇਦ ਨਹੀਂ ਪੜੂੰਗਾ ਕਿ ਮੈਂ ਕਹੂੰਗਾ 5 ਸਾਲ ਪੁਰਾਣੀ ਚੀਜ਼ ਹੈ ਯਾਰ, ਇਹ ਮੈਨੂੰ ਸਮਝ ਨਹੀਂ ਆਏਗੀ। ਮੈਨੂੰ ਕੋਈ ਕਹੇਗਾ ਬਾਈਬਲ ਪੜ੍ਹ ਲਾ, ਮੈਂ ਕਹੂੰਗਾ ਯਾਰ ਬਾਈਬਲ ਵੀ 2000 ਸਾਲ ਪੁਰਾਣੀ ਚੀਜ਼ ਹੈ, ਜਿੱਥੇ ਇਹ ਲਿਖਿਆ ਕਿ ਅਰਥ ਫਲੈਟ ਹੈ ਹਨਾ, ਤੇ ਗਲੀਲੀਓ ਨੇ ਉਹਦੀ ਜਿਹੜੀ ਹੈਗੀ ਆ ਉਹਨੂੰ ਤੋੜ ਕੇ ਰੱਖਤਾ ਕਿ ਨਹੀਂ ਯਾਰ ਇਹ ਚੀਜ਼ ਹੈਗੀ। ਉਸ ਤੋਂ ਬਾਅਦ ਮੈਂ ਜੇ ਕਿਸੇ ਨੂੰ ਮਤਲਬ ਦੇਖੋ, ਗੁਰੂ ਜਿਹੜਾ ਹੈ, ਗੁਰੂ ਇੱਕ ਬੱਸ ਹੈ ਜਿਹੜਾ ਸਾਨੂੰ ਟਰੈਵਲ ਕਰਕੇ ਲੈ ਜਾਏਗਾ ਇੱਕ ਡੈਸਟੀਨੇਸ਼ਨ ਤੱਕ। ਉਹ ਇੱਕ ਮਜ਼ਾ, ਇੱਕ ਡੈਸਟੀਨੇਸ਼ਨ ਦਾ ਵੀ ਮਜ਼ਾ, ਇੱਕ ਰਸਤੇ ਦਾ ਵੀ ਮਜ਼ਾ ਵੱਖਰਾ ਹੀ ਹੈ ਜਿਹੜਾ ਆਪਾਂ ਜਰਨੀ ਲੈਂਦੇ ਹਾਂ। ਤਾਂ ਮੈਂ ਇਹ ਦੇਖਦਾ ਕਿ ਯਾਰ ਵਨ ਆਫ ਦਾ ਇੱਕ ਬਹੁਤ ਹੀ 300-350 ਸਾਲ ਪੁਰਾਣੀ ਚੀਜ਼ ਹੈ ਜਿਹਦੇ ਵਿੱਚ ਇੱਕ ਨਿਚੋੜ ਹੈ, ਉਹ ਹੈ ਗੁਰੂ ਗ੍ਰੰਥ ਸਾਹਿਬ। ਇਹਦੇ ਵਿੱਚੋਂ ਦੇਖਿਆ ਜਾਏ ਕਿ ਇਹਦੇ ਵਿੱਚੋਂ ਮੇਰੇ ਵਾਸਤੇ ਕਿਹੜੀ ਚੀਜ਼ ਹੈ, ਮੈਂ ਉਹਨੂੰ ਫੜਾਂ ਤੇ ਮੈਂ ਉਹਨੂੰ ਅੱਗੇ ਲੈ ਕੇ ਜਾਵਾਂ। ਉਹ ਚਾਹੇ ਉਹਦੇ ਵਿੱਚ ਕਬੀਰ ਨੇ ਲਿਖੀ ਹੈ, ਚਾਹੇ ਉਹ ਗੁਰੂ ਨਾਨਕ ਦੇਵ ਜੀ ਦੀ ਖੁਦ ਦੀ ਬਾਣੀ ਹੈ, ਕੁਛ ਵੀ ਹੈ, whatever it is। ਤਾਂ ਮੈਂ ਤਾਂ ਇਹ ਸੋਚਦਾ ਕਿ ਯਾਰ ਇਹ ਮੇਰੀ ਜਰਨੀ ਹੈ। ਐਂਡ ਔਨ ਦਾ ਅਦਰ ਹੈਂਡ ਮੈਂ ਜਦੋਂ ਦੇਖਦਾ ਕਿ ਯਾਰ ਦਸਮ ਗ੍ਰੰਥ, ਸਰ ਮੈਂ ਤੁਹਾਡੀ ਸਾਰੀ ਵੀਡੀਓਜ਼ ਨਾ, ਆਲ ਦੋਜ਼ ਵੀਡੀਓਜ਼ ਮੈਂ ਪੜ੍ਹੀਆਂ, ਮੈਂ ਸੱਚੀ ਮੈਂ ਹੈਰਾਨ ਹੋ ਗਿਆ। ਮੈਨੂੰ ਪਤਾ ਨਹੀਂ ਸੀ ਕਿ ਦਸਮ ਗ੍ਰੰਥ ਬਾਰੇ ਕਿ ਇਹ ਕੁਛ ਹੈਗਾ, ਕਿਉਂਕਿ ਇੱਕ ਟੈਬੂ ਜਿਹਾ ਬਣਾ ਕੇ ਨਾ ਕਿੱਦਾਂ ਦਾ ਬਣਾਤਾ ਕਿ ਇਹਨੂੰ ਨਹੀਂ ਕੁਛ ਬੋਲਣਾ, ਇਹਦੇ ਬਾਰੇ ਕੁਛ ਨਹੀਂ ਬੋਲਣਾ। ਤਾਂ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਦੱਸਿਆ ਕਿ ਮੇਰਾ ਪ੍ਰੋਬਲਮ ਇਹ ਆ, ਮੈਂ ਹੈਗਾ ਹਿੰਦੂ ਹਾਂ, ਬ੍ਰਾਹਮਣ ਫੈਮਿਲੀ ਚੋਂ ਹਾਂ, ਬਟ ਮੇਰਾ ਪਿਆਰ ਸਿੱਖੀਜ਼ਮ ਨਾਲ ਬਹੁਤ ਹੈ। ਬਿਕੋਜ਼ ਜਿਹੜੀਆਂ ਚੀਜ਼ਾਂ ਬੜੇ ਹੀ ਪਿਆਰ ਨਾਲ ਸਮਝਾਤੀਆਂ ਗਈਆਂ ਨੇ ਸਿੱਖੀਜ਼ਮ 'ਚ, ਯਾਰ ਧਾਗਾ ਜਿਹਾ ਪਾ ਕੇ ਤੁਸੀਂ ਕੀ ਪੰਗਾ ਪਾ ਲੋਗੇ ਜਾਂ ਕੀ ਕਿੱਡੀ ਵੱਡੀ ਚੀਜ਼ ਕਰ ਲੋਗੇ, ਜਾਂ ਤੁਸੀਂ ਕੀ ਕਹਿੰਦੇ ਆ ਆਰਤੀ ਦੀਵਾ ਬਾਲ ਕੇ ਵਿੱਚ ਘਿਓ ਪਾ ਕੇ ਦੇ ਵਿੱਚ ਬੱਤੀ ਜਾਲ ਕੇ ਤੇ ਐਂ ਕਰ ਲੋਗੇ। ਤੇ ਕੁਦਰਤ ਤੇ ਖੁਦ ਆਰਤੀ ਕਰ ਰਹੀ ਹੈ ਭਗਵਾਨ ਦੀ, ਹਨਾ, ਖੁਦ ਹੀ ਕ੍ਰੀਏਟਰ ਹੈ, ਉਹਦੀ ਆਰਤੀ ਹੋ ਰਹੀ ਹੈ। ਕਿੱਡੀ ਵੱਡੀ ਚੀਜ਼ ਹੈ ਮਤਲਬ ਦੇਖਿਆ ਜਾਏ। ਤੇ ਉਹ ਹੁਣ ਦੇਖਦਾ ਕਿ ਯਾਰ ਇਹ ਕਿਹਨੂੰ ਮੰਨਣ ਲੱਗ ਪਏ ਆ ਜਾਂ ਕਿਹਨੂੰ ਮੰਨਣ ਲੱਗ ਪਏ ਆ। ਮੈਂ ਤਾਂ ਸਰ ਐਜ਼ ਆਈ ਆਲਰੇਡੀ ਹੈਵ ਸ਼ੇਅਰਡ ਮਾਈ ਥਾਟਸ ਵਿਦ ਯੂ ਔਨ ਆ ਜਿਹੜੀ ਆ ਮੂਵੀ ਆਈ ਸੀ, ਕਹਿੰਦੇ ਆ ਨਾਮ ਕੀ ਇਹਦਾ, ਨਾਨਕ ਸ਼ਾਹ ਫਕੀਰ। ਹਾਂਜੀ, ਮੈਂ ਇੱਥੇ ਕੀ ਹੈ ਕਿ ਇੱਥੇ ਨਾ ਕੈਨੇਡਾ 'ਚ ਬਹੁਤ ਇੱਦਾਂ ਦੇ ਰੇਡੀਓ ਸੀ ਜਾਂ ਬਹੁਤ ਇੱਦਾਂ ਦੇ ਸ਼ੋਜ਼ ਨੇ ਇੱਥੇ ਆਪਣੇ ਅੱਗੇ ਦੱਸ ਕੇ। ਮੈਂ ਸਰ ਗਲਤੀ ਨਾਲ ਮੈਂ ਤੁਹਾਨੂੰ ਦੱਸਿਆ ਸਟੋਰੀ, ਮੈਂ ਇਸ ਕਰਕੇ ਲੋਕਾਂ ਨੂੰ ਦੱਸਣਾ ਚਾਹੁੰਦਾ ਤਾਂ ਕਿ ਦੱਸ ਸਕਾਂ ਕਿ ਇਹ ਕਿੱਥੇ ਸਟੈਂਡ ਕਰਦੇ ਨੇ। ਮੈਂ ਸਿੰਪਲ ਜਿਹਾ ਹੀ ਬੋਲਦਾ ਕਿ ਦੇਖੋ ਅੱਜ ਕੱਲ੍ਹ ਦੇ ਜਿਹੜੇ ਰਿਲੀਜਨ ਨੇ, ਜਿਹੜੇ ਪ੍ਰੋਗਰੈਸ ਕਰ ਰਹੇ ਨੇ, ਕ੍ਰਿਸਚੈਨਿਟੀ ਜਿਹੜੀ ਹੈਗੀ ਆ ਉਹ ਓਪਨ ਹੈਗੀ ਹੈ ਥੋੜੀ। ਤੇ ਉਹ ਦੇਖੋ ਪੈਸ਼ਨ ਆਫ ਕ੍ਰਾਈਸਟ ਕਰਕੇ ਇੱਕ ਮੂਵੀ ਸੀ ਮਾਰਟਿਨ ਸਕਾਰਸੇਜ਼ੀ ਦੀ, ਜਿਹਦੇ 'ਚ ਉਹਨੇ ਕ੍ਰਾਈਸਟ ਦੇ ਉੱਤੇ ਵੀ ਕੁਐਸਚਨ ਮਾਰਕ ਕੀਤਾ ਸੀ। ਤੇ ਮੈਂ ਕਿਹਾ ਸੀ ਯਾਰ ਇਹ ਦੇਖੋ ਇੰਨਾ ਖੁੱਲਾ ਧਰਮ ਹੈ ਤੇ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਸਾਨੂੰ ਵੀ। ਮੈਨੂੰ ਤਾਂ ਪੰਜਾਬੀ ਆਉਂਦੀ ਹੈ, ਸਾਨੂੰ ਮੇਰੇ ਬੱਚਿਆਂ ਨੂੰ ਜੇ ਪੰਜਾਬੀ ਆਉਂਦੀ ਹੋਈ ਕਿ ਕੱਲ ਨੂੰ ਉਹ ਕੈਨੇਡਾ 'ਚ ਪੜ੍ਹੇ ਜਾਂ ਅਮਰੀਕਾ 'ਚ ਪੜ੍ਹੇ ਤੇ ਉਹਨਾਂ ਨੂੰ ਕਿੱਦਾਂ ਪਤਾ ਲੱਗੇ। ਨੋਟ ਬੀ ਇੰਟਰਸਟਿਡ ਇਨ ਓਨਲੀ ਟੈਕਸਟ ਜਿਹੜਾ ਉਹਨਾਂ ਦੀ ਭਾਸ਼ਾ 'ਚ ਵੀ ਨਹੀਂ ਹੈਗਾ। ਕਿੰਨੇ ਸਿੱਖ ਨੇ ਜਿਹੜੇ ਜਿਹਨਾਂ ਨੂੰ ਪੰਜਾਬੀ ਆਉਂਦੀ ਹੈ ਪਰ ਇਹਨਾਂ ਨੂੰ ਪਹਿਲੀਆਂ 5 ਪੌੜੀਆਂ ਪਹਿਲੇ ਜਿਹੜਾ ਮੂਲ ਮੰਤਰ ਦਾ ਵੀ ਮਤਲਬ ਨਹੀਂ ਪਤਾ ਹੋਊਗਾ। ਮੈਂ ਗਾਰੰਟੀ ਨਾਲ ਕਹਿ ਸਕਦਾ ਕਿਸੇ ਨੂੰ। ਵਿਸਾਖੀ ਦੇ ਪਰੇਡ ਤੇ ਬੜਾ ਵੀਡੀਓ ਵਾਇਰਲ ਹੋਇਆ ਇੱਥੇ ਕੈਨੇਡਾ 'ਚ, ਭੀੜ ਮੱਚ ਗਈ ਖਾਲਿਸਤਾਨ ਜ਼ਿੰਦਾਬਾਦ। ਲੋਕਾਂ ਨੇ ਕਿਹਾ ਅਸੀਂ ਕਿਉਂ ਆਏ, ਕਹਿੰਦੇ ਖਾਲਸਾ ਡੇ ਵਿਸਾਖੀ ਦਾ ਦਿਨ ਹੈ। ਕਹਿੰਦੇ ਇਹਦਾ ਮਤਲਬ ਕੀ ਹੈ ਵਿਸਾਖੀ? ਉਹ ਕਹਿੰਦੇ ਡੈਡ ਇਜ਼ ਟੂ ਮਚ ਫॉर ਅਸ। ਮੈਂ ਕਹਿਣਾ ਚਾਹ ਰਿਹਾ ਕਿ ਅਸੀਂ ਜਿਹੜੇ ਹੈਗੇ ਆ ਲੋਕ, ਇਹ ਇਹਨਾਂ ਦੀ ਪਤਾ ਨਹੀਂ ਕਿਹੜੀ ਚੀਜ਼ਾਂ ਨੂੰ ਫਸ ਕੇ ਬਹਿ ਗਈਆਂ। ਹੁਣ ਅਸੀਂ ਖਾਲਿਸਤਾਨ ਲੈਣਾ, ਪਰ ਖਾਲਿਸਤਾਨ ਅਸੀਂ ਲੈਣਾ ਹੈ ਕੈਨੇਡਾ 'ਚ ਬਹਿ ਕੇ, ਇੰਡੀਆ 'ਚ ਨਹੀਂ ਲੈਣਾ। ਲੈਣਾ ਇੰਡੀਆ 'ਚ ਹੀ ਹੈ। ਆਰੇ ਲੱਗੇ ਕੋਈ ਮਕਸਦ ਨਹੀਂ ਹੈਗਾ ਉਹਨਾਂ ਨੂੰ। ਅਸੀਂ ਬਹਿਣਾ ਅਮਰੀਕਾ ਦੀ ਹੈ, ਇੰਡੀਆ 'ਚ 1-2 ਦਿਨ ਜਾਵਾਂਗੇ ਸਾਲ 'ਚ, ਪਰ ਅਸੀਂ ਇੰਡੀਆ ਨੂੰ ਖਰਾਬ ਕਰਨਾ ਹੈ। ਤੇ ਮੈਨੂੰ ਕਿਤੇ ਨਾ ਕਿਤੇ ਲੱਗਦਾ ਇਹਨਾਂ ਦੀ ਹਾਰ ਹੈ, ਇਹ ਜਿਹੜੀ ਬੌਖਲਾਹਟ ਹੈ ਨਾ, ਕਿ ਉਹ ਆਪਣੇ ਆਪ ਨੂੰ ਉਸ ਕਲਚਰ 'ਚ ਨਹੀਂ ਪਾ ਪਾਏ ਜਾਂ ਆਪਣੇ ਆਪ ਨੂੰ ਕਲਚਰ 'ਚ ਨਹੀਂ ਮਰਜ ਕਰ ਪਾਏ, ਜਾਂ ਉਸ ਕਲਚਰ ਨੇ ਉਹਨਾਂ ਨੂੰ ਐਕਸੈਪਟੈਂਸ ਨਹੀਂ ਦਿੱਤੀ ਆਪਣੇ ਕਲਚਰ ਵਿੱਚ, ਸੋਸਾਇਟੀ 'ਚ। ਤੇ ਉਹਨਾਂ ਨੂੰ ਲੱਗਦਾ ਕਿ ਇਹ ਜਿਹੜਾ ਗੁੱਸਾ ਹੈ ਨਾ, ਮੈਂ ਧੋਬੀ ਦਾ ਕੁੱਤਾ, ਨਾ ਮੈਂ ਘਰ ਦਾ, ਹੁਣ ਮੈਂ ਕਰਾਂਗੀ ਤੇ ਮੈਂ ਇੱਕ ਕੰਮ ਕਰ ਸਕਦਾ। ਮੈਂ ਹੁਣ ਇੰਡੀਆ ਨੂੰ ਗਾਲਾਂ ਕੱਢ ਸਕਦਾ, ਕਿਉਂਕਿ ਗਾਲਾਂ ਕੱਢਣੀਆਂ ਸਭ ਤੋਂ ਸੌਖੀਆਂ ਤਾਂ ਮੈਨੂੰ ਕੱਢੀਆਂ ਗਈਆਂ। ਛੋਟੀ ਜਿਹੀ ਕਮੈਂਟ ਤੇ ਕਿ ਯਾਰ ਨਾਨਕ ਸ਼ਾਹ ਫਕੀਰ ਨੂੰ ਕਰਨ ਨੂੰ ਓਪਨ ਚੰਗੀ ਲੱਗੂਗੀ। ਧਰਮ ਐਡੀ ਕੋਈ ਛੋਟੀ ਚੀਜ਼ ਨਹੀਂ ਜਿਹੜੀ ਮੂਵੀ ਤੇ ਡਿੱਗਦੀ ਹੈ। ਮੇਰੇ ਫਾਈਲ ਤੇ ਅਟੈਕ ਹੋਏ ਖਾਲਿਸਤਾਨੀਆਂ ਦੇ, ਮੇਰੀ ਵਾਈਫ ਦੇ, ਮੇਰੇ ਕਜ਼ਨਸ ਦੇ ਫੇਸਬੁੱਕ ਤੇ ਅਟੈਕ ਹੋਏ
ਉਹ ਸਾਹਮਣੇ ਉਹਨਾਂ ਨੇ ਇੰਨਾ ਮੇਰੇ ਤੇ ਜ਼ੋਰ ਪਾਇਆ ਮੇਰੇ ਘਰਦਿਆਂ ਨੇ ਕਿ ਯਾਰ ਤੂੰ ਪਾਗਲਾਂ ਵਾਸਤੇ ਕੁਝ ਕਰਦਾ ਨਾ, ਤੂੰ ਆਪਣਾ ਫੇਸਬੁੱਕ ਅਕਾਊਂਟ ਡਿਲੀਟ ਕਰ ਛੇਤੀ ਤੋਂ ਛੇਤੀ, ਅਸੀਂ ਡਿਸਟਰਬ ਹੋ ਰਹੇ ਹਾਂ। ਮੈਂ ਆਪਣਾ ਫੇਸਬੁੱਕ ਅਕਾਊਂਟ ਡਿਲੀਟ ਕੀਤਾ, ਮੈਂ ਤੁਹਾਡੇ ਨਾਲ ਗੱਲ ਕੀਤੀ, ਤੁਸੀਂ ਕਿਹਾ ਇਹਦਾ ਕੌਨਸੀਕੁਐਂਸ ਦੇਣਾ ਹੀ ਪੈਂਦਾ। ਐਂਡ ਦ ਨੈਕਸਟ ਡੇ ਤੁਹਾਡੇ ਬਾਰੇ ਵਟ ਐਵਰ ਅਕਾਲ ਤਖਤ ਤੋਂ ਚੀਜ਼ਾਂ ਆ ਗਈਆਂ ਐਂਡ ਐਵਰੀਥਿੰਗ ਆ ਗਈ। ਮੈਨੂੰ ਕਿਤੇ ਨਾ ਕਿਤੇ ਹਿੰਮਤ ਮਿਲਦੀ ਹੈ ਤੁਹਾਡੇ ਵਰਗੇ ਬੰਦਿਆਂ ਨੂੰ ਦੇਖ ਕੇ, ਯਾਰ ਜਿਹੜਾ ਸਟਿਲ ਪੀਪਲ ਓਵਰ ਦੇਅਰ ਜੋ ਆਪਣਾ ਕੰਮ ਕਰਦੇ ਨੇ ਤੇ ਇੱਕ ਸੱਚ ਬੋਲਦੇ ਨੇ। ਤਾਂ ਹੋਏਗਾ ਪਤਾ ਕੀ ਸਰ, ਇੱਕ ਧਰਮ ਗੁਰੂ ਤੇ ਨਹੀਂ, ਇੱਕ ਨਾ ਸਪਿਰਚੁਅਲ ਲੀਡਰ ਸੀ ਰਜਨੀਸ਼ ਓਸ਼ੋ, ਜੇ ਤੁਹਾਨੂੰ ਪਤਾ ਹੋਏ। ਹਾਂਜੀ, ਉਹਨੇ ਅਮਰੀਕਾ ਜਾ ਕੇ ਕੁਛ ਉਹਨੇ ਏਦਾਂ ਦੀਆਂ ਗੱਲਾਂ ਕਰਤੀਆਂ ਸੀ ਹਿੰਦੂ ਧਰਮ ਬਾਰੇ ਕਿ ਸਭ ਅੱਜ ਕਬਾੜ ਪਿਤਾ ਜੀ, ਸਾਡੇ ਦੇਵੀ ਦੇਵਤਾ ਵੀ ਕਬਾੜ ਦਾ ਰੂਪ ਜੇ। ਉਹਨੇ ਬਹੁਤ ਕੁਝ ਬੋਲਿਆ ਸੀ, ਸੈਕਸ ਉੱਤੇ ਵੀ ਬੋਲਿਆ ਸੀ, ਉਹਨੇ ਹਰ ਟੌਪਿਕ ਨੂੰ ਉਹਨੇ ਫੜ ਲਿਆ ਸੀ। ਇੱਕ ਵਾਰੀ ਆ ਕੇ ਉਹਨੇ ਕੁੰਡੀ ਨੇ ਇਹਨਾਂ ਦੀ ਨੱਪਤੀ ਸੀ, ਬਾਅਦ ਚੋਂ ਬਿਕੋਜ਼ ਉਹਨੂੰ ਸਮਝ ਨਹੀਂ ਪਾਏ। ਮੈਨੂੰ ਕਿਤੇ ਨਾ ਕਿਤੇ ਤੁਹਾਡਾ ਪਲੇਟਫਾਰਮ ਉਸ ਤਰੀਕੇ ਦਾ ਨਜ਼ਰ ਆ ਰਿਹਾ ਜਿਹੜਾ ਅੱਜ ਤੇ ਨਹੀਂ, ਲੇਕਿਨ 20 ਸਾਲ ਬਾਅਦ ਜਦੋਂ ਲੋਕੀ ਇਹ ਤੁਹਾਡੀ ਵੀਡੀਓ ਸੁਣਿਆ ਕਰਨਗੇ, ਆਪਣੇ ਘਰ ਦੇ ਨੂੰ ਚਪੇੜਾ ਮਾਰ ਜਿਹੜੇ ਉਹ ਲਾਈਨਾਂ ਚ ਲੱਗ ਕੇ ਪਰੇਡਾਂ ਚ ਤੁਰਦੇ ਫਿਰਦੇ ਉਹਨਾਂ ਨੂੰ ਚਪੇੜਾ ਮਾਰਿਆ ਕਰਨਗੇ, ਤੁਹਾਡੇ ਆਪਣੇ ਉਹਨਾਂ ਦੇ ਬੱਚੇ। ਤੁਸੀਂ ਉਦੋਂ ਹਰਦੀਪ ਸਿੰਘ ਨੂੰ ਪੜ੍ਹ ਲੈਂਦੇ, ਸੁਣ ਲੈਂਦੇ ਤਾਂ ਤੁਸੀਂ ਚੰਗੇ ਰਹਿੰਦੇ। ਨਹੀਂ, ਕੋਈ ਨਹੀਂ, ਚਲੋ ਥੈਂਕ ਯੂ ਵੀਰੇ। ਦੋਹਾਂ ਲਾਈਨਾਂ ਤੇ ਸਾਡੇ ਨਾਲ ਸਰੋਤੇ ਆ। ਤੁਹਾਡਾ ਵਿਚਾਰ ਸ਼ੇਅਰ ਕਰਨ ਦੇ ਲਈ ਧੰਨਵਾਦ ਤੁਹਾਡਾ, ਪਰ ਗਾਹਾਂ ਤੋਂ ਥੋੜਾ ਜਿਹਾ ਕੇਅਰਫੁਲ ਰਹੋ, ਕਿਉਂਕਿ ਜਦੋਂ ਤੁਸੀਂ ਕੁਝ ਕਹਿਣਾ ਆ ਉਹਦੇ ਸਿੱਟੇ ਜਿਹੜੇ ਆ ਉਹ ਭੁਗਤਣ ਲਈ ਸਾਨੂੰ ਤਿਆਰੀ ਕਰਨੀ ਪੈਣੀ ਆ। ਵੀ ਜੋ ਜਿਹੜੀਆਂ ਮਾਨਤਾਵਾਂ ਆ ਨਾ ਉਹਨਾਂ ਨੂੰ ਜਦੋਂ ਤੋੜਨਾ ਹੁੰਦਾ ਤੇ ਉਹ ਬਸ ਉਹ ਤਕਲੀਫ ਦਿੰਨੀ ਆ ਫਿਰ। ਠੀਕ ਹੈ, ਕੇਅਰਫੁਲ ਹੋ ਕੇ ਰਹੋ। ਠੀਕ ਹੈ, ਕੋਈ ਥੈਂਕ ਯੂ। ਤੇ ਸਾਡੇ ਨਾਲ WhatsApp ਦੇ ਉੱਤੇ ਹਾਂਜੀ ਸਵਾਗਤ ਹੈ ਜੀ ਤੁਹਾਡਾ, ਤੁਸੀਂ ਚਿਰ ਦੇ ਵੇਟ ਕਰਦੇ ਆ। ਹਾਂਜੀ ਨਹੀਂ ਬਸ ਮੈਂ ਔਨ 에ਅਰ ਚੱਲਦਾ ਜੀ ਪ੍ਰੋਗਰਾਮ। ਹਾਂਜੀ, ਪ੍ਰੋਗਰਾਮ ਔਨ 에ਅਰ ਚੱਲਦਾ। ਸਭ ਤੋਂ ਪਹਿਲਾਂ ਤੁਹਾਨੂੰ ਦੱਸਿਆ ਨਹੀਂ ਗਿਆ ਉਸ ਵੇਲੇ। ਤੁਸੀਂ ਜੇ ਆਫ 에ਅਰ ਗੱਲ ਕਰਨੀ ਫਿਰ ਕੋਈ ਨਹੀਂ, ਫਿਰ ਆਪਾਂ ਕੋਈ ਨਹੀਂ ਫਿਰ ਆਪਾਂ ਫਿਰ ਲੇਟ ਕਰ ਲਾਂਗੇ ਆਪਾਂ। ਠੀਕ ਹੈ, ਠੀਕ ਹੈ। ਤੇ ਸਾਡੇ ਨਾਲ ਇੱਕ ਸਰੋਤੇ ਹੋ ਰਿਹਾ ਜੀ। ਹਾਂਜੀ, ਸਵਾਗਤ ਹੈ ਜੀ ਤੁਹਾਡਾ। ਹੈਲੋ, ਹਾਂਜੀ 0108। ਹਾਂਜੀ 0108 ਤੇ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡੇ ਨਾਲ ਇੱਕ ਜੋਕ ਸ਼ੇਅਰ ਕਰਨਾ ਸੀ, ਕਰ ਲਵਾਂ ਜੀ? ਹਾਂਜੀ ਕਰ ਲਓ ਜੀ। ਤੇ ਅਸੀਂ ਇੰਡੀਆ ਨੂੰ ਕਾਲ ਲਾਉਣੀ ਆ, ਸਾਡਾ ਟਾਈਮ ਨੇੜੇ ਹੀ ਆ ਤੇ ਤੁਸੀਂ ਥੋੜਾ ਜਲਦੀ ਕਰ ਲੈਣਾ ਹੈ ਨਾ। ਹਾਂਜੀ, ਬਸ 2 ਮਿੰਟ ਦੀ ਗੱਲ ਕਰਨੀ। ਹਾਂਜੀ, ਮੈਂ ਹੁਣੇ ਨਾ ਮੇਰੇ ਇੱਕ ਪੇਪਰ ਆਇਆ ਸੀ ਹੱਥ ਦੇ ਵਿੱਚ। ਹਾਂਜੀ, ਤੇ ਉਹਦੇ ਵਿੱਚ ਮੈਂ ਇੱਕ ਖਬਰ ਪੜ੍ਹੀ ਕਿ ਅਕਾਲ ਤਖਤ ਨੇ ਹਰਨੇਕ ਸਿੰਘ ਦੇ ਖਿਲਾਫ ਕਾਰਵਾਈ ਲਈ ਸੁਪਰੀਮ ਸਿੱਖ ਕੌਂਸਲ ਦੀ ਲਾਈ ਜ਼ਿੰਮੇਵਾਰੀ। ਹਾਂਜੀ। ਤੇ ਮੈਨੂੰ ਮਤਲਬ ਖਬਰ ਜਦੋਂ ਮੈਂ ਸਾਰੀ ਪੜ੍ਹੀ ਤਾਂ ਮੈਨੂੰ ਇਹਦੇ ਚ ਜਿਹੜਾ ਹੈਗਾ ਨਾ ਵੀ ਉਹ ਬੜੀ ਇੱਕ ਡੂੰਘੀ ਗੱਲ ਮੇਰੇ ਹੱਥ ਚ ਆਈ। ਉਹ ਇਹ ਆ ਵੀ ਸਾਰਾ ਕੁਛ ਸਾਰੇ ਪੱਤੇ ਤਾਂ ਤੁਸੀਂ ਹਰਨੇਕ ਸਿੰਘ ਜੀ ਮਤਲਬ ਖੋਲ ਦਿੱਤੇ ਆ ਨਾ, ਵੀ ਪੰਜਾਬ ਦੇ ਵਿੱਚ 84 ਤੋਂ ਲੈ ਕੇ ਹੁਣ ਤੱਕ ਜਿਹੜਾ ਪੋਲੀਟੀਕਲ ਸਟੰਟ ਖੇਡਿਆ ਇਹਨਾਂ ਤਿੰਨਾਂ ਬੰਦਿਆਂ ਨੇ ਰਲ ਕੇ, ਅਮਰਿੰਦਰ ਸਿੰਘ ਨੇ, ਮਾਨ ਨੇ ਤੇ ਬਾਦਲ ਨੇ, ਤੇ ਉਹਦੇ ਚ ਭਿੰਡਰਾਂਵਾਲੇ ਦੀ ਕੀ ਭੂਮਿਕਾ ਰਹੀ, ਕੀ ਗਲਤੀਆਂ ਸਾਡੇ ਤੋਂ ਹੋਈਆਂ, ਐਜ਼ ਏ ਕੌਮ ਸਾਨੂੰ ਹੀ ਕੰਸੀਡਰ ਕਰਨੀਆਂ ਪੈਣੀਆਂ ਨਾ। ਕੋਈ ਬਾਹਰਲਾ ਬੰਦਾ ਤੂੰ ਮੈਂ ਕਰਦਾ, ਤੁਸੀਂ ਉਹਦੇ ਨਾਲ ਬਦਮਾਸ਼ੀ ਕਰਦੇ ਹੋ ਨਾ। ਟਕਸਾਲ ਬਦਮਾਸ਼ੀ ਕਰਦੀ ਹੈ, ਬੋਲਣ ਨਹੀਂ ਦਿੰਦੀ। ਪਰ ਉਸ ਟਾਈਮ ਵੀ ਇਹੋ ਜਿਹੇ ਆਮ ਲੋਕ ਨੌਕਰੀ ਪੇਸ਼ਾ ਸਿੱਖ ਸੀਗੇ, ਦੁਕਾਨਦਾਰ ਸਿੱਖ ਸੀਗੇ, ਜਿਹੜੇ ਭਿੰਡਰਾਂਵਾਲੇ ਨੂੰ, ਟਕਸਾਲ ਨੂੰ ਤੇ ਉਹਦੇ ਫੈਸਲਿਆਂ ਨੂੰ ਪਸੰਦ ਨਹੀਂ ਸੀ ਕਰਦੇ। ਉਹ ਡਰਦੇ ਇਹਨਾਂ ਦੀ ਬਦਮਾਸ਼ੀ ਤੋਂ, ਚਾਹੇ ਅੱਜ ਵੀ ਨਾ ਬੋਲਣ, ਪਰ ਲੋਕਾਂ ਨੂੰ ਪਤਾ ਨਾ। ਫਿਰ ਹੁਣ ਸੈਂਟਰ ਨੂੰ ਵੀ ਜਦੋਂ ਦਾ ਕੇਜਰੀਵਾਲ ਪੰਜਾਬ ਦੇ ਵਿੱਚ ਐਂਟਰ ਹੋਇਆ, ਉਹਨਾਂ ਨੇ ਵੀ ਇਹ ਸਿਆਸਤ, ਪੰਜਾਬ ਦੀ ਸਿਆਸਤ ਨੂੰ ਹੱਥ ਲਾ ਕੇ ਦੇਖ ਲਿਆ ਕਿ ਇੱਥੇ ਜਿਹੜਾ ਹੈਗਾ ਪੱਤੇ ਕਿਵੇਂ ਖੇਡੇ ਜਾਂਦੇ ਆ। ਸੈਂਟਰ ਤੋਂ ਉਹਨਾਂ ਨੇ ਫੰਡ ਲੈਣੇ ਆ, ਆਪਸ ਦੇ ਵਿੱਚ ਇਹਨਾਂ ਨੇ ਕੀ ਕਰਨਾ, ਲੋਕਾਂ ਨੂੰ ਕੀ ਝੂਠ ਬੋਲਣਾ, ਕੀ ਬੋਲੇ ਆ, ਕਿਹੋ ਜਿਹੀਆਂ ਗੇਮਾਂ ਇਹਨਾਂ ਨੇ ਖੇਡੀਆਂ, ਉਹ ਵੀ ਪ੍ਰਗਟ ਹੋ ਰਹੀਆਂ ਨਾ। ਤੇ ਹੁਣ ਜਦੋਂ ਸਭ ਤੋਂ ਜ਼ਿਆਦਾ ਜਿਹੜਾ ਇਹ ਹੈਗਾ ਨਾ, ਇਹ ਅਕਾਲ ਤਖਤ ਵੱਲੋਂ ਨਹੀਂ ਆਇਆ ਫੈਸਲਾ, ਨਾ ਇਹ ਗੁਰਬਚਨ ਸਿੰਘ ਵੱਲੋਂ ਆਇਆ, ਇਹ ਬਾਦਲ ਦਲ ਵੱਲੋਂ ਆਇਆ। ਫਿਰ ਆਪਣੇ ਹੀ ਬੰਦੇ, ਇੱਥੇ ਮੈਂ ਤੁਹਾਡੇ ਪ੍ਰੋਗਰਾਮ ਸੁਣਦਾ ਹੁੰਦਾ ਸੀਗਾ, ਆਪਣੇ ਹੀ ਬੰਦੇ ਰੁੱਸੇ, ਆਪਣੇ ਪੰਥਪ੍ਰੀਤ ਹੋਰੀ ਜਾਂ ਹੋਰ ਜਿਹੜੇ ਸਾਡੇ ਪ੍ਰਚਾਰਕ ਆ, ਜਦੋਂ ਅਸੀਂ ਇਹ ਕਹਿੰਦੇ ਹੁੰਦੇ ਸੀਗੇ ਕਿ ਜਿਹੜੇ ਅੰਦਰ ਖਾਤੇ ਬੰਦੇ ਆਉਂਦੇ ਆ ਨਾ ਇੱਥੇ ਕਥਾ ਕੀਰਤਨ ਕਰਨ, ਜਾਂ ਜਿਹੜੇ ਪ੍ਰਚਾਰਕ ਇੱਥੇ ਆਉਂਦੇ ਆ, ਜਾਂ ਤਾਂ ਉਹਨਾਂ ਤੇ ਟਕਸਾਲ ਦਾ ਪ੍ਰਭਾਵ ਹੈ ਜਾਂ ਬਾਦਲ ਦਾ ਪ੍ਰਭਾਵ ਆ। ਤੇ ਆਹ ਆਰਡਰ ਜਦੋਂ ਸਾਨੂੰ ਚੰਗੀ ਤਰ੍ਹਾਂ ਪਤਾ ਵੀ ਅਕਾਲ ਤਖਤ ਕਿਹਦੇ ਅੰਡਰ ਕੰਮ ਕਰਦਾ,
ਪੂਰੀ SGPC ਕਿਹਦੇ ਅੰਦਰ ਕੰਮ ਕਰਦੀ ਹੈ? ਬਾਦਲ ਦੇ। ਇਸ ਕਰਕੇ ਇਹ ਫੈਸਲਾ ਜਿਹੜਾ ਹੈਗਾ ਨਾ ਹਰਨੇਕ ਸਿੰਘ ਦੇ ਖਿਲਾਫ ਕਾਰਵਾਈ ਕਰਨ ਦਾ, ਇਹ ਕੌਮ ਦਾ ਫੈਸਲਾ ਨਹੀਂ ਹੈਗਾ, ਇਹ ਬਾਦਲ ਦਲ ਦਾ ਫੈਸਲਾ। ਵੈਸੇ ਵੀ ਕੌਮ ਦੀ ਜਿਹੜੀ ਡੈਫੀਨੇਸ਼ਨ ਹੈ ਨਾ ਉਹ ਗਰੁੱਪ ਨਾਲ ਸੀਮਤ ਹੋ ਕੇ ਰਹਿ ਗਈ ਆ। ਕੌਮ ਦੇ ਅਰਥ ਇਹ ਆ ਵੀ ਅਸੀਂ 78 ਬਾਰੇ ਵੀ ਗੱਲ ਕੀਤੀ ਸੀ ਵੀ ਜਦੋਂ ਕਹਿੰਦੇ ਨਾ ਵੀ ਸਿੱਖ ਕੌਮ ਦੇ ਖਿਲਾਫ ਬੋਲੇ ਆ ਉਹਦਾ ਮਤਲਬ ਇਹ ਸੀ ਵੀ ਅਖੰਡ ਕੀਰਤਨੀ ਜਥੇ ਦੇ ਤੇ ਟਕਸਾਲ ਦੇ ਖਿਲਾਫ ਉਹਨਾਂ ਨੂੰ ਉਹ ਗੱਲਾਂ ਠੀਕ ਨਹੀਂ ਲੱਗੀਆਂ। ਹਾਂਜੀ, ਹਾਂ ਬਿਲਕੁਲ। ਉਹ ਕੌਮ ਕਹਿੰਦੇ ਆਪਣੇ ਆਪ ਨੂੰ। ਜਦੋਂ ਜਾਣੀ ਕੋਈ ਬੰਦਾ ਕਹਿੰਦਾ ਵੀ ਗੁਰੂ ਦੀ ਨਿੰਦਿਆ ਕਰ ਦਿੱਤੀ, ਉਹ ਕਹਿੰਦਾ ਵੀ ਜਿਹੜੀ ਗੱਲ ਨੂੰ ਮੈਂ ਗੁਰੂ ਕਹਿੰਦਾ, ਜਿਹੜੀ ਮੇਰੀ ਮਨੌਤ ਆ ਗੁਰੂ ਦੇ ਬਾਰੇ, ਉਹਦੇ ਉਲਟ ਬੋਲਦਾ, ਇਹ ਮੇਰੀ ਮਨੌਤ ਤੋੜ ਰਿਹਾ ਇਹ। ਹਾਂ, ਤੇ ਤੇਰੀ ਮਨੌਤ ਤੈਨੂੰ ਮੁਬਾਰਕ, ਸਾਨੂੰ ਮੁਬਾਰਕ। ਬਸ ਉਹ ਬੜਾ ਸੀਮਤ ਦਾਇਰਾ ਜਿਹਦੇ ਕਰਕੇ ਜਿਹੜਾ ਇਹ ਵੀ ਨਾ ਤੁਸੀਂ ਮਤਲਬ ਬੜੀ ਜਦੋਜਹਿਦ ਕੀਤੀ, ਕਿਉਂਕਿ ਹੁਣ ਇੱਕ ਸੰਪਰਦਾ ਕਹਿ ਲਓ ਜਾਂ ਇੱਕ ਜਥੇਬੰਦੀ ਕਹਿ ਲਓ ਟਕਸਾਲ ਹੈ, ਉਹ ਕਹਿੰਦੀ ਹੈ ਵੀ ਅਸੀਂ ਜਿਹੜਾ ਸਿਸਟਮ ਹੈ ਸਾਰਾ ਕੌਮ ਦਾ ਆਪਦੇ ਹੱਥ 'ਚ ਲੈਣਾ, ਅਸੀਂ ਇਹਨੂੰ ਆਪਣੇ ਤਰੀਕੇ ਨਾਲ ਆਪਣੀ ਮਰਿਆਦਾ ਨਾਲ ਚਲਾਉਣਾ ਚਾਹੁੰਦੇ, ਅਸੀਂ ਸਾਰਾ ਕੁਝ ਇਕਸਾਰਤਾ ਲਿਆਉਣੀ ਹੈ। ਨਿਰੰਕਾਰੀ ਵੀ ਇਹੀ ਚਾਹੁੰਦੇ ਆ, ਫਿਰ ਨਾਨਕਸਰੀਏ ਵੀ ਇਹੀ ਚਾਹੁੰਦੇ ਆ। ਤੇ ਜਿਹੜੀ ਕੌਮ ਦੀ ਓਰੀਜਨਲ ਡੈਫੀਨੇਸ਼ਨ ਗੁਰੂ ਸਾਹਿਬਾਂ ਨੇ ਸਥਾਪਿਤ ਕੀਤੀ ਆ, ਉਹ ਕਿੱਧਰ ਗਈ? ਅਸੀਂ ਤਾਂ ਕਦੇ ਨਹੀਂ ਕਲੇਮ ਕੀਤਾ ਵੀ ਅਸੀਂ ਮਿਸ਼ਨਰੀ ਆ ਜਾਂ ਅਸੀਂ ਟਕਸਾਲੀ ਆ, ਅਸੀਂ ਤਾਂ ਕਿਸੇ ਜਥੇਬੰਦੀ ਕਿਸੇ ਗਰੁੱਪਿਜ਼ਮ ਦੇ ਵਿੱਚ ਗਏ ਨਹੀਂ। ਅਸੀਂ ਤਾਂ ਨਿਰੋਲ ਸਿੱਖ ਰਹਿਣਾ ਜਿਵੇਂ ਸਾਨੂੰ ਸਾਡੇ ਗੁਰੂ ਸਾਹਿਬ ਸਥਾਪਿਤ ਕਰਨਾ ਚਾਹੁੰਦੇ ਸੀ। ਤੇ ਦੂਸਰੀ ਗੱਲ ਇਹਦੇ 'ਚ ਇਹ ਆਉਂਦੀ ਹੈ ਜੀ, ਜਿਹੜੀ ਇੱਥੇ ਇਹਨਾਂ ਨੇ ਅਪੀਲ ਕੀਤੀ ਹੈ ਨਾ, ਕਹਿੰਦੇ ਸਿੱਖ ਸੰਗਤਾਂ ਨੂੰ ਹਰਨੇਕ ਸਿੰਘ ਨੂੰ ਨਿੰਦਕ ਕਰਾਰ ਦਿੰਦਿਆਂ ਉਹਦੇ ਖਿਲਾਫ ਸਖਤ ਕਾਰਵਾਈ ਕਰਨ ਲਈ ਇਕੱਠਿਆਂ ਹੋਣ ਦੀ ਅਪੀਲ ਕੀਤੀ। ਵੀ ਭਲਿਓ ਲੋਕੋ, ਉਹਨੂੰ ਫਿਕਰ ਤਾਂ ਪੈ ਜਾਂਦਾ ਵੀ ਇੱਕ ਨਵਾਂ ਗੁਰਦੁਆਰਾ ਖੁੱਲ ਗਿਆ, ਸੰਗਤ ਕਿਤੇ ਉੱਧਰ ਨਾ ਉੱਠ ਜੇ, ਤੇ ਤੁਸੀਂ ਸੰਗਤ ਨੂੰ ਅਪੀਲ ਕਰਕੇ ਮਤਲਬ ਲੋਕਾਂ ਨੂੰ ਇਹ ਭੜਕਾਉਣ ਦਾ ਇੱਕ ਜਿਹੜਾ ਅਖਬਾਰ ਵੀ ਮਾਧਿਅਮ ਬਣ ਗਿਆ ਨਾ, ਵੀ ਕਿਸ ਤਰ੍ਹਾਂ ਦਾ ਨਰੇਟਿਵ ਤੁਸੀਂ ਅਖਬਾਰ ਦੇ ਵਿੱਚ ਦੇ ਰਹੇ ਹੋ। ਸਾਨੂੰ ਪਤਾ ਨਹੀਂ ਲੱਗਦਾ ਸਾਨੂੰ ਇਹ ਅਖਬਾਰ ਕਿੱਥੋਂ ਬੋਲਦਾ, ਕਿਉਂ ਬੋਲਦਾ। ਅਸਲ ਦੇ ਵਿੱਚ ਉਹ ਜਿਹੜਾ ਇਕੱਠੇ ਹੋ ਕੇ ਵਿਰੁੱਧ ਕਾਰਵਾਈ ਕਰਨ ਦਾ ਕੰਮ ਸੀ ਨਾ, ਉਹ ਇਹ ਸਟੇਟਮੈਂਟ ਆਉਣ ਤੋਂ ਡੇਢ ਹਫ਼ਤਾ ਪਹਿਲਾਂ ਸ਼ੁਰੂ ਹੋ ਚੁੱਕਾ ਸੀ ਜੀ। ਉਹਦੇ 'ਚ ਉਹ ਜਿਹੜੇ ਬੰਦੇ ਕੰਮ ਕਰ ਰਹੇ ਆ ਉਹਨਾਂ ਨੂੰ, ਕਿਉਂਕਿ 3-4 ਗਰੁੱਪ ਹੋ ਗਏ ਇਕੱਠੇ। ਹਾਂ, ਇਹ ਗਰੁੱਪ ਹੀ ਹੈ ਨਾ, ਫਿਰ ਸੰਗਤ ਨਹੀਂ ਨਾ, ਇਹ ਕੌਮ ਨਹੀਂ। ਉਹਨਾਂ ਨੂੰ ਉਨੀ ਸਫਲਤਾ ਨਹੀਂ ਸੀ ਮਿਲ ਰਹੀ ਜਿੰਨੀ ਉਹ ਚਾਹੁੰਦੇ ਸੀ। ਬਹੁਤ ਸਾਰੇ ਬੰਦੇ ਏਦਾਂ ਕਹਿੰਦੇ ਸੀ ਵੀ ਖਰੇ ਇਹਨਾਂ ਦਾ ਨਿੱਜੀ ਹੈ, ਜਿਸ ਕਰਕੇ ਉਹਨਾਂ ਨੇ ਅਕਾਲ ਤਖਤ ਤੋਂ ਕਹਾ ਕੇ ਉਹ ਬੰਦੇ ਜਿਹੜੇ ਪੰਥ ਅਕਾਲ ਤਖਤ ਨੂੰ ਪੱਤ ਸਮਝਦੇ ਆ ਉਹਨਾਂ ਤੇ ਪ੍ਰਭਾਵ ਪਾਉਣਾ ਚਾਹਿਆ ਆ। ਤੇ ਠੀਕ ਹੈ, ਉਹ ਆਪਣਾ ਕਰ ਲੈਣ। ਦੇਖੋ ਜੀ, ਅਸੀਂ ਸਰੋਤਿਆਂ ਨੂੰ ਦੱਸ ਦਿੰਨੇ ਆ, ਜਿਹੜੀ ਗੱਲ ਅਸੀਂ ਕਰਦੇ ਆ ਉਹ ਜੇ ਕਾਨੂੰਨ ਦੀ ਕਸਵੱਟੀ ਤੇ ਪੂਰੀ ਨਾ ਉਤਰਦੀ ਹੋਈ ਕਾਨੂੰਨ ਸਾਨੂੰ ਦੱਸ ਦਊਗਾ। ਹਾਂਜੀ, ਅਸੀਂ ਉਹ ਤੇ ਕਾਬੂ ਕਰ ਲਾਂਗੇ, ਅੱਗੇ ਤੋਂ ਨਾ ਕਰਾਂਗੇ। ਪਰ ਜਿਹੜੇ ਸਵਾਲ ਆ ਸਾਡੇ ਨਾ, ਜਿਹੜੀ ਨੀਅਤ ਆ ਸਾਡੀ, ਉਹ ਜਿੱਦਾਂ ਹੈਗੀ ਉਦਾਂ ਹੀ ਆ। ਬਿਲਕੁਲ। ਦੋ ਗੱਲਾਂ ਜੀ ਤੁਹਾਨੂੰ ਰੋਕ ਕੇ ਕਹਿਣੀਆਂ ਚਾਹੁੰਦਾ ਇਹਦੇ ਵਿੱਚ। ਇੱਕ ਤਾਂ ਇਹ ਕਿ ਜਿਹੜੀ ਸੰਗਤ ਹੈ ਨਾ ਅਲੱਗ-ਅਲੱਗ ਗੁਰਦੁਆਰਿਆਂ ਦੇ ਵਿੱਚ ਜਾਂਦੀ ਆ, ਉਹ ਆਪਣੀ ਸਹੂਲਤ ਮੁਤਾਬਕ ਜਿਹੜਾ ਉਹਨਾਂ ਨੂੰ ਨੇੜੇ ਪੈਂਦਾ ਜਾਂ ਜਿੱਥੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਪਾਠ ਰਖਾਇਆ, ਬੁਲਾਇਆ ਹੁੰਦਾ, ਇਨਵਾਈਟ ਕੀਤਾ ਹੁੰਦਾ, ਉਹਨਾਂ ਨੂੰ ਗੁਰੂ ਨਾਲ ਮਤਲਬ ਆ। ਉਹਨਾਂ ਨੂੰ ਤੁਹਾਡੀ ਜਿਹੜੀ ਸੁਪਰੀਮ ਸਿੱਖ ਕੌਂਸਲ ਆ ਜਾਂ ਤੁਸੀਂ ਕੀ ਹੋ, ਕੀ ਰੁਤਬਾ ਤੁਹਾਡੇ ਕੋਲੇ, ਉਹਦੇ ਨਾਲ ਕੋਈ ਮਤਲਬ ਨਹੀਂ ਜਿਹੜਾ ਹੈਗਾ। ਤੇ ਨਾ ਹੀ ਉਹਨਾਂ ਦਾ ਤੁਸੀਂ ਮਾਈਂਡ ਜਿਹੜਾ ਹੈ ਡਾਇਵਰਟ ਕਰ ਸਕਦੇ ਹੋ ਇਸ ਤਰੀਕੇ ਨਾਲ ਭੜਕਾ ਕੇ। ਫਿਰ ਦੂਜਾ ਵੀ ਜਿਹੜੇ ਅਕਾਲ ਤਖਤ ਉੱਪਰ ਆਪਾਂ ਸਵਾਲ ਚੱਕੇ ਆ, ਰੇਡੀਓ ਵਿਰਸਾ ਨੇ ਸਵਾਲ ਚੱਕਿਆ, ਉਹਦਾ ਜਵਾਬ ਇਹ ਸੁਪਰੀਮ ਸਿੱਖ ਸੁਸਾਇਟੀ ਜਿਹੜੀ ਜੋ ਵੀ ਹੈ ਇਹ ਲੈ ਕੇ ਦੇਣਗੇ ਸਾਨੂੰ, ਜਾਂ ਸੰਗਤ ਨੂੰ ਦੱਸਣਗੇ, ਜਸਟੀਫਿਕੇਸ਼ਨ ਦੇਣਗੇ। ਉਹਨੇ ਨਹੀਂ ਦੇਣਾ। ਪਰ ਇਹਦੇ 'ਚ ਇੱਕ ਗੱਲ ਹੈਗੀ ਆ ਵੀ ਜਿਹੜੇ ਆਮ ਲੋਕ ਆ ਨਾ, ਉਹਨਾਂ ਤੇ ਦਬਾਅ ਪਾ ਕੇ ਉਹਨੇ ਆਪਣੇ ਹੱਕ ਵਿੱਚ ਭੁਗਤਾ ਲੈਣਾ। ਕਿਉਂਕਿ ਅਸੀਂ ਸਾਡੇ ਗੁਰਦੁਆਰੇ ਆਉਣੇ ਹੋ, ਸਾਡੀ ਸੁਣੋ। ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਵੀ ਅਸੀਂ ਕਦੇ ਵੀ ਇਦਾਂ ਦੇ ਕੇਸਾਂ ਦੇ ਵਿੱਚ ਇੱਕ ਵੀ ਬੰਦੇ ਤੋਂ ਕੋਈ ਇਦਾਂ ਚਿੱਠੀਆਂ ਲੈ ਕੇ ਜਾਂ ਕੇਸਾਂ ਦੇ ਲਈ ਜਾਂ ਗਵਾਹੀਆਂ ਲੈ ਕੇ ਅਸੀਂ ਕੰਮ ਨਹੀਂ ਕਰਾਂਗੇ। ਕਿਉਂਕਿ ਨੰਬਰਾਂ ਦੇ ਨਾਲ ਜਿਹੜੀ ਗੇਮ ਖੇਡੀ ਜਾਣੀ ਆ, ਉਹਦੇ ਵਿੱਚ ਸਾਨੂੰ ਇਹ ਲੱਗਦਾ ਵੀ ਅਸੀਂ ਸ਼ਾਇਦ ਪਹਿਲਾਂ ਮੁੱਢ ਤੋਂ ਹੀ ਝੂਠੇ ਆ। ਅਸੀਂ ਤਾਂ ਗੱਲ ਜਿੱਦਾਂ ਹੈਗੀ ਆ ਉਦਾਂ ਹੀ ਰੱਖਣੀ ਆ। ਉਹਦੇ ਵਿੱਚ ਬਸ ਜਿੱਦਾਂ ਜੇ ਹੋ ਗਏ ਠੀਕ ਹੈ, ਨਹੀਂ ਤਾਂ ਨਾ ਸੇ ਕੋਈ ਗੱਲ ਨਹੀਂ। ਅਸੀਂ ਕੋਈ ਇਦਾਂ ਥੋੜੀਆਂ ਪੇ ਰੱਬ ਜੀ ਆ। ਬਿਲਕੁਲ ਪੇ ਅਸੀਂ ਇਦਾਂ ਕਹੀਏ ਪੇ ਹੁੰਦੇ ਸਾਰੀਆਂ ਗੱਲਾਂ। ਖੈਰ ਵੀਰੇ, ਸਾਡੇ ਨਾਲ ਸਰੋਤੇ ਆ ਦੂਜੀ ਲਾਈਨ ਤੇ, ਇੰਡੀਆ ਉਹਨਾਂ ਦਾ ਪਹਿਲਾਂ ਟਾਈਮ ਬਣਿਆ ਸੀਗਾ ਤੇ ਉਹਨਾਂ ਨਾਲ ਅਸੀਂ ਗੱਲ ਕਰ ਲਈਏ। ਧੰਨਵਾਦ ਜੀ। ਹਾਂਜੀ ਸਤਨਾਮ ਵੀਰੇ, ਸੌਰੀ ਤੁਹਾਨੂੰ ਵੇਟ ਕਰਨੀ ਪਈ। ਕੋਈ ਗੱਲ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਉਣੇ ਰਹੋ ਜੀ, ਇਸ ਵੇਲੇ ਸਰੋਤੇ ਸੁਣ ਰਹੇ ਤੁਹਾਨੂੰ। ਹਾਂਜੀ। ਤੇ ਇੱਕ ਪਹਿਲਾਂ ਮੈਂ ਗੱਲ ਸੁਣਾਉਣੀ ਹੈ ਜੀ। ਹਾਂਜੀ ਸੁਣਾਓ। ਤੇ ਇੱਕ ਵਪਾਰੀ ਆ, ਉਹਦੇ ਕੰਮਕਾਰ ਤੋਂ ਵਾਪਸ ਆ ਰਿਹਾ ਸੀਗਾ। ਹਾਂਜੀ। ਤੇ ਥੋੜਾ ਜਿਹਾ ਸੁੰਨਸਾਨ ਏਰੀਏ 'ਚ ਜਦੋਂ ਲੰਘਣ ਲੱਗਾ ਤੇ ਦਰਖਤਾਂ ਦੇ ਝੁੰਡ ਪਿੱਛੋਂ ਕੋਈ ਅਚਾਨਕ ਹੀ ਇੱਕ ਆਦਮੀ ਨਿਕਲਿਆ ਤੇ ਉਹਨੇ ਹੈਂਡਸ ਅਪ ਆਖਿਆ। ਹਾਂਜੀ।
ਵਪਾਰੀ ਨੇ ਸੋਚਿਆ ਵੀ ਖੋਰੇ ਕੀ ਹਥਿਆਰ ਹੋਊ ਇਹਦੇ ਕੋਲੇ, ਉਹਨੇ ਹੱਥ ਖੜੇ ਕਰਤੇ, ਉਹਨੇ ਵਪਾਰੀ ਨੂੰ ਸਾਈਡ ਤੇ ਲਿਜਾ ਕੇ ਦਰਖਤ ਨਾਲ ਬੰਨ ਲਿਆ। ਹਾਂਜੀ। ਤੇ ਵਪਾਰੀ ਕਹਿੰਦਾ ਵੀ ਵੇਖ ਭਰਾਵਾ, ਪੈਸਾ ਤੇ ਜਿਹੜਾ ਮੇਰੇ ਕੋਲ ਹੈਗਾ ਉਹ ਲੈ ਲਾ, ਮੈਨੂੰ ਜਾਣ ਦੇ। ਉਹ ਕਹਿੰਦਾ ਵੀ ਮੈਨੂੰ ਪੈਸੇ ਧੇਲੇ ਦੀ ਕੋਈ ਲੋੜ ਨਹੀਂ, ਤੇ ਨਾ ਹੀ ਮੇਰੇ ਕੋਲ ਹਥਿਆਰ ਹੈਗਾ, ਮੈਂ ਤੈਨੂੰ ਕੁਛ ਆਖਣਾ, ਮੈਂ ਤਾਂ ਬਸ ਤੈਨੂੰ ਆਪਣੀ ਨਵੀਂ ਲਿਖੀ ਕਵਿਤਾ ਸੁਣਾਉਣੀ ਆ, ਤਾਂ ਤੈਨੂੰ ਬੰਨਿਆ। ਉਹ ਕਹਿੰਦਾ ਜੇ ਕਵਿਤਾ ਹੀ ਸੁਣਾਉਣੀ ਸੀ ਫਿਰ ਬੰਨਣ ਦੀ ਕੀ ਲੋੜ ਸੀ, ਮੈਨੂੰ ਉਂਝ ਹੀ ਕਹਿ ਦਿੰਦਾ ਮੈਂ ਸੁਣ ਲੈਂਦਾ। ਉਹ ਕਹਿੰਦਾ ਵੀ ਕਵਿਤਾ ਹੈਗੀ ਮੇਰੀ ਲੰਮੀ, ਤੇ ਤੇਰਾ ਕੀ ਪਤਾ ਵੀ ਵਿਚਾਲਿਓਂ ਭੱਜੀਏ, ਵੀ ਰਿਸਕ ਆਪਾਂ ਲੈਣਾ ਨੀ, ਤੇ ਬੰਨ ਕੇ ਕਰ ਲਿਆ ਪਾਪਾ ਕੰਮ ਪੱਕਾ, ਤੇ ਹੁਣ ਤਾਂ ਮੈਂ ਪੂਰੀ ਸੁਣਾ ਕੇ ਫੇਰ ਹਟੂੰਗਾ। ਹੁਣ ਸਾਨੂੰ ਦੱਸੋ ਕਿੱਦਾਂ ਕਰਨੀ ਆ। ਵੈਸੇ ਚਮਤਕਾਰ ਚ ਵਿਸ਼ਵਾਸ ਰੱਖਦੇ ਹੋ ਤੁਸੀਂ? ਬਸ ਆ ਚਮਤਕਾਰ ਹੀ ਹੋ ਰਿਹਾ ਜੀ ਸਾਡੇ, ਅਸੀਂ ਤਾਂ ਇਹਨਾਂ ਚ ਹੀ ਰੱਖਦੇ ਆ ਜਿੰਨੇ ਕੁ ਹੋ ਰਹੇ ਆ, ਹੋਰ ਨਹੀਂ ਕਿਸੇ ਚ ਰੱਖਦੇ। ਹਾਂ, ਇਹ ਸ਼ੇਰ ਤੇ ਬੱਕਰੀ ਇਕੱਠੇ ਖੇਡਦੇ ਵਿਖਾਉਣੇ ਅੱਜ ਤੋਂ। ਠੀਕ ਹੈ। ਉਹ ਆਵਾਂ ਬਈ ਕੁਝ ਲੋਕ ਕਹਿੰਦੇ ਆ ਵੀ ਸਾਡਾ ਜਿਹੜਾ ਤਰਕ ਹੈ ਨਾ ਸਾਡੇ ਕੋਲੇ, ਉਹ ਸ਼ੇਰ ਆ। ਤੇ ਇੱਕ ਸ਼ਰਦਾ ਨਾਮ ਵਾਲੀ ਬੱਕਰੀ ਸੀਗੀ ਇੱਕ, ਜਾਂ ਤਾਂ ਉਹਨੂੰ ਖਾ ਗਿਆ ਜਾਂ ਕਿਤੇ ਲੁਕੀ ਸਮੇਂ ਬੈਠੀ ਹੋਣੀ ਆ, ਪਰ ਦੂਜਾ ਧੜਾ ਬਹੁਤ ਵੱਡਾ ਜਿਹੜਾ ਕਹਿੰਦਾ ਵੀ ਸ਼ਰਦਾ ਨਾਮ ਦਾ ਸਾਡੇ ਕੋਲੇ ਬੱਬਰ ਸ਼ੇਰ ਆ। ਤੇ ਕੌਣ ਸੈਂਸ ਵਾਲੀ ਇੱਕ ਬੱਕਰੀ ਹੁੰਦੀ ਸੀ, ਬਚਪਨ ਦੇ ਵਿੱਚ ਹੀ ਪ੍ਰਮਾਤਮਾ ਦੀ ਕਿਰਪਾ ਨਾਲ ਜਿਹੜਾ ਹੈਗਾ ਸਾਡਾ ਸ਼ਰਦਾ ਵਾਲਾ ਬੱਬਰ ਸ਼ੇਰ ਆ, ਉਹਨੂੰ ਖਾ ਗਿਆ ਸੀਗਾ। ਮੈਨੂੰ ਲੱਗਦਾ ਵੀ ਦੋਵਾਂ ਧੜਿਆਂ ਦੇ ਲੋਕਾਂ ਦੀ ਜਾਨ ਹੀ ਖੋਰੇ ਸੌਖੀ ਹੋ ਗਈ ਹੋਣੀ ਆ ਵੀ ਸ਼ੇਰ ਬੱਕਰੀ ਨੂੰ ਖਾ ਗਿਆ। ਤਰਕ ਵਾਲਿਆਂ ਦਾ ਸ਼ੇਰ ਆ ਜਿਹੜਾ ਉਹ ਸ਼ਰਦਾ ਵਾਲੀ ਬੱਕਰੀ ਨੂੰ ਖਾ ਗਿਆ, ਇਹ ਸ਼ਰਦਾ ਵਾਲਿਆਂ ਦਾ ਬੱਬਰ ਸ਼ੇਰ ਆ ਜਿਹੜੀ ਕਾਮਨ ਸੈਂਸ ਵਾਲੀ ਬੱਕਰੀ ਨੂੰ ਖਾ ਗਿਆ। ਵੀ ਹੋ ਸਕਦਾ ਵੀ ਦੋਵਾਂ ਦੀ ਜਾਨ ਹੀ ਸੌਖੀ ਹੋ ਗਈ ਹੋਵੇ। ਪਰ ਮੇਰਾ ਬਦਕਿਸਮਤੀ ਰਹੀ ਆ ਵੀ ਮੇਰੇ ਅੰਦਰਲੇ ਤਰਕ ਤੇ ਸ਼ਰਦਾ ਦਾ ਜਿਹੜੀ ਠੰਡੀ ਜੰਗ ਆ, ਉਹ ਜ਼ਿਆਦਾ ਨਹੀਂ ਤਾਂ 30 ਸਾਲ ਜ਼ਰੂਰ ਚੱਲ ਗਈ ਹੋਣੀ। ਦੋਵੇਂ ਆਪਣੇ ਆਪ ਨੂੰ ਸ਼ੇਰ ਕਹਾਉਂਦੇ ਸੀ। ਇਹਨਾਂ ਦੀ ਜਿਹੜੀ ਆਪਸੀ ਭੇਡ ਵਿੱਚ ਮੇਰੀ ਹਾਲਤ ਬਹੁਤ ਪਤਲੀ ਰਹੀ, ਇਹਨਾਂ ਦੇ ਭੇਡ ਚ ਆ ਗਿਆ ਮੈਂ। ਪਰ ਹੁਣ ਨਜ਼ਾਰਾ ਇੱਕਦਮ ਵੱਖਰਾ, ਦੋਵੇਂ ਸ਼ੇਰ ਇੱਕ ਦੂਜੇ ਮੂਹਰੇ ਨਤਮਸਤਕ ਹੈ। ਹੁਣ ਸਵਾਲ ਪੈਦਾ ਇਹ ਹੋ ਜਾਣਾ ਵੀ ਤਰਕ ਨੂੰ ਸ਼ੇਰ ਮੰਨਣ ਵਾਲਿਆਂ ਨੇ ਕਹਿਣਾ ਵੀ ਉਹ ਤਰਕ ਹੀ ਕਾਹਦਾ ਜਿਹੜਾ ਸ਼ਰਦਾ ਮੂਹਰੇ ਨਤਮਸਤਕ ਹੋ ਜੇ, ਤੇ ਸ਼ਰਦਾ ਨੂੰ ਬੱਬਰ ਸ਼ੇਰ ਮੰਨਣ ਵਾਲਿਆਂ ਨੇ ਕਹਿਣਾ ਵੀ ਉਹ ਸ਼ਰਦਾ ਹੀ ਕਾਹਦੀ ਜਿਹੜੀ ਤਰਕ ਮੂਹਰੇ ਝੁਕ ਜੇ। ਪਰ ਮੈਨੂੰ ਤਾਂ ਦੋਹਾਂ ਦੀ ਜੜੀ ਦਾ ਪਤਾ ਹੈ ਮੇਰੇ ਅੰਦਰਲੇ, ਵੀ ਮੈਨੂੰ ਪਤਾ ਇਹ ਤਰਕ ਦਾ ਜਿਹਨੂੰ ਸ਼ਰਦਾ ਤੋਂ ਵਾਰ-ਵਾਰ ਮਿਹਣੇ ਮਿਲਦੇ ਰਹੇ ਕਿ ਐ ਤਰਕ ਤੂੰ ਮਹਾਂ ਪਾਪੀ ਆ, ਤੇਰੀ ਵਜ੍ਹਾ ਕਾਰਨ ਮੇਰਾ ਰੱਬ ਨਾਲ ਗੁਰੂ ਨਾਲ ਮੇਲ ਨਹੀਂ ਹੋ ਰਿਹਾ, ਜੇ ਤੂੰ ਮਰ ਜੇ ਤਰਕ ਤਾਂ ਮੇਰਾ ਜਨਮ ਸਫਲਾ ਹੋ ਜੇ। ਤੇ ਤਰਕ ਅੱਗੋਂ ਨਿਮਰਤਾ ਨਾਲ ਕਹਿੰਦਾ ਰਿਹਾ ਕਿ ਤੂੰ ਕਰ ਲਾ ਅਰਦਾਸ ਆਪਦੇ ਰੱਬ ਕੋਲੇ ਵੀ ਮੈਂ ਮਰ ਜਾ, ਪਰ ਜਿੰਨਾ ਚਿਰ ਜਿਉਂਦਾ ਨਾ ਮੈਂ ਸਵਾਲ ਉਠਾਉਂਦਾ ਰਹੂੰਗਾ। ਉਹ ਵੀ ਸ਼ਰਦਾ ਐਨ ਉਸ ਮੌਕੇ ਤੇ ਜਦ ਤੂੰ ਆਪਣੇ ਇਸ਼ਟ ਨਾਲ ਮਿਲਣ ਦੀ ਕੋਸ਼ਿਸ਼ ਕਰੇਗੀ ਉਦੋਂ ਸਵਾਲ ਉਠਾਉਂਗਾ ਐਨ ਮੌਕੇ ਤੇ। ਤੇਰੇ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ, ਪਰ ਮੈਨੂੰ ਸੰਤੁਸ਼ਟ ਕੀਤੇ ਬਿਨਾ ਤੈਨੂੰ ਅੱਗੇ ਨਹੀਂ ਵਧਣ ਦਿਆਂਗਾ, ਇਹ ਮੇਰਾ ਵਾਅਦਾ ਹੈ। ਦੂਜੇ ਪਾਸੇ ਕਿਸੇ ਕਿਤਾਬ ਵਿੱਚੋਂ ਕਿਸੇ ਲਿਖਤ ਵਿੱਚੋਂ ਕੋਈ ਚੰਗਾ ਵਿਚਾਰ ਮਿਲ ਜਾਣਾ, ਮੇਰੇ ਤਰਕ ਨੇ ਕਹਿਣਾ ਵੀ ਦੇਖ ਕਿੰਨਾ ਵਧੀਆ ਵਿਚਾਰ ਹੈ। ਅੱਗੋਂ ਮੇਰੀ ਸ਼ਰਦਾ ਨੇ ਕਹਿਣਾ ਇਹ ਵਿਚਾਰ ਮੇਰੇ ਕਿਸੇ ਕੰਮ ਦਾ ਨਹੀਂ, ਕਿਉਂਕਿ ਇਹ ਵਿਚਾਰ ਮੇਰੇ ਨਾਨਕ ਦਾ ਨਹੀਂ ਹੈ, ਮੇਰੀ ਗੁਰਬਾਣੀ ਦਾ ਨਹੀਂ। ਮੈਂ ਮਰ ਜਾਵਾਂਗੀ, ਪਰ ਜੋ ਗੁਰਬਾਣੀ ਵਿੱਚੋਂ ਨਹੀਂ ਆਇਆ ਉਹ ਮੈਂ ਪ੍ਰਵਾਨ ਨਹੀਂ ਕਰ ਸਕਦਾ, ਉਹ ਨਹੀਂ ਮੰਨਣਾ। ਠੀਕ ਹੈ ਜੀ, ਦੇਖਦੇ ਆ ਵੀ ਇਹ ਦੋਵੇਂ ਸ਼ੇਰ ਤਰਕ ਤੇ ਸ਼ਰਦਾ ਇੱਕ ਦੂਜੇ ਮੂਹਰੇ ਨਤਮਸਤਕ ਕਿੱਦਾਂ ਹੋਏ। ਸ਼ਰਦਾ ਦੀਆਂ ਉਹ ਸਾਰੀਆਂ ਸ਼ਰਤਾਂ ਜਿਹੜੀਆਂ ਤਰਕ ਨੇ ਮੰਨ ਲਈਆਂ, ਪਰ ਕਿਹੜੇ ਅਰਥਾਂ ਵਿੱਚ? ਪਹਿਲੀ ਸ਼ਰਤ,
ਸ਼ਰਧਾ ਦੀ ਵੀ ਰੱਬ ਹੈਗਾ, ਤਰਕ ਨੇ ਮੰਨ ਲਈ। ਦੂਜੀ ਸ਼ਰਧਾ ਦੀ ਸ਼ਰਤ ਸੀਗੀ ਵੀ ਰੱਬ ਨੂੰ ਮਿਲਣਾ ਬਹੁਤ ਜ਼ਰੂਰੀ ਆ, ਤਾਂ ਹੀ ਜੀਵਨ ਸਫਲਾ ਹੋ ਸਕਦਾ। ਇਹ ਵੀ ਤਰਕ ਨੇ ਮੰਨ ਲਈ। ਤੀਜੀ ਸ਼ਰਤ ਸੀਗੀ ਸ਼ਰਧਾ ਦੀ ਵੀ ਰੱਬ ਨੂੰ ਪਹਿਲਾਂ ਅੰਦਰੋਂ ਲੱਭਣਾ ਫੇਰ ਬਾਹਰੋਂ, ਇਹ ਵੀ ਮੰਨ ਲਈ। ਚੌਥੀ ਸ਼ਰਤ ਸ਼ਰਧਾ ਦੀ ਸੀ ਵੀ ਅਰਦਾਸ ਬਹੁਤ ਜ਼ਰੂਰੀ ਆ, ਇਹਦੇ ਬਿਨਾਂ ਤਾਂ ਮਸਲਾ ਹੀ ਨਹੀਂ ਹੱਲ ਹੁੰਦਾ। ਹੁਣ ਸਰੋਤਿਆਂ ਨੂੰ ਬੇਨਤੀ ਆ ਵੀ ਮੇਰੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਕੋਈ ਆਪਦਾ ਤੱਤ ਨਾ ਕੱਢ ਲਿਓ, ਅੰਦਾਜ਼ਾ ਨਾ ਲਾਇਓ। ਹਾਂ, ਚੌਥੀ ਸ਼ਰਤ ਸੀਗੀ ਸ਼ਰਧਾ ਦੀ ਵੀ ਅਰਦਾਸ ਤੋਂ ਬਿਨਾਂ ਕੋਈ ਗੱਲ ਨਹੀਂ ਬਣਨੀ, ਤਰਕ ਨੇ ਉਹ ਵੀ ਮੰਨ ਲਈ ਆ। ਪੰਜਵੀਂ ਸ਼ਰਤ ਸੀਗੀ ਵੀ ਹਰ ਵੇਲੇ ਨਾਮ ਜਪਣਾ, ਤਰਕ ਨੇ ਇਹ ਵੀ ਮੰਨ ਲਈ ਆ। ਛੇਵੀਂ ਗੱਲ ਸੀਗੀ ਵੀ ਕੇਵਲ ਅਰਦਾਸ ਤੇ ਨਾਮ ਜਪਣ ਨਾਲ ਹੀ ਸਹਿਜ ਅਵਸਥਾ ਪ੍ਰਾਪਤ ਹੋਵੇਗੀ, ਫਿਰ ਜਨਮ ਸਫਲਾ ਹੋਵੇਗਾ, ਤਰਕ ਨੇ ਇਹ ਵੀ ਮੰਨ ਲਈ ਆ। ਪਰ ਕਿਹੜੇ ਅਰਥਾਂ ਦੇ ਵਿੱਚ? ਹਾਂਜੀ, ਰੱਬ ਬਾਰੇ ਜਿਹੜੀ ਗੱਲ ਪਿਛਲੇ ਕੁਝ ਸਮੇਂ ਤੋਂ ਢੱਡਰੀਆਂ ਵਾਲਿਆਂ ਨੇ ਕਹਿਣੀ ਸ਼ੁਰੂ ਕੀਤੀ ਹੈ ਕਿ ਰੱਬੀ ਨਿਯਮ, ਕੁਦਰਤ, ਇਹ ਸਾਰਾ ਪਸਾਰਾ ਇਹੀ ਰੱਬ ਹੈ। ਇਹ ਗੱਲ ਜਿੱਥੇ ਬੜੇ ਲੋਕਾਂ ਦੇ ਹਜਮ ਨਹੀਂ ਆਈ ਜਾਂ ਸਮਝ ਨਹੀਂ ਆਈ, ਉੱਥੇ ਬਹੁਤੇ ਲੋਕਾਂ ਨੂੰ ਇਹ ਗੱਲਾਂ ਓਪਰੀਆਂ ਤਾਂ ਵੀ ਲੱਗੀਆਂ ਵੀ ਰੱਬ ਬਾਰੇ ਜੋ ਪ੍ਰਚਲਿਤ ਸ਼ਬਦਾਵਲੀ ਪਹਿਲਾਂ ਹੀ ਮੌਜੂਦ ਹੈ, ਫਿਰ ਉਹਦੇ ਲਈ ਨਵੇਂ ਸ਼ਬਦ, ਨਵੀਆਂ ਟਰਮਾਂ ਵਰਤਣ ਦੀ ਕੀ ਲੋੜ ਹੈ। ਗੁਰਬਾਣੀ ਦੀਆਂ ਜਿਹੜੀਆਂ ਪੰਕਤੀਆਂ ਜਾਂ ਸ਼ਬਦਾਵਲੀ ਬਾਰੇ ਸਾਡੇ ਲੋਕ ਇਹ ਰੌਲਾ ਪਾਉਂਦੇ ਆ ਵੀ ਡੇਰਿਆਂ ਵਾਲਿਆਂ ਨੇ ਸਾਡੀਆਂ ਪੰਕਤੀਆਂ ਤੇ ਸ਼ਬਦਾਵਲੀ ਚੋਰੀ ਕਰਕੇ ਆਪਣੇ ਹੋਰ ਅਰਥਾਂ ਵਿੱਚ ਵਰਤ ਰਹੇ ਆ, ਉਹਨਾਂ ਵਿੱਚੋਂ ਪ੍ਰੈਕਟੀਕਲੀ ਦੇਖੀਏ ਤਾਂ ਪ੍ਰੋਬਲਮ ਤਾਂ ਇਹੀ ਆਉਂਦੀ ਆ ਨਾ ਵੀ ਜਦ ਕਿਸੇ ਟਰਮ ਦੀ ਵਰਤੋਂ ਵੱਡੇ ਪੱਧਰ ਤੇ ਹੋਰ ਅਰਥਾਂ ਵਿੱਚ ਕਰ ਲਈ ਜਾਂਦੀ ਹੈ ਤਾਂ ਆਮ ਬੋਲਚਾਲ ਵਿੱਚ ਅਸੀਂ ਉਹਨਾਂ ਟਰਮਸ ਦੀ ਵਰਤੋਂ ਤੋਂ ਸੰਕੋਚ ਕਰਨ ਲੱਗ ਜਾਂਦੇ ਹਾਂ, ਕਿਉਂਕਿ ਇੱਕ ਤਾਂ ਸਾਨੂੰ ਉਸ ਸ਼ਬਦ ਦਾ ਜਾਂ ਟਰਮ ਦੇ ਵਿੱਚੋਂ ਅਸਲੀ ਅਰਥਾਂ ਵਾਲੀ ਫੀਲਿੰਗ ਆਉਣੋਂ ਹਟ ਜਾਂਦੀ। ਤੁਸੀਂ ਇੱਕ ਸੈਕਿੰਡ ਮੈਂ ਤੁਹਾਨੂੰ ਡਿਸਟਰਬ ਕਰਨਾ ਚਾਹੁੰਦਾ। ਜਿਹੜੀ ਤੁਸੀਂ ਆਹ ਗੱਲ ਕੀਤੀ ਹੈ ਨਾ, ਮੈਂ ਕਿਹਾ ਮੈਂ ਨਾਲ ਐਡ ਕਰਦੇ ਹਾਂ ਥੋੜਾ ਜਿਹਾ, ਸਰੋਤਿਆਂ ਨੂੰ ਕਈ ਵਾਰ ਭੁਲੇਖਾ ਨਾ ਪਵੇ। ਤੁਸੀਂ ਕਹਿੰਦੇ ਆ ਨਾ ਵੀ ਜਦੋਂ ਇਹ ਕਿਹਾ ਜਾਂਦਾ ਵੀ ਜਦੋਂ ਇਹ ਟਰਮੀਨੋਲੋਜੀ ਪਹਿਲਾਂ ਹੈਗੀ ਆ ਸਾਡੇ ਕੋਲ ਤੇ ਹੁਣ ਨਵੀਆਂ ਟਰਮਾਂ ਘੜਨ ਦੀ ਕੀ ਲੋੜ ਆ। ਜਦੋਂ ਗੁਰੂ ਸਾਹਿਬ ਵੇਲੇ ਦੇਖਦੇ ਆ ਤਾਂ ਇਹੀ ਹੋਇਆ। ਜਿਹੜੀਆਂ ਟਰਮਾਂ ਸੀਗੀਆਂ ਨਾ ਸਾਰੀਆਂ ਦੀਆਂ ਸਾਰੀਆਂ ਉਹੀ ਵਰਤੀਆਂ ਨਹੀਂ, ਪਰ ਕਿਉਂਕਿ ਉਹ ਖੁਦ ਸੀਗੇ ਉਹਨੇ ਅਰਥ ਆਪਣੇ ਦੇ ਦਿੱਤੇ। ਹੁਣ ਸਾਡੇ ਲਈ ਪੰਗਾ ਇਹ ਪੈ ਗਿਆ ਵੀ ਜਿਹੜੀਆਂ ਉਹ ਟਰਮਾਂ ਆ ਨਾ, ਜਿਹੜੀਆਂ ਗੁਰੂ ਸਾਹਿਬ ਨੇ ਤਾਂ ਆਪਣੇ ਅਰਥ ਦੇ ਕੇ ਟਰਮਾਂ ਯੂਜ਼ ਕੀਤੀਆਂ ਸੀ। ਹੁਣ ਬਹੁ ਗਿਣਤੀ ਸਾਨੂੰ ਕਹਿੰਦੀ ਆ ਵੀ ਕਿਉਂਕਿ ਉਹ ਟਰਮਾਂ ਹਿੰਦੂ ਦੀਆਂ ਆ ਤੇ ਅਰਥ ਵੀ ਉਹੀ ਮੰਨੋ। ਹੁਣ ਸਾਨੂੰ ਵਿਪਤਾ ਪਈ ਆ, ਹੁਣ ਉਹ ਟਰਮਾਂ ਤਾਂ ਨਵੀਆਂ ਘੜਨੀਆਂ ਪੈਣੀਆਂ ਆ। ਬਿਲਕੁਲ, ਤੁਸੀਂ ਅੱਗੇ ਚੱਲੋ। ਹਾਂਜੀ ਵੀ ਉਹਦੇ ਵਿੱਚੋਂ ਇੱਕ ਤਾਂ ਅਸਲੀ ਅਰਥਾਂ ਵਾਲੀ ਫੀਲਿੰਗ ਆਉਣੋਂ ਹਟ ਜਾਂਦੀ ਹੈ। ਦੂਜਾ ਸਾਨੂੰ ਇਹ ਹੁੰਦਾ ਕਿ ਸਾਹਮਣੇ ਵਾਲਾ ਮੇਰੀ ਗੱਲ ਦੇ ਹੋਰ ਅਰਥ ਹੀ ਨਾ ਸਮਝ ਲਵੇ। ਜਿਵੇਂ ਇੱਕ ਉਦਾਹਰਨ, ਗੁਰਬਾਣੀ ਦਾ ਇੱਕ ਸ਼ਬਦ ਆ ਵੀ ਬੜਾ ਅਸੀਂ ਝੂਮ ਝੂਮ ਕੇ ਸੁਣਦੇ ਹਾਂ ਵੀ ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਇਸ ਪੰਕਤੀ ਵਿੱਚ ਦੋ ਸ਼ਬਦ ਆਏ ਆ, ਪਹਿਲਾ ਸਤ ਸੰਗ ਤੇ ਦੂਜਾ ਸੰਗਤ। ਹੁਣ ਲੱਗਣਾ ਹੋਵੇ ਦੀਵਾਨ, ਜਾਣਾ ਹੋਵੇ ਕਥਾ ਸੁਣਨ, ਤਿਆਰ ਹੋ ਕੇ ਤੁਸੀਂ ਨਿਕਲੋ ਬਾਹਰ ਤੇ ਕੋਈ ਤੁਹਾਨੂੰ ਪੁੱਛ ਲਏ ਵੀ ਅੱਜ ਕਿੱਧਰ ਦੀ ਤਿਆਰੀ, ਤੁਸੀਂ ਕਹਿ ਸਕੋਗੇ ਕਿ ਸਤਸੰਗ ਤੇ ਚੱਲਿਆ ਜਾਂ ਕਹਿ ਸਕੋਗੇ ਵੀ ਸੰਗਤ ਤੇ ਚੱਲਿਆ। ਹਾਲਾਂਕਿ ਦੋਵੇਂ ਸ਼ਬਦ ਅਸੀਂ ਗੁਰਮਤ ਦੇ ਮੰਨਦੇ ਹਾਂ ਤੇ ਦੋਵੇਂ ਸ਼ਬਦ ਦੀਵਾਨ ਸ਼ਬਦ ਦੇ ਸਮਾਨ ਅਰਥਕ ਸ਼ਬਦ ਹੈ। ਹੁਣ ਕੱਲ ਨੂੰ ਕੋਈ ਤੀਜੀ ਧਿਰ ਦੀਵਾਨ ਸ਼ਬਦ ਦੀ ਵਰਤੋਂ ਆਪਣੇ ਸਮਾਗਮਾਂ ਲਈ ਵੱਡੇ ਪੱਧਰ ਤੇ ਕਰਨ ਲੱਗ ਜਾਵੇ। ਹੁਣ ਸਤਸੰਗ ਤਾਂ ਰਾਧਾ ਸੁਆਮੀਆਂ ਨੇ ਵਰਤ ਲਿਆ ਆ। ਤੇ ਸੰਗਤ ਇਹ ਮੇਰੇ ਖਿਆਲ ਸੌਦੇ ਵਾਲੇ ਵਰਤਦੇ ਆ ਨਾ। ਇੱਥੇ ਹੀ ਬਸ ਨਹੀਂ, ਗੁਰਮਤ ਦੀਆਂ ਉਹਨਾਂ ਟਰਮਸ ਜਾਂ ਸ਼ਬਦਾਵਲੀ ਦਾ ਕੀ ਕਰੋਗੇ ਜਿਹੜੀਆਂ ਆਪਣੇ ਆਪ ਨੂੰ ਪੰਥ ਦਾ ਹਿੱਸਾ ਦੱਸਣ ਵਾਲਿਆਂ ਨੇ ਵੱਖਰੇ ਵੱਖਰੇ ਅਰਥਾਂ ਵਾਸਤੇ ਵੱਡੀ ਪੱਧਰ ਤੇ ਵਰਤ ਕੇ ਉਹਨਾਂ ਦਾ ਨਾਸ ਮਾਰ ਦਿੱਤਾ। ਤੇ ਉਹਨਾਂ ਦੇ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਦੇ ਸੱਚ ਦੀ ਫੀਲਿੰਗ ਆਉਣੋਂ ਬੰਦ ਹੋ ਗਈ। ਨਾ ਜੀ ਨਾ,
2016 ਦੀ ਮਈ ਤੋਂ ਲੈ ਕੇ 2018 ਮਈ ਤੱਕ ਸਿਰਫ 2 ਸਾਲ ਦੇ ਵਿੱਚ ਹਾਂਜੀ ਸ਼ਬੀਲ ਸ਼ਬਦ ਇਦਾਂ ਕਹਿਣਾ ਵੀ ਸ਼ਬੀਲ ਲਾਉਣੀ ਆ ਅੱਜ ਹਾਂਜੀ ਹਾਂਜੀ ਗਾਲ ਵਾਂਗ ਲੱਗਣ ਲੱਗ ਪਿਆ ਜਾਣੀ। ਹਾਂਜੀ ਹਾਂਜੀ ਹਾਂਜੀ। ਸੋ ਮੇਰਾ ਮੰਨਣਾ ਇਹ ਹੈ ਵੀ ਗੁਰਬਾਣੀ ਦੇ ਨਜ਼ਰੀਏ ਨੂੰ ਸਮਝ ਕੇ ਜੇ ਅਸੀਂ ਜੀਵਨ ਵਿੱਚ ਲਿਆਉਣਾ ਹੈ ਹਾਂਜੀ ਤਾਂ ਸਾਨੂੰ ਨਵੀਆਂ ਟਰਮਜ਼ ਨਵੀਂ ਸ਼ਬਦਾਵਲੀ ਨੂੰ ਜੀ ਆਇਆ ਕਹਿਣਾ ਹੀ ਪਊਗਾ। ਸੋ ਪਹਿਲੀ ਗੱਲ ਰੱਬ ਦੀ। ਹਾਂਜੀ। ਗੁਰਬਾਣੀ ਵਿੱਚ ਸਪਸ਼ਟ ਫਰਮਾਨ ਦਰਜਨਾਂ ਵਾਰ ਆਏ ਹੈ ਕਿ ਪ੍ਰਮਾਤਮਾ ਆਪ ਹੀ ਸ੍ਰਿਸ਼ਟੀ ਬਣ ਕੇ ਬੈਠਾ ਹੈ। ਅਨਕ ਰੂਪ ਹੋਏ ਪਸਰਿਆ ਨਾਨਕ ਏਕ ਓੰਕਾਰ। ਸੋ ਕਰਤਾ ਪੁਰਖ ਕੁਦਰਤ ਜਾਂ ਸਾਰਾ ਪਸਾਰਾ ਹਾਂਜੀ ਜੋ ਹੈ ਉਹ ਬਣ ਕੇ ਆਪ ਹੀ ਬੈਠਾ ਹੈ। ਸੋ ਉਸ ਤੋਂ ਬਾਅਦ ਗੱਲ ਆਉਂਦੀ ਹੈ ਇਸ ਰੱਬ ਨੂੰ ਮਿਲਣ ਦੀ। ਜਦ ਰੱਬ ਦੀ ਡੈਫੀਨੇਸ਼ਨ ਅਸੀਂ ਇਹ ਮੰਨ ਲਈ ਕਿ ਉਹ ਆਪ ਹੀ ਕਰਤਾ ਬਣ ਕੇ ਸ੍ਰਿਸ਼ਟੀ ਬਣ ਕੇ ਸਾਰਾ ਪਸਾਰਾ ਬਣ ਕੇ ਪਸਰਿਆ ਹੋਇਆ ਹੈ। ਹਾਂਜੀ। ਜਦ ਏਕ ਓੰਕਾਰ ਅਨਕ ਰੂਪ ਹੋਏ ਪਸਰਿਆ ਹੈ ਤਾਂ ਇਸ ਦੇ ਅਨਕ ਰੂਪਾਂ ਵਿੱਚੋਂ ਸਾਡੇ ਜੀਵਨ ਦੌਰਾਨ ਜਿਹੜੇ ਵੀ ਰੂਪਾਂ ਨਾਲ ਸਾਡਾ ਵਾਹ ਪੈ ਰਿਹਾ ਇਹਦੇ ਪਰਮਾਤਮਾ ਦੇ ਅਨਕ ਰੂਪ ਹੋਏ ਪਸਰਿਆ ਤੇ ਉਹਦੇ ਅਨਕ ਰੂਪਾਂ ਵਿੱਚੋਂ ਜਿਹੜੇ ਰੂਪਾਂ ਨਾਲ ਸਾਡਾ ਵਾਹ ਪੈ ਰਿਹਾ ਉਸ ਨਾਲ ਇੱਕਮਿਕ ਹੋਣਾ ਇੱਕਮਿਕ ਹੋ ਕੇ ਚੱਲਣਾ ਹੀ ਰੱਬ ਨਾਲ ਮਿਲਣਾ ਹੈ। ਗੁਰਬਾਣੀ ਵਿੱਚ ਰੱਬ ਦਾ ਮਿਲਣਾ ਇਉਂ ਦੱਸਿਆ ਹੈ ਕਿ ਗੁਰ ਕਿਰਪਾ ਜਿਹ ਨਰ ਕਉ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ। ਜਿਵੇਂ ਪਾਣੀ ਨਾਲ ਇੱਕਮਿਕ ਹੋ ਜਾਂਦਾ ਹੈ ਤਿਵੇਂ ਅਸੀਂ ਰੱਬੀ ਪਸਾਰੇ ਨਾਲ ਇੱਕਮਿਕ ਹੋਣਾ ਹੋ ਜਾਈਏ ਜਿਵੇਂ ਪਾਣੀ ਨਾਲ ਇੱਕਮਿਕ ਹੋਇਆ। ਹੁਣ ਸਵਾਲ ਇਹ ਹੈ ਵੀ ਪਰਮਾਤਮਾ ਰੂਪੀ ਇਸ ਸਾਰੇ ਪਸਾਰੇ ਚੋਂ ਹਾਂਜੀ ਸਾਡੇ ਨਾਲ ਵਾਹ ਵਾਸਤਾ ਰੱਖਣ ਵਾਲੇ ਜਿਹੜੇ ਰੂਪ ਹੈ ਅਨਕ ਰੂਪਾਂ ਦੇ ਵਿੱਚੋਂ ਹਾਂਜੀ ਕਿਹੜੇ ਹਿੱਸੇ ਨਾਲ ਇੱਕਮਿਕ ਹੋਣ ਵਿੱਚ ਸਾਨੂੰ ਪ੍ਰੋਬਲਮ ਆ ਰਹੀ ਹੈ ਤੇ ਕਿਹੜੇ ਹਿੱਸੇ ਨਾਲ ਇੱਕਮਿਕ ਰੂਪ ਅਸੀਂ ਜਿਹੜੇ ਹੈਗੇ ਸਹਿਜ ਰੂਪ ਚ ਹੋ ਜਾਂਦੇ ਹਾਂ। ਇਸ ਨੂੰ ਸਮਝਣ ਵਾਸਤੇ ਰੱਬ ਰੂਪ ਇਸ ਪਸਾਰੇ ਨੂੰ ਅਸੀਂ 2 ਹਿੱਸਿਆਂ ਚ ਵੰਡ ਕੇ ਦੇਖਦੇ ਹਾਂ। ਰੱਬ ਰੂਪ ਪਸਾਰੇ ਦਾ ਜਿਹੜਾ ਪਹਿਲਾ ਹਿੱਸਾ ਇਹਦੇ ਵਿੱਚ ਸਾਡਾ ਆਪਣਾ ਪਰਿਵਾਰ ਰਿਸ਼ਤੇਦਾਰ ਗਵਾਂਢ ਤੇ ਸਮਾਜ ਵਿੱਚੋਂ ਜਿਹੜੇ ਵੀ ਵਿਅਕਤੀ ਨਾਲ ਸਾਡਾ ਕੋਈ ਵਾਹ ਵਾਸਤਾ ਪੈਂਦਾ ਇਹ ਇੱਕ ਭਾਗ ਹੈ ਰੱਬੀ ਪਸਾਰੇ ਦਾ ਪਹਿਲਾ ਭਾਗ ਜਿਹਦੇ ਨਾਲ ਅਸੀਂ ਇੱਕਮਿਕ ਹੋਣਾ ਹੈ। ਦੂਜਾ ਭਾਗ ਹੈ ਇਹਦੇ ਤੋਂ ਬਿਨਾ ਹੋਰ ਬਾਕੀ ਸਾਰਾ ਪਸਾਰਾ ਜਿਵੇਂ ਅੱਗ ਪਾਣੀ ਹਵਾ ਧਰਤੀ ਮੌਸਮ ਜੀਵਨ ਲਈ ਸਾਰਾ ਸਾਜੋ ਸਮਾਨ ਸਾਰੇ ਕੁਦਰਤੀ ਨਿਯਮ ਜਿਹੜੇ ਵੀ ਲਾਅ ਆਫ ਨੇਚਰ ਹੈ ਇਹਨਾਂ ਨਾਲ ਅਸੀਂ ਕਿਵੇਂ ਇੱਕਮਿਕ ਹੋਣਾ। ਇਹ 2 ਭਾਗ ਹੋ ਗਏ। ਹੁਣ ਇਸ ਸਾਰੇ ਰੱਬੀ ਪਸਾਰੇ ਨਾਲ ਇੱਕਮਿਕ ਹੋਣਾ ਇਸ ਗੱਲ ਤੇ ਨਿਰਭਰ ਕਰਦਾ ਹੈ। ਮਿਲਣਾ ਨਾ ਅਸੀਂ ਇਸ ਪਸਾਰੇ ਨੂੰ ਇੱਕਮਿਕ ਹੋਣਾ ਉਹ ਨਿਰਭਰ ਇਸ ਗੱਲ ਤੇ ਕਰਦਾ ਵੀ ਇਸ ਰੱਬੀ ਪਸਾਰੇ ਨਾਲ ਅਸੀਂ ਵਿਚਰਦੇ ਕਿੱਦਾਂ ਹਾਊ ਟੂ ਡੀਲ ਅਸੀਂ ਇਹਦੇ ਨਾਲ ਕਿੱਦਾਂ ਡੀਲ ਕਰਦੇ ਆਂ ਵੀ ਇੱਕਮਿਕ ਹੋ ਜਾਈਏ। ਆਪਣੀ ਜ਼ਿੰਦਗੀ ਦੇ ਰਾਹ ਵਿੱਚ ਆਉਣ ਵਾਲੇ ਹਰ ਵਿਅਕਤੀ ਹਰ ਵਸਤੂ ਤੇ ਹਰ ਹਾਲਾਤ ਨਾਲ ਅਸੀਂ ਕਿੱਦਾਂ ਡੀਲ ਕਰਦੇ ਆਂ ਕਿੱਦਾਂ ਇੱਕਮਿਕ ਹੁੰਦੇ। ਹਾਂਜੀ। ਹੁਣ ਤਵੇ ਤੇ ਰੋਟੀ ਥੱਲਣ ਵੇਲੇ ਤਵੇ ਨਾਲ ਕਿੱਦਾਂ ਡੀਲ ਕਰਨਾ ਕਿੱਦਾਂ ਇੱਕਮਿਕ ਹੋਣਾ। ਕੱਚ ਦਾ ਗਲਾਸ ਜੇ ਸਾਬਤਾ ਹੈ ਉਹ ਚੱਕਣ ਵੇਲੇ ਉਹਦੇ ਨਾਲ ਇੱਕਮਿਕ ਕਿੱਦਾਂ ਹੋਣਾ ਤੇ ਜੇ ਹੱਥੋਂ ਡਿੱਗ ਕੇ ਟੁੱਟ ਜਾਵੇ ਫਿਰ ਟੁੱਟੇ ਟੁਕੜਿਆਂ ਨਾਲ ਕਿੱਦਾਂ ਡੀਲ ਕਰਨਾ ਉਹਦੇ ਨਾਲ ਹੱਥ ਸਾਡਾ ਇੱਕਮਿਕ ਕਿੱਦਾਂ ਹੋਊਗਾ। ਇਹ ਸਾਰਾ ਕੁਝ ਇੱਕ ਲੜਕੀ ਆਪਣੀ ਮਾਂ ਤੋਂ ਸਿੱਧੀ ਸਿੱਖ ਜਾਂਦੀ ਹੈ। ਹਾਂਜੀ। ਕਿਉਂਕਿ ਮਾਂ ਨੂੰ ਇਹਨਾਂ ਵਸਤਾਂ ਨਾਲ ਵਿਚਰਦੀ ਨੂੰ ਇੱਕਮਿਕ ਹੋਈ ਨੂੰ 10-15 ਸਾਲ ਜਾਂ ਵੱਧ ਸਾਲ ਹੋ ਗਏ ਆ। ਉਹ ਗਰਮ ਤਵੇ ਨਾਲ ਤਿੱਖੀ ਕਰਦ ਨਾਲ ਚਾਕੂ ਨਾਲ ਸੂਈ ਨਾਲ ਇੰਨਾ ਇੱਕਮਿਕ ਹੋ ਗਈ ਕਿ ਤਵਾ ਉਸ ਦੀਆਂ ਉਂਗਲਾਂ ਨੂੰ ਸਾੜਦਾ ਨਹੀਂ ਚਾਕੂ ਉਸ ਦੇ ਅੰਗੂਠੇ ਨੂੰ ਕੁਝ ਨਹੀਂ ਕਹਿੰਦਾ। ਪਰ ਇਸ ਤੋਂ ਬਿਨਾਂ ਰੱਬੀ ਪਸਾਰੇ ਦੇ ਇਸ ਦੂਜੇ ਹਿੱਸੇ ਜਿਵੇਂ ਅੱਗ ਪਾਣੀ ਮੌਸਮ ਅਤੇ ਹੋਰ ਕੁਦਰਤੀ ਨਿਯਮਾਂ ਨਾਲ ਇੱਕਮਿਕ ਕਿੱਦਾਂ ਹੋਣਾ ਅਸੀਂ ਆਪਣੇ ਭੈਣਾਂ ਭਰਾਵਾਂ ਸਹਿਯੋਗੀਆਂ ਤੇ ਮਾਤਾ ਪਿਤਾ ਤੋਂ ਸਹਿਜੇ ਸਿੱਖ ਜਾਂਦੇ ਹਾਂ।
ਆਪਾਂ ਦੇਖਿਆ ਵੀ ਗਰਮ ਤਵੇ ਨਾਲ ਕਿੱਦਾਂ ਡੀਲ ਕਰਨਾ ਹੈ, ਕਿੱਦਾਂ ਇੱਕ ਮਿਕ ਹੋਣਾ। ਇਹ ਤਾਂ ਇੱਕ ਲੜਕੀ ਆਪਣੀ ਮਾਂ ਤੋਂ ਸਹਿਜੇ ਸਿੱਖ ਗਈ, ਪਰ ਰੱਬੀ ਪਸਾਰੇ ਦੇ ਪਹਿਲੇ ਹਿੱਸੇ ਵੀ ਘਰ ਵਾਲੇ ਨਾਲ ਕਿੱਦਾਂ ਡੀਲ ਕਰਨਾ ਹੈ, ਬੱਚਿਆਂ ਨਾਲ ਕਿੱਦਾਂ ਡੀਲ ਕਰਨਾ, ਗੁਆਂਢ ਵਿੱਚ ਕਿੱਦਾਂ ਵਿਚਰਨਾ, ਇਹ ਕਿੱਥੋਂ ਸਿੱਖੇ? ਇਹ ਤਾਂ ਮਾਂ ਨੂੰ ਵੀ ਨਹੀਂ ਆਇਆ, 80 ਸਾਲ ਦੀ ਦਾਦੀ ਨੂੰ ਵੀ ਨਹੀਂ ਆਇਆ। ਔਖੇ ਹਾਲਾਤਾਂ ਨਾਲ ਇੱਕ ਮਿਕ ਕਿੱਦਾਂ ਹੋਣਾ, ਇਹ ਕਿੱਥੋਂ ਸਿੱਖੇ? ਇਹ ਪਿਓ ਨੂੰ ਨਹੀਂ ਆਇਆ, ਦਾਦੇ ਨੂੰ ਨਹੀਂ ਆਇਆ। ਅਜੇ ਤੱਕ ਕੋਈ ਆਸ-ਪਾਸ ਦਿਸਿਆ ਨਹੀਂ ਵੀ ਕਿੱਥੋਂ ਸਿੱਖੇ। ਇੱਥੇ ਲੋੜ ਪੈਣੀ ਆ ਗੁਰਬਾਣੀ ਦੇ ਨਜ਼ਰੀਏ ਦੀ, ਗੁਰੂ ਨਾਨਕ ਪਾਤਸ਼ਾਹ ਦੇ ਮਨੋਵਿਗਿਆਨ ਦੀ। ਕਿਉਂਕਿ ਜੋ ਸਮੱਸਿਆ ਸਾਨੂੰ ਆਪਣੇ ਪਰਿਵਾਰ ਨਾਲ, ਸਮਾਜ ਨਾਲ ਡੀਲਿੰਗ ਦੌਰਾਨ ਆਉਂਦੀ ਹੈ ਅਤੇ ਫਰਸਟ੍ਰੇਸ਼ਨ ਨਾਲ ਇੱਕ ਸੋਹਣਾ ਜੀਵਨ ਬੋਝ ਬਣ ਜਾਂਦਾ ਹੈ। ਕੀ ਇਹ ਸਮੱਸਿਆ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਦੇ ਸਿੱਖਾਂ ਨੂੰ ਨਾ ਆਉਂਦੀ ਹੋ? ਪੱਕੀ ਜੀ। ਜਿੱਡਾ ਵੱਡਾ ਟਾਰਗੇਟ ਲੈ ਕੇ ਗੁਰੂ ਨਾਨਕ ਪਾਤਸ਼ਾਹ ਤੁਰੇ ਆ, ਐਡੀ ਵੱਡੀ ਲਹਿਰ ਖੜੀ ਕੀਤੀ ਹੈ, ਉਹਦੇ ਪਾਂਧਿਆਂ ਨੂੰ ਜੀਵਨ ਦੌਰਾਨ ਆਉਂਦੀਆਂ ਮੁਸ਼ਕਲਾਂ, ਟੈਨਸ਼ਨਾਂ, ਫਰਸਟ੍ਰੇਸ਼ਨ ਤੋਂ ਬਚਾਉਣ ਲਈ ਜੋ ਨਜ਼ਰੀਆ ਉਹਨਾਂ ਨੇ ਦਿੱਤਾ ਹੈ, ਉਹਦੀ ਸਫਲਤਾ ਸਾਨੂੰ ਪਤਾ ਹੈ। ਕਾਮਨ ਸੈਂਸ ਨਾਲ ਵੀ ਜੇ ਵਿਚਾਰੀਏ ਤਾਂ 239 ਸਾਲ ਦੀ ਉਸ ਲੋਕ ਲਹਿਰ ਚੋਂ ਜਿਹੜੇ ਉੱਚੇ ਸੁੱਚੇ ਕਿਰਦਾਰ ਨਿਕਲ ਕੇ ਆਏ ਆ, ਇਹਨਾਂ ਸਮੱਸਿਆਵਾਂ ਨੂੰ ਕਾਬੂ ਕੀਤੇ ਬਿਨਾਂ ਇਹ ਸਫਲਤਾ ਸੰਭਵ ਨਹੀਂ ਹੋ ਸਕਦੀ। ਨਹੀਂ ਜੀ। ਗੁਰਬਾਣੀ ਵਿੱਚ ਜਦੋਂ ਵੀ ਰੱਬ ਦੀ ਗੱਲ ਆਈ ਹੈ, ਉਸ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਵੇਖੀ ਹੈ। ਵੀ ਜਦੋਂ ਤਾਂ ਗੱਲ ਉਹਦੀ ਵਿਸ਼ਾਲਤਾ ਦੀ, ਉਹਦੇ ਬੇਅੰਤ ਹੋਣ ਦੀ ਆਊਗੀ, ਉਦੋਂ ਗੱਲ ਦੀਪਾਂ, ਲੋਆਂ, ਮੰਡਲਾਂ, ਖੰਡਾਂ, ਵਰਭੰਡਾਂ ਤੋਂ ਸ਼ੁਰੂ ਹੋ ਕੇ ਕਰੋੜਾਂ ਬ੍ਰਹਮੰਡਾਂ ਵਿੱਚ ਦੀ ਲੰਘਦੀ ਆਪੇ ਜਾਏ ਆਪ ਤੇ ਆ ਕੇ ਰੁਕੂਗੀ। ਪਰ ਜਦੋਂ ਵੀ ਗੱਲ ਰੱਬ ਨੂੰ ਮਿਲਣ ਦੀ ਆਊਗੀ, ਉਦੋਂ ਗੁਰਬਾਣੀ ਵਿਚਲਾ ਨਜ਼ਰੀਆ ਇਸ ਗੱਲ ਤੇ ਪੂਰੀ ਤਰ੍ਹਾਂ ਦ੍ਰਿੜ ਹੈ ਕਿ ਤੈਨੂੰ ਤੇਰੇ ਅੰਦਰੋਂ ਮਿਲੇਗਾ। ਜਿਵੇਂ ਪਹਿਲਾ ਪ੍ਰਮਾਣ, ਅੰਦਰ ਵਸਤ ਮੂਹਰਾ ਬਾਹਰ ਭਾਲੇ। ਦੂਜਾ ਪ੍ਰਮਾਣ, ਬਾਹਰ ਭਾਲੇ ਸੋ ਕਿਆ ਲਹੈ, ਵੱਥ ਘਰੈ ਅੰਦਰ ਪਾਈ। ਤੀਜਾ ਪ੍ਰਮਾਣ, ਛੋ ਨੇੜੇ ਧਨ ਕਮਲੀਏ, ਬਾਹਰ ਕਿਆ ਢੂੰਡੇ। ਚੌਥਾ ਪ੍ਰਮਾਣ, ਸਰੀਰੋਂ ਭਾਲਣ ਕੋ ਬਾਹਰ ਜਾਏ, ਨਾਮ ਨਾ ਲਹੈ ਬਹੁਤ ਵੇਗਾਰ ਦੁੱਖ ਪਾਏ। ਗੱਲ ਚਾਰਾਂ ਪ੍ਰਮਾਣਾਂ ਦੀ ਨਹੀਂ। ਇਸ ਵਿਸ਼ੇ ਤੇ ਤਾਂ ਜੇ ਕਿਸੇ ਨੂੰ ਸ਼ੱਕ ਹੋਵੇ 400 ਪ੍ਰਮਾਣ ਵੀ ਮਿਲ ਜਾਣਗੇ, ਇਦੋਂ ਵੱਧ ਵੀ, ਕਿ ਪਰਮਾਤਮਾ ਅੰਦਰੋਂ ਮਿਲੇਗਾ। ਹੁਣ ਗੱਲ ਕਿਉਂਕਿ ਸਾਰੀ ਆਪਾਂ ਕਾਮਨ ਸੈਂਸ ਦੇ ਲੈਵਲ ਤੇ ਕਰਨੀ ਹੈ। ਜੇ ਕੋਈ ਮੈਨੂੰ ਪੁੱਛ ਲਵੇ ਬਈ ਤੇਰਾ ਨਾਨਕ ਇੱਕ ਪਾਸੇ ਤਾਂ ਕਹਿੰਦਾ ਹੈ ਵੀ ਰੱਬ ਦੀਪਾਂ, ਲੋਆਂ, ਮੰਡਲਾਂ, ਕਰੋੜਾਂ ਬ੍ਰਹਮੰਡਾਂ ਤੱਕ ਫੈਲਿਆ ਹੋਇਆ, ਸਾਰਾ ਪਸਾਰਾ ਬਣ ਕੇ ਉਹ ਆਪ ਬੈਠਾ ਹੈ। ਜੇ ਪਸਾਰੇ ਨਾਲ ਇੱਕ ਮਿਕ ਹੋਣਾ ਹੀ ਰੱਬ ਨੂੰ ਮਿਲਣਾ, ਤਾਂ ਵੀ ਸਾਰੀ ਪ੍ਰੋਬਲਮ ਤਾਂ ਰੱਬੀ ਪਸਾਰੇ ਦੇ ਜਿਹੜੇ ਰੂਪਾਂ ਪਰਿਵਾਰ ਤੇ ਸਮਾਜ ਨਾਲ ਡੀਲਿੰਗ ਦੌਰਾਨ ਆ ਰਹੀ ਹੈ, ਵੀ ਉਹਦੇ ਨਾਲ ਪਰਿਵਾਰ ਤੇ ਸਮਾਜ ਨਾਲ ਇੱਕ ਮਿਕ ਕਿੱਦਾਂ ਹੋਣਾ। ਪ੍ਰੋਬਲਮ ਤਾਂ ਇੱਥੇ ਹੈ। ਦੂਜੇ ਪਾਸੇ ਕਹਿ ਰਹੇ ਆ ਕਿ ਰੱਬ ਸਰੀਰ ਦੇ ਅੰਦਰੋਂ ਮਿਲੂਗਾ। ਇਹਦੀ ਐਪਲੀਕੇਬਿਲਿਟੀ ਕੀ ਹੈ? ਇਹਦੀ ਲਾਗੂ ਹੋਣ ਯੋਗਤਾ, ਇਹਦੀ ਪ੍ਰੈਕਟੀਕਲਿਟੀ ਦੱਸੋ। ਕੋਈ ਬਾਹਰਲਾ ਪੁੱਛੇ ਨਾ ਪੁੱਛੇ, ਪਰ ਮੇਰਾ ਅੰਦਰਲਾ ਤਰਕ ਮੈਨੂੰ ਪਹਿਲਾਂ ਪੁੱਛਦਾ ਜੀ। ਹੁਣ ਸਮੱਸਿਆ ਇਹ ਹੈ ਵੀ ਬਈ ਰੱਬੀ ਪਸਾਰੇ ਦੇ ਰੂਪ ਹੈ ਜਿਹੜੇ ਪਰਿਵਾਰ, ਸਮਾਜ ਤੇ ਹਰ ਤਰ੍ਹਾਂ ਦੇ ਹਾਲਾਤ ਨਾਲ ਡੀਲ ਕਰਨ ਵਿੱਚ, ਇੱਕ ਮਿਕ ਹੋਣ ਵਿੱਚ ਜੋ ਦਿੱਕਤ ਆ ਰਹੀ ਹੈ, ਉਹਦੇ ਵਿੱਚੋਂ ਸਵਾਲ ਇਹ ਨਿਕਲਦਾ ਵੀ ਡੀਲ ਕਰਨਾ ਕਿਹਨੇ ਆ, ਇੱਕ ਮਿਕ ਹੋਣਾ ਕਿਹਨੇ ਆ। ਮਨ ਨੇ ਹੋਣਾ ਨਾ, ਉਹ ਮਨ, ਜੇ ਉਹ ਮਨ ਜਿਹਨੇ ਇੱਕ ਮਿਕ ਹੋਣਾ, ਉਹ ਤਾਂ ਆਪਦਾ ਮੂਲ ਸਰੂਪ ਭੁੱਲ ਕੇ ਮੰਗਤਾ ਬਣਿਆ ਫਿਰਦਾ ਦਰ। ਜੇ ਕਿਸੇ ਥਾਣੇਦਾਰ ਦੀ ਯਾਦਾਸ਼ਤ ਚਲੀ ਜਾਵੇ, ਉਹ ਭੁੱਲ ਜਾਵੇ ਕਿ ਮੈਂ ਥਾਣੇਦਾਰ ਹਾਂ, ਉਹ ਭੁੱਲ ਹੀ ਜਾਵੇ। ਫਿਰ ਉਸ ਤੋਂ ਇਹ ਆਸ ਰੱਖਣੀ ਕਿ ਇੰਚਾਰਜ ਹੋਣ ਦੇ ਨਾਤੇ ਥਾਣੇ ਦੇ ਹਰ ਹਾਲਾਤ ਨਾਲ ਇੱਕ ਮਿਕ ਹੋ ਕੇ ਚੱਲ, ਸੰਭਵ ਹੈ? ਨਾ ਜੀ। ਜੇ ਟੀਚਰ ਦੀ ਯਾਦਾਸ਼ਤ ਚਲੀ ਜਾਵੇ, ਉਹ ਇਹ ਭੁੱਲ ਹੀ ਜਾਵੇ ਕਿ ਮੈਂ ਟੀਚਰ ਹਾਂ, ਫਿਰ ਉਸ ਤੋਂ ਕਲਾਸ ਇੰਚਾਰਜ ਹੋਣ ਦੇ ਨਾਤੇ ਆਸ ਰੱਖੀ ਜਾਵੇ ਕਿ ਬੱਚਿਆਂ ਨਾਲ, ਸਿਲੇਬਸ ਨਾਲ ਇੱਕ ਮਿਕ ਹੋ ਕੇ ਚੱਲ, ਸੰਭਵ ਹੈ? ਨਹੀਂ ਜੀ।
ਇੱਕ ਸ਼ਬਦ ਹੈ ਗੁਰਬਾਣੀ ਦਾ, ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਭਇਆ ਭਿਖਾਰੀ, ਅਸ਼ਟਰ ਰਾਜ ਬਿਸ਼ਰਤ ਦੁੱਖ ਪਾਇਆ, ਸੋ ਗਤ ਭਈ ਹਮਾਰੀ। ਵੈਸੇ ਤਾਂ ਇਸ ਸ਼ਬਦ ਨਾਲ ਸਾਖੀ ਵੀ ਸੁਣੀ ਸੀ ਬਹੁਤ ਪਹਿਲਾਂ। ਇੱਕ ਰਾਜਾ ਸੀ, ਉਹ ਸੁਪਨੇ ਚ ਭਿਖਾਰੀ ਬਣ ਗਿਆ, ਜਦੋਂ ਤੱਕ ਸੁਪਨਾ ਚੱਲਿਆ ਉਹਨੇ ਬਹੁਤ ਦੁੱਖ ਭੋਗਿਆ ਵਗੈਰਾ ਵਗੈਰਾ। ਕੋਈ ਇਸ ਤਰ੍ਹਾਂ ਦਾ ਰਾਜਾ ਇਤਿਹਾਸ ਵਿੱਚ ਹੋਇਆ ਜਾਂ ਨਹੀਂ ਹੋਇਆ, ਮੈਨੂੰ ਇਹਦੇ ਨਾਲ ਕੋਈ ਮਤਲਬ ਨਹੀਂ। ਮੇਰਾ ਮਤਲਬ ਖਾਸ ਤੌਰ ਤੇ ਦੂਜੀ ਪੰਕਤੀ ਦਾ ਆਖਰੀ ਅੱਧ ਹੈ, ਜਿਸ ਵਿੱਚ ਲਿਖਿਆ ਹੈ ਸੋ ਗਤ ਭਈ ਹਮਾਰੀ। ਭਾਵ ਕਿ ਜਿਵੇਂ ਰਾਜਾ ਸੁਪਨੇ ਵਿੱਚ ਮੰਗਤਾ ਬਣ ਕੇ ਦੁੱਖ ਪਾਉਂਦਾ ਹੈ, ਉਹੀ ਅਵਸਥਾ ਸਾਡੀ ਵੀ ਹੈ। ਭਾਵ ਸਾਡਾ ਮਨ, ਸਾਡਾ ਬ੍ਰੇਨ ਇਸ ਸਰੀਰ ਰੂਪੀ ਧਰਤੀ ਦਾ ਸਲਤਨਤ ਦਾ, ਸਰੀਰ ਰੂਪੀ ਸਲਤਨਤ ਦਾ ਨਰਪਤ ਹੈ, ਬਾਦਸ਼ਾਹ ਹੈ, ਜਿਹੜਾ ਮੰਗਤਾ ਬਣਾ ਸਕਦਾ। ਆਓ ਇਹਦੀ ਬਾਦਸ਼ਾਹੀ ਦੇਖੀਏ। ਅਜੇ ਤਾਂ ਕਿਉਂਕਿ ਉਦਾਹਰਨ ਬਿਨਾਂ ਗੱਲ ਨਹੀਂ ਸਮਝ ਆਉਣੀ। ਅਜੇ ਤਾਂ ਕੱਲ ਦੀਆਂ ਗੱਲਾਂ, ਜੇ ਮੈਂ ਗਲਤ ਨਾ ਹੋਵਾਂ ਤਾਂ 1985-90 ਤੱਕ ਪਿੰਡਾਂ ਦੀਆਂ ਡਿਸਪੈਂਸਰੀਆਂ ਵਿੱਚ ਪੈਨਸਲੀਨ ਦੇ ਟੀਕੇ ਆਮ ਲੱਗਦੇ ਸੀ। ਪੈਨਸਲੀਨ ਦਾ ਅਸਰ ਕਿਉਂਕਿ ਬੜਾ ਕਾਰਗਰ ਸੀ, ਛਾਤੀ ਦੀ ਇਨਫੈਕਸ਼ਨ, ਵਿਗੜੇ ਜ਼ਖਮਾਂ ਦੇ ਕੇਸਾਂ ਵਿੱਚ ਤਾਂ ਪਿੰਡਾਂ ਵਾਲੇ ਆਮ ਕਹਿੰਦੇ ਸੀ ਵੀ ਜੇ ਮਾਫਕ ਆ ਗਈ ਪੈਨਸਲੀਨ ਤਾਂ ਘਿਓ ਵਾਂਗੂ ਲੱਗੂ। ਹੁਣ ਜਦੋਂ ਡਾਕਟਰ ਨੂੰ ਵੀ ਪਤਾ ਵੀ 10 ਦਿਨ ਲਗਾਤਾਰ ਪੈਨਸਲੀਨ ਲੱਗਣੀ ਹੈ, ਇਹ ਥੋੜਾ ਵੀ ਇੱਕ ਦਿਨ ਟੈਸਟ ਕਰ ਲਈ, ਹਰ ਰੋਜ਼ ਅੰਦਰ ਚੱਲਦੇ ਰੱਬੀ ਸਿਸਟਮ ਦੇ ਹੈਡ ਬ੍ਰੇਨ ਸਾਹਿਬ ਤੋਂ ਮਨਜ਼ੂਰੀ ਲੈਣੀ ਪੈਂਦੀ ਆ। ਹੁਣ ਇਹਨੂੰ ਇਸ ਰੂਪ ਵਿੱਚ ਵਿਚਾਰੋ, ਬ੍ਰੇਨ ਇੱਕ ਰਾਜਾ, ਸਰੀਰ ਉਹਦੀ ਰਿਆਸਤ ਹੈ, ਉਹਦੀ ਰਿਆਸਤ ਵਿੱਚ ਪੈਨਸਲੀਨ ਦੀ ਐਂਟਰੀ ਲਈ ਟੈਸਟ ਦੇ ਰੂਪ ਵਿੱਚ ਹਰ ਰੋਜ਼ ਮਨਜ਼ੂਰੀ ਮੰਗੀ ਜਾਂਦੀ ਹੈ। 15 ਮਿੰਟਾਂ ਬਾਅਦ ਮਨਜ਼ੂਰੀ ਆਉਣ ਤੇ ਹੀ ਪੈਨਸਲੀਨ ਸਰੀਰ ਰੂਪੀ ਰਿਆਸਤ ਵਿੱਚ ਦਾਖਲ ਹੋ ਸਕਦੀ ਹੈ। ਇਹ ਤਾਂ ਪੁਰਾਣੀ ਗੱਲ ਹੈ। ਅੱਜ ਦੀ ਲੈ ਲਵੋ, ਦੁਨੀਆ ਦਾ ਸਭ ਤੋਂ ਵੱਡਾ ਹਸਪਤਾਲ ਹੋਵੇ, ਦੁਨੀਆ ਤੇ ਸਭ ਤੋਂ ਸਾਰਿਆਂ ਤੋਂ ਟੌਪ ਦਾ ਸਰਜਨ ਹੋਵੇ, ਮਰੀਜ਼ ਦੇ ਆਪਣੇ ਪੱਟ ਚੋਂ ਮਾਸ ਕੱਢ ਕੇ ਉਸਦੇ ਆਪਣੇ ਹੀ ਸਰੀਰ ਦੇ ਕਿਸੇ ਡੂੰਘੇ ਜ਼ਖਮ ਵਾਲੇ ਹਿੱਸੇ ਵਿੱਚ ਪਾਉਣਾ ਹੋਵੇ। ਸਰੀਰ ਰੂਪੀ ਰਿਆਸਤ ਦੇ ਮਾਲਕ ਬ੍ਰੇਨ ਸਾਹਿਬ ਦੇ ਭਾਣੇ ਨੂੰ ਸਮਝਣ ਵਾਸਤੇ ਕਿੰਨੀ ਵੰਨੀ ਦੇ ਟੈਸਟ, ਉਹਦੇ ਭਾਣੇ ਮੁਤਾਬਕ ਚੱਲਣ ਵਾਸਤੇ ਟੌਪ ਦਾ ਮੈਡੀਕਲ ਅਮਲਾ ਕਿੰਨੀ ਸੂਝ-ਮੂਝ ਮੁਤਾਬਕ ਚੱਲਦਾ। ਪਰ ਜੇ ਕਿਤੇ ਬ੍ਰੇਨ ਸਾਹਿਬ ਦੀ ਰਿਆਸਤ ਉਹਦੇ ਸਰੀਰ ਅੰਦਰਲੇ ਭਾਣੇ ਵਿਰੁੱਧ ਥੋੜੀ ਜਿਹੀ ਵੀ ਚੂਕ ਰਹਿ ਜਾਵੇ ਤਾਂ ਪ੍ਰਵਾਨ ਨਹੀਂ ਕਰਦਾ। ਮਰੀਜ਼ ਦੇ ਆਪਣੇ ਹੀ ਪੱਟ ਵਿੱਚੋਂ ਕੱਢ ਕੇ ਪਾਇਆ ਮਾਸ ਵੀ ਗਲ ਜਾਂਦਾ, ਪ੍ਰਵਾਨ ਨਹੀਂ ਕਰਦਾ। ਉਹਨੂੰ ਪਰਵਾਹ ਥੋੜਾ ਕਿਸੇ ਦੀ। ਹੁਣ ਤੁਸੀਂ ਇਮੈਜਨ ਕਰਕੇ ਦੇਖੋ ਵੀ ਐਡਾ ਤਾਕਤਵਰ ਤੇ ਬੇਪਰਵਾਹ ਹੈ ਇਹ ਸਾਡੀ ਸਰੀਰ ਰੂਪੀ ਸਲਤਨਤ ਦਾ ਬਾਦਸ਼ਾਹ। ਇਸ ਨੂੰ ਬ੍ਰੇਨ ਕਹਿ ਲਵੋ, ਇਸ ਨੂੰ ਅਚੇਤ ਮਨ ਕਹਿ ਲਵੋ, ਸਭ ਮੈਂ ਜੋਤ ਹੈ ਸੋਏ ਵਾਲਾ ਰੱਬੀ ਜੋਤ ਕਹਿ ਲਵੋ, ਜਿਹਦੇ ਹੁਕਮ ਬਿਨਾ ਨਾ ਜਾਗਦੇ ਸਰੀਰ ਚ, ਨਾ ਸੁੱਤੇ ਚ, ਨਾ ਬੇਹੋਸ਼ੀ ਵੇਲੇ, ਨਾ ਕੌਮਾਂ ਵਿੱਚ ਪੱਤਾ ਵੀ ਨਹੀਂ ਹਿਲਦਾ। ਹੁਣ ਐਡੇ ਬੇਪਰਵਾਹ, ਐਡੇ ਸਲਤਨਤ ਦੇ ਬਾਦਸ਼ਾਹ ਜਿਹੜਾ ਕਿਸੇ ਦੀ ਪਰਵਾਹ ਨਹੀਂ ਕਰਦਾ, ਕੀ ਕਾਮ, ਕ੍ਰੋਧ, ਲੋਭ ਜਿਹੀਆਂ ਸ਼ਕਤੀਆਂ ਉਹਦੇ ਹੁਕਮ ਤੋਂ ਬਾਹਰ ਹੋ ਸਕਦੀਆਂ? ਨਾ। ਸਵਾਲ ਪੈਦਾ ਹੁੰਦਾ ਵੀ ਗੈਪ ਕਿੱਥੇ ਆ? ਅਸੀਂ ਆਪਣੇ ਆਪ ਨੂੰ ਕੰਟਰੋਲ ਕਿਉਂ ਨਹੀਂ ਕਰ ਪਾਉਂਦੇ? ਕਿਉਂ ਵਕਾਰਾਂ ਅਧੀਨ ਹੋ ਕੇ ਸਾਰੀ ਉਮਰ ਜਿਹੜੀ ਅੱਗ ਨੂੰ ਸ਼ਾਂਤ ਕਰਨਾ ਚਾਹੁੰਦੇ ਹਾਂ, ਉਹ ਭਾਵੇਂ ਪੈਸੇ ਦੀ ਆ, ਭਾਵੇਂ ਕਾਮ ਦੀ ਆ, ਭਾਵੇਂ ਕੋਈ ਹੋਰ ਆ, ਉਹ ਅੱਗ ਵੱਧਦੀ ਜਾਂਦੀ ਹੈ। ਤ੍ਰਿਪਤੀ ਨਾ ਹੋਣ ਕਾਰਨ ਫਰਸਟ੍ਰੇਸ਼ਨ ਵੱਧਦੀ ਹੈ, ਤੇ ਜਿਸ ਕੋਲ ਆਪਣੀਆਂ ਲੋੜਾਂ ਤੋਂ ਬਹੁਤ ਵੱਧ ਵੀ ਮੌਜੂਦ ਹੈ, ਉਹ ਵੀ ਇਸ ਸੋਹਣੀ ਜ਼ਿੰਦਗੀ ਨੂੰ ਮਾਣਨ ਦੀ ਥਾਂ ਤੇ ਇੱਕ ਦੁਖੀ, ਅਤ੍ਰਿਪਤ, ਫਰਸਟ੍ਰੇਟਡ ਜ਼ਿੰਦਗੀ ਭੋਗ ਕੇ ਇੱਕ ਦਿਨ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ। ਗੈਪ ਕਿੱਥੇ ਆ? ਤੇ ਗੁਰਬਾਣੀ ਵਿੱਚ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ ਵਰਗੀਆਂ ਭੈੜੀਆਂ ਸਥਿਤੀਆਂ ਨੂੰ, ਇਹੋ ਜਿਹੀਆਂ ਭੈੜੀਆਂ ਸਥਿਤੀਆਂ ਨੂੰ ਪਲਟ ਕੇ ਇੱਕਦਮ ਖੁਸ਼ਗਵਾਰ ਕਰਨ ਦਾ ਦਾਵਾ
ਕਰਨ ਵਾਲੇ ਕਈ ਦਰਜਨਾਂ ਸ਼ਬਦ ਆ ਜਿਹੜੇ ਉਹ ਗੁਰਬਾਣੀ 'ਚ ਮੌਜੂਦ ਹੈ, ਜਿਨ੍ਹਾਂ ਵਿੱਚ ਨਾਮ ਜਪਣ ਤੇ ਅਰਦਾਸ ਕਰਨ ਨਾਲ ਸਾਰੇ ਮਸਲੇ ਹੱਲ ਹੁੰਦੇ ਦੱਸਿਆ ਗਿਆ। ਇਹੋ ਜਿਹੇ ਦਰਜਨਾਂ ਸ਼ਬਦ ਹੈਗੇ ਵੀ ਨਾਮ ਜਪਣ ਜਾਂ ਅਰਦਾਸ ਕਰਨ ਨਾਲ ਇਹੋ ਜਿਹੀਆਂ ਭੈੜੀਆਂ ਸਥਿਤੀਆਂ ਪਲਟ ਕੇ ਇੱਕਦਮ ਖੁਸ਼ਗਵਾਰ ਸਥਿਤੀ ਆ ਸਕਦੀ ਹੈ, ਸਾਡੇ ਹੱਕ ਵਿੱਚ ਹੋ ਜਾਂਦੀਆਂ। ਹਾਂਜੀ, ਨਾਮ ਜਪਣਾ ਤੇ ਅਰਦਾਸ ਕਰਨਾ ਗੁਰੂ ਨਾਨਕ ਪਾਤਸ਼ਾਹ ਦੀ ਇਸ ਨਜ਼ਰੀਏ ਦੇ ਜੋ ਅਰਥ ਮੈਨੂੰ ਸਮਝ ਆਏ, ਜਿਹੜੇ ਅਰਥ ਮੈਨੂੰ ਸਮਝ ਚ ਆਏ ਉਹਨਾਂ ਦੀ ਐਪਲੀਕੇਬਿਲਿਟੀ। ਹਾਂਜੀ, ਗੁਰੂ ਨਾਨਕ ਪਾਤਸ਼ਾਹ ਦੇ ਨਜ਼ਰੀਏ ਦੀ ਐਪਲੀਕੇਬਿਲਿਟੀ ਦੀ ਗੱਲ ਨਹੀਂ ਮੈਂ ਕਰ ਰਿਹਾ, ਨਾ ਮੇਰੀ ਔਕਾਤ ਹੈ। ਜੋ ਅਰਥ ਮੈਨੂੰ ਸਮਝ ਆਏ ਉਹਨਾਂ ਦੀ ਐਪਲੀਕੇਬਿਲਿਟੀ ਕੀ ਹੈ, ਲਾਗੂ ਹੋਣ ਯੋਗਤਾ ਕੀ ਹੈ, ਪ੍ਰੈਕਟੀਕਲਿਟੀ ਕੀ ਹੈ। ਹਾਂਜੀ, ਮੈਂ ਗੱਲ ਕਰ ਰਿਹਾ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਜਪਣ ਤੇ ਅਰਦਾਸ ਦੇ ਨਜ਼ਰੀਏ ਦੇ ਜੋ ਅਰਥ ਮੈਨੂੰ ਸਮਝ ਆਏ। ਠੀਕ ਹੈ ਜੀ। ਤੇ ਉਸ ਅਰਥਾਂ ਨੂੰ ਉਹਦੀ ਪ੍ਰੈਕਟੀਕਲਿਟੀ ਕੀ ਹੈ ਤੇ ਇੱਕ ਆਪਣੀ ਜ਼ਿੰਦਗੀ ਵਿੱਚ ਉਤਾਰਨ ਤੋਂ ਬਾਅਦ ਅੱਜ ਦੀ ਵਿਕਸਿਤ ਦੁਨੀਆ ਦੇ ਮੁਕਾਬਲੇ ਵਿੱਚ ਮੈਂ ਕਿੱਥੇ ਖੜਾ ਹੋਵਾਂ। ਹਾਂਜੀ, ਜਿੱਥੋਂ ਤੱਕ ਅਰਦਾਸ ਦੀ ਗੱਲ ਹੈ, ਮੈਂ ਸਿਰਫ ਨਿੱਜੀ ਅਰਦਾਸ ਦੀ ਨਹੀਂ, ਅਰਦਾਸ ਜੋ ਸਿੱਖ ਯਾਨੀ ਕਿ ਸੁਰਤ ਨੇ ਕਰਨੀ। ਹਾਂਜੀ, ਇੱਕ ਖਿਆਲ ਹੋਰ ਕਰਿਓ, ਇਸ ਅੰਦਰਲੀ ਰੱਬੀ ਜੋਤ ਬ੍ਰੇਨ ਦੇ ਦਰ ਤੇ ਨਾ, ਜਿਹੜਾ ਰੱਬੀ ਨਿਯਮ ਹੈ, ਹਾਂਜੀ, ਉੱਥੇ ਮਾਹੌਲ ਹੈ ਜਿਹੜਾ ਉਹ ਪਾਪ ਪੁੰਨ ਦੋਏ ਏਕ ਸਮਾਨ ਵਾਲਾ ਹੈ। ਜੈਸੀ ਪਿਆਸ ਹੋਏ ਮਨ ਅੰਤਰ ਤੈਸੂ ਜਲ ਦੇਵੈ ਪ੍ਰਕਾਰ, ਜੈਸੀ ਭੂਖ ਹੋਏ ਅਬ ਅੰਤਰ ਤੂੰ ਸਮਰੱਥ ਸੱਚ ਦੇਵਨਹਾਰ। ਜੇ ਜੈਸੀ ਭੁੱਖ ਹੈ ਉਹ ਜੀ ਉਹ ਪੂਰੀ ਕਰਦਾ। ਉੱਥੇ ਜਿਹੜਾ ਰੱਬੀ ਜੋਤ ਬ੍ਰੇਨ ਦੇ ਦਰ ਤੇ ਜਿਹੜਾ ਮਾਹੌਲ ਹੈ ਉਹ ਪਾਪ ਪੁੰਨ ਦੋਏ ਏਕ ਸਮਾਨ ਵਾਲਾ ਹੈ। ਹਾਂਜੀ, ਜੇ ਸੁਰਤ ਵਿੱਚ ਇੱਛਾ ਕਿਸੇ ਪਰਾਈ ਇਸਤਰੀ ਨੂੰ ਪਾਉਣ ਦੀ ਰੱਖ ਲਈ ਤਾਂ ਬ੍ਰੇਨ ਨੇ ਉਸੇ ਮੁਤਾਬਕ ਆਈਡੀਏ ਸੁਰਤ ਨੂੰ ਦੇਣੇ ਸ਼ੁਰੂ ਕਰ ਦੇਣੇ। ਇਸੇ ਲਈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਕਿ ਹੇ ਜੀਵ, ਤੇਰੀ ਸਮੱਸਿਆ ਇਹ ਹੈ, ਮੰਮਾ ਮੰਗਣ ਹਾਰ ਇਆਨਾ ਦੇਣ ਹਾਰ ਦੇ ਉਸ ਮੰਗਣ ਵਾਲਾ ਜਿਹੜਾ ਤੇਰੀ ਸੁਰਤ ਮੰਗਣ ਵਾਲੀ ਹੈ ਉਹ ਬੇਸਮਝ ਹੈ। ਤੇਰੀ ਸਮੱਸਿਆ ਦੀ ਜੜ ਇਹ ਹੈ, ਤੇਰੀ ਸੁਰਤ ਹੈ ਜਿਹੜੀ ਉਹ ਬੇਸਮਝ ਹੈ। ਅੱਗੇ ਜਾ ਕੇ ਕਹਿੰਦੇ ਜੋ ਮੰਗੇ ਤੋ ਮੰਗੇ ਦੀਆ, ਤੂੰ ਜਦੋਂ ਵੀ ਸੁਰਤ ਜਦੋਂ ਵੀ ਕੁਛ ਮੰਗਦੀ ਆ ਤੂੰ ਰੱਬ ਨੂੰ ਨਹੀਂ ਮੰਗਦੀ, ਤੂੰ ਕੁਛ ਹੋਰ ਮੰਗਦੀ, ਦੂਜਾ ਤੀਜਾ ਜਾਂ ਤੇ ਕੁਛ ਨਾ ਕਾਹੂ ਥੀਆ। ਇਸੇ ਕਰਕੇ ਹੀ ਕੁਛ ਵੀ ਸ਼ੁਭ ਨਹੀਂ ਹੋ ਰਿਹਾ। ਮੰਗਣ ਮੰਗ ਤਾਂ ਇੱਕ ਹੈ ਮੰਗ, ਜੇ ਤੂੰ ਮੰਗਣਾ ਹੀ ਆ, ਸੁਰਤ ਨੂੰ ਕਹਿੰਦੇ ਆ ਵੀ ਜੇ ਤੂੰ ਮੰਗਣਾ ਹੀ ਆ ਤਾਂ ਉਸ ਰੱਬ ਨੂੰ ਹੀ ਮੰਗ ਲਾ। ਨਾਨਕ ਜਾਤੀ ਪਰੈ ਪਰਾਗ, ਤਾਂ ਕਿ ਤੇਰਾ ਜਿਹੜਾ ਪਾਰ ਉਤਾਰਾ ਫੇਰ ਹੋਣਾ। ਸਵਾਲ ਫੇਰ ਉੱਠਦਾ ਵੀ ਮੰਗਣਾ ਕਿਹਦੇ ਤੋਂ? ਹੁਣ ਸੁਰਤ ਅਰਦਾਸ ਕਿਹਦੇ ਅੱਗੇ ਕਰੇਗੀ? ਜਵਾਬ ਹੈ ਵੀ ਪਰਮਾਤਮਾ ਮੂਹਰੇ। ਪਰਮਾਤਮਾ ਕਿਸ ਰੂਪ ਵਿੱਚ ਹੈ? ਪਰਮਾਤਮਾ ਕਿਸ ਰੂਪ ਵਿੱਚ ਹੈ? ਰੱਬ ਹੈ ਜੋ ਬਾਣੀ ਨੇ ਲਿਖਿਆ ਵੀ ਅਨਕ ਰੂਪ ਹੋਏ ਪਸਰਿਆ ਨਾਨਕ ਏਕੰਕਾਰ। ਅਨਕ ਰੂਪਾਂ ਚ ਦੇ ਰੂਪ ਵਿੱਚ ਪਸਰਿਆ ਹੋਇਆ ਹੈ। ਤੂੰ ਅਰਦਾਸ ਫਿਰ ਕਿਹਦੇ ਮੂਹਰੇ ਕਰੇਂਗੇ? ਅੰਤਰ ਵਸਾ ਬਾਹਰ ਵੀ ਹੋਈ, ਉਹ ਅੰਦਰ ਵੀ ਹੈ ਤੇ ਬਾਹਰ ਵੀ ਹੈ। ਫਿਰ ਅਰਦਾਸ ਕਿਹਦੇ ਮੂਹਰੇ ਕਰਨੀ ਹੈ? ਹਰ ਪਾਸੇ ਜਦ ਉਹੀ ਹੈ। ਪਰੰਤੂ ਗੁਰਬਾਣੀ ਵਿੱਚੋਂ ਮਿਲਦੇ ਨਜ਼ਰੀਏ ਦੀਆਂ ਜਿਹੜੀਆਂ ਮੁੱਢਲੀਆਂ ਸ਼ਰਤਾਂ, ਉਹਨਾਂ ਵਿੱਚੋਂ ਇੱਕ ਹੈ ਕਿ ਰੱਬ ਤੈਨੂੰ ਅੰਦਰੋਂ ਮਿਲੂਗਾ। ਇਸ ਮੁੱਦੇ ਤੇ ਸੈਂਕੜੇ ਪ੍ਰਮਾਣ ਜਿਹੜੇ ਉਹ ਮਿਲ ਜਾਣਗੇ। ਹੋ ਸਕਦਾ ਹਜ਼ਾਰਾਂ ਪ੍ਰਮਾਣ ਮਿਲ ਵੀ ਅੰਦਰੋਂ ਮਿਲੇਗਾ। ਜੇ ਰੱਬ ਅੰਦਰੋਂ ਮਿਲੂਗਾ ਫਿਰ ਅਰਦਾਸ ਵੀ ਤਾਂ ਅੰਦਰ ਵਾਲੇ ਦੇ ਮੂਹਰੇ ਹੀ ਹੋਵੇਗੀ। ਜਿਸ ਤਰ੍ਹਾਂ ਬਾਹਰ ਸਭ ਕੁਝ ਕਰਨ ਕਰਾਉਣ ਵਾਲਾ ਉਹੀ ਹੈ, ਉਸੇ ਤਰ੍ਹਾਂ ਸਾਡੇ ਸਰੀਰ ਅੰਦਰ ਕਰਨ ਕਰਾਉਣ ਵਾਲਾ ਕਿਉਂਕਿ ਬ੍ਰੇਨ ਹੈ। ਕਿਉਂਕਿ ਇਸ ਲਈ ਜਿਹੜੇ ਸੁਰਤ ਹੈ ਉਹਦੀ ਅਰਦਾਸ ਬ੍ਰੇਨ ਮੂਹਰੇ ਹੋਵੇਗੀ, ਨਹੀਂ ਹੋ ਰਹੀ ਹੈ ਤੇ ਉਹ ਪੂਰੀਆਂ ਕਰ ਰਿਹਾ। ਉਹ ਅਰਦਾਸਾਂ ਪੂਰੀਆਂ ਕਰ ਵੀ ਰਿਹਾ, ਹੋ ਰਹੀ ਹੈ, ਜੁਗਾਂ ਤੋਂ ਹੋ ਰਹੀ ਹੈ। ਤੁਸੀਂ ਧਿਆਨ ਨਾਲ ਦੇਖੋ ਮਨੁੱਖੀ ਦਿਮਾਗ ਕੰਮ ਕਿਵੇਂ ਕਰਦਾ। ਸੁਰਤ ਵਿੱਚ ਇੱਛਾ ਪੈਦਾ ਹੁੰਦੀ ਹੈ। ਦਰਅਸਲ ਇਹ ਇੱਛਾ ਹੀ ਅਰਦਾਸ ਹੈ, ਕਿਉਂਕਿ
ਕਿਉਂਕਿ ਸੁਰਤ ਵਿੱਚ ਜਦ ਇੱਛਾ ਪੈਦਾ ਹੁੰਦੀ ਹੈ ਉਸ ਵੇਲੇ ਸੁਰਤ ਦੀ ਹਾਲਤ ਵੇਖੋ, ਜਿੰਨੀ ਇੱਛਾ ਤੀਵਰ ਹੁੰਦੀ ਜਾਵੇਗੀ, ਜਿੰਨੀ ਇੱਛਾ ਤੀਵਰ ਹੁੰਦੀ ਜਾਵੇਗੀ ਸੁਰਤ ਦਾ ਸਮਰਪਣ ਹੈ ਜਿਹੜਾ ਉਨਾ ਹੀ ਵੱਧਦਾ ਜਾਊਗਾ। ਇਹ ਵਸਤੂ ਮੈਨੂੰ ਮਿਲ ਜਾਵੇ, ਬਸ ਕਿਸੇ ਵੀ ਤਰ੍ਹਾਂ ਮਿਲ ਜਾਵੇ, ਇਹ ਸਮਰਪਣ ਹੈ ਜਿਹੜਾ। ਫਿਰ ਅੰਦਰ ਦਾ ਜਿਹੜਾ ਰੱਬੀ ਸਿਸਟਮ ਜਿਹੜਾ ਬ੍ਰੇਨ ਹੈ ਉਹ ਜੋ ਸ਼ਰਨ ਆਵੇ ਤੇ ਕੰਠ ਲਾਵੇ, ਇੱਛਾ ਪੂਰਕ ਹੈ। ਉਸੇ ਤਰ੍ਹਾਂ ਦੇ ਆਈਡੀਏ ਬ੍ਰੇਨ ਜਿਹੜੇ ਹੈਗੇ ਰਾਹ ਵਿਖਾਉਣੇ ਸ਼ੁਰੂ ਕਰ ਦਿੰਦਾ। ਸੁਰਤ ਦੀ ਅਰਦਾਸ ਦਾ ਨਮੂਨਾ, ਸੁਰਤ ਰੂਪੀ ਵਹੁਟੀ ਆਪਣੇ ਖਸਮ ਯਾਨੀ ਕਿ ਰੱਬੀ ਜੋਤ ਅਚੇਤ ਮਨ ਮੂਹਰੇ ਅਰਦਾਸ ਕਰ ਰਹੀ ਹੈ, ਜਿਹੜੀ ਮਨਾ ਤੂੰ ਤਾਂ ਯਾਰ ਸਮਰੱਥ ਹੈ, ਤੂੰ ਤਾਂ ਮੈਨੂੰ ਝੁੱਗੀ ਵਿੱਚ ਵੀ ਖੁਸ਼ ਰੱਖ ਸਕਦਾ, ਤੂੰ ਸਮਰੱਥ। ਸੁਰਤ ਦੀ ਬੇਨਤੀ ਆ, ਬ੍ਰੇਨ ਸਾਹਿਬ ਜੀ ਚਾਕਲੇਟ ਵਿੱਚੋਂ ਸਵਾਦ ਲੈ ਕੇ ਦੇਣ ਵਾਲੇ ਮੈਨੂੰ ਤੁਸੀਂ, ਬ੍ਰੇਨ ਸਾਹਿਬ ਫੁੱਲਾਂ ਚੋਂ ਮਹਿਕ ਲੈ ਕੇ ਦੇਣ ਵਾਲੇ ਤੁਸੀਂ ਹੋ। ਸੁਰਤ ਦੀ ਅਰਦਾਸ, ਸੁਰਤ ਦੀ ਗੱਲਬਾਤ। ਬ੍ਰੇਨ ਸਾਹਿਬ ਜੀ ਤੂੰਬੀ ਦੀ ਤਾਰ ਵਿੱਚੋਂ ਉਹਦੀ ਧੁਨ ਵਿੱਚੋਂ ਸਵਾਦ ਲੈ ਕੇ ਦੇਣ ਵਾਲੇ ਤੁਸੀਂ ਹੋ। ਅੱਖਾਂ ਰਾਹੀਂ ਦੇਖ ਕੇ ਨਜ਼ਾਰੇ ਮਹਿਸੂਸ ਕਰਾਉਣ ਵਾਲੇ ਵੀ ਤੁਸੀਂ। ਸੁਰਤ ਦੀ ਬੇਨਤੀ ਚੱਲ ਰਹੀ ਆ ਬ੍ਰੇਨ ਸਾਹਿਬ, ਸਕਿਨ ਨਾਲ ਸਕਿਨ ਦੇ ਟੱਚ ਹੋਣ ਤੇ ਸਵਾਦ ਲੈ ਕੇ ਦੇਣ ਵਾਲੇ ਵੀ ਤੁਸੀਂ। ਕਿਉਂਕਿ ਸਾਰੇ ਟੇਸਟ ਸੈਂਟਰ ਜਿਹੜਾ ਪਲੇਜਰ ਸੈਂਟਰ ਆ ਉਹ ਤਾਂ ਬ੍ਰੇਨ ਸਾਹਿਬ ਜੀ ਤੁਹਾਡੇ ਅੰਦਰ ਪਿਆ, ਜਿੱਥੋਂ ਮੈਨੂੰ ਸਵਾਦ ਦਾ ਅਨੁਭਵ ਹੁੰਦਾ। ਹੇ ਅਚੇਤ ਮਨ ਜੀ, ਜਿੱਧਰ ਮੈਨੂੰ ਤੁਸੀਂ ਲਗਾਉਂਦੇ ਹੋ ਮੈਨੂੰ ਉੱਧਰ ਜਾਣਾ ਪੈਂਦਾ। ਸੁਰਤ ਕਹਿੰਦੀ ਹੈ, ਆਹ ਦੇਖੋ ਗੁਰਬਾਣੀ ਵਿੱਚ ਵੀ ਆਉਂਦਾ ਹੈ, ਜਤ ਜਤ ਲਾਵੋ ਤਿਤ ਤਿਤ ਲੱਗਣਾ। ਜਿਵੇਂ ਜਿੱਧਰ ਅਚੇਤ ਮਨ ਅੰਦਰਲਾ ਰੱਬ ਜਿੱਧਰ ਲਾਈ ਜਾਂਦਾ ਸੁਰਤ ਨੂੰ ਉੱਧਰ ਲੱਗਣਾ ਪੈਂਦਾ। ਗੁਰਬਾਣੀ ਵਿੱਚ ਬਹੁਤਾਤ ਰੂਪ ਵਿੱਚ ਖਾਸ ਤੌਰ ਤੇ ਜਿੱਥੇ ਬੇਨਤੀ ਕੀਤੀ ਜਾ ਰਹੀ ਹੈ ਨਾ ਉੱਥੇ ਅੰਤਰ ਵਸੈ ਬਾਹਰ ਕੀ ਉਹੀ ਵਾਲੇ ਰੂਪਾਂ ਵਿੱਚੋਂ ਅੰਦਰ ਵਾਲੇ ਰੂਪ ਜਿਹੜੇ ਸੁਰਤ ਦੇ ਖਸਮ ਯਾਨੀ ਕਿ ਅਚੇਤ ਮਨ ਜਾਂ ਬ੍ਰੇਨ ਦੀ ਗੱਲ ਹੋ ਰਹੀ ਹੁੰਦੀ ਆਮ ਤੌਰ, ਜਿਹੜੀ ਅਸੀਂ ਜਿਹੜੀ ਸਾਡੇ ਗੇੜ ਚ ਨਹੀਂ ਆ ਰਹੀ। ਹੁਣ ਜਦੋਂ ਸੁਰਤ ਨੂੰ ਇਹ ਗਿਆਨ ਹੋ ਗਿਆ ਮੈਨੂੰ ਮੰਗਣ ਦਾ ਵੱਲ ਨਹੀਂ, ਮੇਰੀਆਂ ਇੱਛਾਵਾਂ ਮੇਰੇ ਦੁੱਖਾਂ ਦਾ ਕਾਰਨ ਬਣਦੀਆਂ। ਮੈਂ ਇੱਛਾ ਕੋਈ ਹੋਰ ਰੱਖ ਲੈਣਾ, ਬ੍ਰੇਨ ਉਵੇਂ ਦੇ ਆਈਡੀਆ ਦੇਣ ਲੱਗ ਜਾਂਦਾ, ਉਸੇ ਤਰ੍ਹਾਂ ਮੈਂ ਤੁਰਿਆ ਰਹਿਣਾ, ਅੱਗ ਸ਼ਾਂਤ ਨਹੀਂ ਹੁੰਦੀ। ਹੁਣ ਜਦੋਂ ਗਿਆਨ ਦੇ ਨਾਲ ਸੁਰਤ ਨੂੰ ਇਹ ਗਿਆਨ ਹੋ ਗਿਆ ਕਿ ਮੈਨੂੰ ਮੰਗਣ ਦਾ ਵੱਲ ਨਹੀਂ, ਮੇਰੀਆਂ ਇੱਛਾਵਾਂ ਹੀ ਮੇਰੇ ਦੁੱਖਾਂ ਦਾ ਕਾਰਨ ਹੈ। ਹੁਣ ਜਦ ਸੁਰਤ ਰੂਪੀ ਧਨ ਜਿਹੜੀ ਸੁਰਤ ਰੂਪੀ ਵਹੁਟੀ ਆ ਆਪਣੇ ਪੈਰ ਜਾਣੀ ਰੱਬੀ ਜੋਤ ਬ੍ਰੇਨ ਮੂਹਰੇ ਇਹ ਮੰਗ ਰੱਖੂਗੀ ਕਿ ਮੈਂ ਕਮਜ਼ੋਰ ਹਾਂ, ਤੂੰ ਇਸ ਸਰੀਰ ਦਾ ਬਾਦਸ਼ਾਹ ਹੈ, ਤੇਰੇ ਹੁਕਮ ਬਿਨਾਂ ਮੇਰੀਆਂ ਸੋਚਾਂ ਦੇ ਸੰਸਾਰ ਦਾ ਪੱਤਾ ਵੀ ਨਹੀਂ ਹਿੱਲ ਸਕਦਾ, ਮੈਨੂੰ ਬਸ ਤੂੰ ਚਾਹੀਦਾ, ਮੈਨੂੰ ਤੂੰ ਚਾਹੀਦਾ, ਤੂੰ ਆਪ ਡਰਾਈਵਿੰਗ ਸੀਟ ਤੇ ਆ ਕੇ ਇਸ ਜੀਵਨ ਰੂਪ ਗੱਡੀ ਨੂੰ ਚਲਾ, ਤੂੰ ਸਮਰੱਥ ਹੈ, ਇਹ ਪੰਜ ਮਹਾਬਲੀ ਤੇਰੇ ਤੋਂ ਬਾਹਰ ਨਹੀਂ ਜਾ ਸਕਦੇ। ਸੁਰਤ ਅਰਦਾਸ ਕਰ ਰਹੀ ਹੈ, ਐ ਮੇਰੇ ਮਾਲਕ ਰੱਬੀ ਜੋਤ ਬ੍ਰੇਨ ਸਾਹਿਬ, ਜਦ ਵੀ ਫੈਸਲਾ ਮੈਂ ਆਪਦੇ ਲੈਵਲ ਤੇ ਲਿਆ ਜਜ਼ਬਾਤਾਂ ਅਧੀਨ ਹੋਣ ਕਾਰਨ ਮੈਨੂੰ ਦੁੱਖ ਭੋਗਣਾ ਪਿਆ, ਮੈਂ ਆਤਮ ਸਮਰਪਣ ਕਰਦੀ ਹਾਂ। ਸੁਰਤ ਕਹਿੰਦੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਮੇਰਾ ਹਰ ਫੈਸਲਾ ਤੂੰ ਆਪ ਆ ਕੇ ਕਰ, ਤੂੰ ਸਮਰੱਥ ਹੈ, ਤੂੰ ਕਰ ਸਕਦਾ, ਤੂੰ ਹੀ ਕਰਨਾ। ਸਹਿਜ ਅਵਸਥਾ ਕਹਿ ਲਓ, ਹੈਰਾਨ ਹੋਣ ਵਾਲੀ ਬਿਰਤੀ ਕਹਿ ਲਓ, ਭਾਵੇਂ ਰਸਾਦ ਕਹਿ ਲਓ, ਸਹਿਣਸ਼ੀਲਤਾ, ਮਾਫ ਕਰਨ ਦੀ ਪਾਵਰ ਹੈ। ਗੱਲ ਕੀ ਜਿਹੜੇ ਸਾਰੇ ਰੱਬੀ ਗੁਣ ਹੈ ਅਚੇਤ ਮਨ ਵਿੱਚ ਭੰਡਾਰ ਭਰੇ ਪਏ। ਹੁਣ ਜਦ ਸੁਰਤ ਵਾਰ-ਵਾਰ ਬ੍ਰੇਨ ਨੂੰ ਮੈਸੇਜ ਕਰੇਗੀ ਕਿ ਮੇਰਾ ਹਰ ਫੈਸਲਾ ਹਰ ਡਿਸੀਜਨ ਤੂੰ ਆਪ ਕਰ, ਅੰਦਰ ਚੱਲਦੇ ਰੱਬੀ ਵਿਧਾਨ ਮੁਤਾਬਕ ਰੱਬੀ ਜੋਤ ਬ੍ਰੇਨ ਜਾਂ ਅਚੇਤ ਮਨ ਹੈ ਜਿਹੜਾ ਉਸ ਵੱਲੋਂ ਸਹਿਜ ਰੂਪ ਵਿੱਚ ਹੀ ਇੰਟੈਲੀਜੈਂਸੀ ਸਿਆਣਪ ਦਾ ਦਖਲ ਵਧਣਾ ਸ਼ੁਰੂ ਹੋ ਜਾਵੇਗਾ। ਇਮੋਸ਼ਨਸ ਦਾ ਜਿਹੜੀ ਆਪੋ ਧਾਪੀ ਵਾਲਾ ਦਖਲ ਹੈ ਉਹ ਘਟਦਾ ਜਾਊਗਾ। ਜੇ ਸੁਰਤ ਦੀ ਇੱਛਾ, ਜੇ ਸੁਰਤ ਦੀ ਤੀਵਰ ਇੱਛਾ ਇਸੇ ਤਰ੍ਹਾਂ ਬਣੀ ਰਵੇ ਤਾਂ ਸਪਸ਼ਟ ਸੰਭਾਵਨਾ ਹੈ ਕਿਸੇ ਦਿਨ ਨੂੰ ਸੰਪੂਰਨ ਕੰਟਰੋਲ ਬ੍ਰੇਨ ਆਪਣੇ ਹੱਥਾਂ ਵਿੱਚ ਲੈ ਲਵੇ ਕਿ ਪੰਜੇ ਮਹਾਬਲੀ ਹੈ ਜਿਹੜੇ ਉਹ ਸੇਵਾ ਵਿੱਚ ਆ ਜਾਣ, ਕੇਵਲ ਰੇਸ ਦਾ ਕੰਮ ਕਰਨ, ਕਾਬੂ ਚ ਆ ਜਾਣ।
ਪਰ ਸੁਰਤ ਦੇ ਡਾਵਾਂਡੋਲ ਹੋ ਜਾਣ ਦਾ ਖਤਰਾ ਕਿਉਂਕਿ ਸਦਾ ਬਣਿਆ ਰਹਿੰਦਾ। ਇਸੇ ਅਵਸਥਾ ਨੂੰ ਮੁੱਖ ਰੱਖ ਕੇ ਕਿਹਾ ਗਿਆ ਹੈ ਕਿ ਅਜੋ ਸੁਣਾਓ ਸੰਬੰਧ ਮੈਂ ਕਿਆ ਜਾਣਾ। ਮੈਂ ਇਹ ਗੱਲ ਜ਼ੋਰ ਦੇ ਕੇ ਕਹਿਣੀ ਚਾਹਣਾ ਕਿ ਧਰਤੀ ਦੇ ਕਿਸੇ ਵੀ ਖਿੱਤੇ ਵਿੱਚ ਹੁਣ ਤੱਕ ਜਦ ਵੀ ਕਿਸੇ ਨੇ ਕੋਈ ਲੋਕ ਲਹਿਰ ਖੜੀ ਕੀਤੀ ਹੈ, ਕੀ ਇਹ ਹੋ ਸਕਦਾ ਵੀ ਉਸ ਲਹਿਰ ਦਾ ਜਿਹੜਾ ਮੁੱਖ ਸਿਧਾਂਤ ਹੈ ਜਾਂ ਨਜ਼ਰੀਆ ਉਹ ਇਮੀਡੀਏਟ ਪ੍ਰੂਫ ਨਾ ਹੋਵੇ? ਜਿਹੜੇ ਲੋਕ ਉਸ ਲਹਿਰ ਨਾਲ ਜੁੜਨਾ ਚਾਹੁੰਦੇ ਹੋਣ ਉਹਨਾਂ ਨੂੰ 20 30 ਸਾਲ ਲਾ ਕੇ ਵੀ ਇਹ ਸਮਝ ਆਉਣ ਦੀ ਗਰੰਟੀ ਨਾ ਹੋਵੇ ਵੀ ਕਰਨਾ ਕੀ ਹੈ। ਇਹ ਨਹੀਂ ਹੋ ਸਕਦਾ, ਚੱਲ ਹੀ ਨਹੀਂ ਸਕਦੀ ਫਿਰ। ਹੁਣ ਸੁਰਤ, ਹਾਂਜੀ, ਹੁਣ ਸੁਰਤ ਦਾ ਆਪਣੇ ਮਾਲਕ ਰੱਬੀ ਜੋਤ ਬ੍ਰੇਨ ਵਿੱਚ ਅਸੀਮ ਸੰਭਾਵਨਾਵਾਂ ਮੰਨ ਕੇ ਉਹਦੇ ਤੇ ਪ੍ਰਤੀਤ ਕਰਕੇ ਸੈਲਫ ਕੌਨਫੀਡੈਂਸ ਪ੍ਰਾਪਤ ਕਰਨ ਵਾਸਤੇ ਕਿੰਨੀ ਕੁ ਪੜ੍ਹਾਈ ਦੀ ਲੋੜ ਹੈ? ਕਿ ਅਨਪੜ੍ਹ ਲੋਕ ਵੀ ਸੈਲਫ ਕੌਨਫੀਡੈਂਸ ਲੈ ਕੇ ਆਪਣੀ ਜ਼ਿੰਦਗੀ ਦੇ ਸਹੀ ਫੈਸਲੇ ਨਹੀਂ ਕਰ ਸਕਦੇ ਕਰ ਰਹੇ ਨਹੀਂ। ਕਾਮਨ ਜ਼ਰੂਰੀ ਇਹੀ ਨੁਕਤਾ, ਹਾਂਜੀ ਇਹੀ ਨੁਕਤਾ ਜਿਹਨੂੰ ਗੁਰੂ ਪਾਤਸ਼ਾਹ ਨੇ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਹੁਣ ਬਾਹਰ ਵਿਕਸਿਤ ਦੁਨੀਆ ਵੱਲ ਝਾਤੀ ਮਾਰ ਲਈਏ, ਜਿੰਨੇ ਵੀ ਮਹਾਨ ਲੋਕ ਹੋਏ ਆ ਉਹ ਅੱਜ ਜਾਂ ਮਹਾਨ ਕਾਰਜ ਕਰ ਰਹੇ ਆ, ਉਹ ਕਿਹੜਾ ਨਾਮ ਜਪ ਰਹੇ ਆ? ਨਾਮ ਜਪ ਰਹੇ ਆ, ਹੈਰਾਨ ਨਾ ਹੋਇਓ, ਉਹ ਵੀ ਨਾਮ ਜਪਦੇ ਆ। ਆਓ ਸਬੂਤ ਕਰਾਵਾਂ। ਦੁਨੀਆ ਦੇ ਮਹਾਨ ਵਾਕਾਂ ਵਿੱਚੋਂ ਇੱਕ ਵਾਕ ਜਿਹੜਾ ਹੈਗਾ ਉਹ ਹੈ ਆਈ ਕੈਨ ਜਾਂ ਆਈ ਕੈਨ ਡੂ ਇਟ। ਇਹ ਮਹਾਨ ਵਾਕਾਂ ਦੇ ਵਿੱਚ ਗਿਣਿਆ ਜਾਂਦਾ। ਕਿਸੇ ਵੀ ਖੇਤਰ ਵਿੱਚ ਜੇ ਕਿਸੇ ਨੇ ਕੋਈ ਮਹਾਨ ਪ੍ਰਾਪਤੀ ਕੀਤੀ ਹੋਵੇ ਉਹ ਸੈਲਫ ਕੌਨਫੀਡੈਂਸ ਤੋਂ ਬਿਨਾਂ ਪ੍ਰਾਪਤ ਨਹੀਂ ਹੋ ਸਕਦੀ। ਤੇ ਸੈਲਫ ਕੌਨਫੀਡੈਂਸ ਲਈ ਜੋ ਨਾਮ ਅੰਤਰ ਆਤਮੇ ਜਪਿਆ ਜਾਂਦਾ ਉਹ ਇਹ ਹੈ ਆਈ ਕੈਨ। ਜਦ ਵੀ ਕਿਸੇ ਦੇ ਮਨ ਵਿੱਚ ਇਹ ਗੱਲ ਧੁਰ ਅੰਦਰ ਵਸ ਜਾਂਦੀ ਹੈ ਕਿ ਆਈ ਕੈਨ ਡੂ ਇਟ, ਮੈਂ ਕਰ ਸਕਦਾ, ਉਹ ਮਨੁੱਖ ਵਾਕਿਆ ਹੀ ਕੁਝ ਨਾ ਕੁਝ ਕਰ ਵਿਖਾਉਂਦਾ। ਯਾਨੀ ਕਿ ਮਨੁੱਖੀ ਵਿਕਾਸ ਲਈ ਜੋ ਅਹਿਸਾਸ ਸਭ ਤੋਂ ਵੱਧ ਸਾਬਤ ਹੁੰਦਾ ਹੈ ਉਹ ਹੈ ਆਪਣੇ ਆਪ ਨੂੰ ਸਮਝਾਉਣਾ ਕਿ ਮੈਂ ਕਰ ਸਕਦਾ ਹਾਂ। ਹੁਣ ਵਾਪਸ ਆ ਜਾਈਏ ਗੁਰੂ ਨਾਨਕ ਪਾਤਸ਼ਾਹ ਦੇ ਮਨੋਵਿਗਿਆਨ। ਇੱਥੇ ਸੁਰਤ ਰੂਪ ਵਹੁਟੀ ਨੂੰ ਗਿਆਨ ਰੂਪ ਗੁਰੂ ਨੇ ਇਹ ਪੂਰਾ ਪੱਕਾ ਭਰੋਸਾ ਦਵਾ ਦਿੱਤਾ ਹੈ ਕਿ ਅੰਦਰਲੀ ਰੱਬੀ ਜੋਤ ਅਚੇਤ ਮਨ ਹੈ ਜਿਹੜਾ ਉਹ ਅਸੀਮ ਸ਼ਕਤੀਆਂ ਦਾ ਮਾਲਕ ਹੈ, ਸਮਰੱਥ ਹੈ, ਕਰ ਸਕਦਾ ਹੈ। ਇਸ ਲਈ ਜਿਹੜਾ ਅਹਿਸਾਸ ਅੱਜ ਕਾਮਯਾਬ ਲੋਕ ਇਹ ਕਰ ਰਹੇ ਆ ਵੀ ਆਈ ਕੈਨ ਡੂ ਇਟ, ਉਹੀ ਜਿਹੜਾ ਹੈ ਗੁਰੂ ਨਾਨਕ ਦੇ ਮਨੋਵਿਗਿਆਨ ਦੇ ਅੰਦਰ ਜਿਹੜੀ ਸੁਰਤ ਹੈ ਉਹਦਾ ਕਿਉਂਕਿ ਗਿਆਨ ਨੇ ਇਹ ਅਹਿਸਾਸ ਕਰਾਤਾ, ਉਹਨੂੰ ਪੱਕਾ ਭਰੋਸਾ ਪ੍ਰਤੀਤ ਦਵਾਤੀ ਹੈ ਵੀ ਜਿਹੜੀ ਅੰਦਰਲੀ ਰੱਬੀ ਜੋਤ ਹੈ, ਜਿਹੜਾ ਅਚੇਤ ਮਨ ਹੈ, ਉਹ ਅਸੀਮ ਸ਼ਕਤੀਆਂ ਉਹ ਕਰ ਸਕਦਾ। ਇਹਦਾ ਮਤਲਬ ਉਹ ਕੌਨਫੀਡੈਂਸ ਉਹਦੇ ਤੇ ਤਾਂ ਆ ਗਿਆ। ਇਸੇ ਲਈ ਜਿਹੜੀ ਇਹ ਸੁਰਤ ਰੂਪੀ ਵਹੁਟੀ ਆ ਆਪਣੇ ਖਸਮ ਯਾਨੀ ਕਿ ਅਚੇਤ ਮਨ ਜਾਂ ਬ੍ਰੇਨ ਨੂੰ ਹਰ ਵੇਲੇ ਮੈਸੇਜ ਦਿੰਦੀ ਹੈ ਕਿ ਤੂੰ ਅਸੀਮ ਸ਼ਕਤੀ, ਤੂੰ ਸਮਰੱਥ ਹੈ, ਤੂੰ ਕਰ ਸਕਦਾ ਹੈ, ਯੂ ਕੈਨ ਡੂ ਇਟ। ਹੁਣ ਜਿਹੜੇ ਕਾਮਯਾਬ ਲੋਕ ਹੈ ਉਹ ਆਪਦੇ ਆਪ ਨੂੰ ਮੈਸੇਜ ਦਿੰਦੇ ਆ ਆਈ ਕੈਨ ਡੂ ਇਟ। ਇੱਧਰ ਸੁਰਤ ਹੈ ਜਿਹੜੀ ਉਹ ਬ੍ਰੇਨ ਨੂੰ ਮੈਸੇਜ ਦਿੰਦੀ ਹੈ ਯੂ ਕੈਨ ਡੂ ਇਟ, ਤੂੰ ਸਮਰੱਥ ਹੈ, ਤੂੰ ਕਰ ਸਕਦਾ, ਤੂੰ ਹੀ ਕਰ। ਹੁਣ ਇਮੈਜਿਨ ਕਰਕੇ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਮਨੋਵਿਗਿਆਨਕ ਨਜ਼ਰੀਏ ਦੁਆਰਾ ਜਦ ਸੁਰਤ ਆਪਣੀ ਅੰਦਰਲੀ ਜੋਤ ਬ੍ਰੇਨ ਵਿੱਚ ਅਸੀਮ ਸੰਭਾਵਨਾਵਾਂ ਮੰਨ ਕੇ ਉਹਦੀ ਗਾਈਡਲਾਈਨ ਵਿੱਚ ਚੱਲਣ ਦੀ ਇੱਛਾ ਹਰਦਮ ਪਾਲ ਕੇ ਰੱਖੇਗੀ, ਅੰਦਰ ਚੱਲਦੇ ਜਿਹੜਾ ਇੱਛਾ ਪੂਰਕ ਰੱਬੀ ਨਿਯਮਾਂ ਅਧੀਨ ਜਿਹੜਾ ਅੰਦਰਲਾ ਰੱਬ ਹੈ, ਅਚੇਤ ਮਨ ਹੈ, ਉਹ ਸਹਿਜ ਰੂਪ ਵਿੱਚ ਹੀ ਜੀਵਨ ਰੂਪੀ ਗੱਡੀ ਦੀ ਜਿਹੜੀ ਡਰਾਈਵਿੰਗ ਸੀਟ ਤੇ ਆਪ ਆ ਜਾਊਗਾ, ਆਪ ਫੈਸਲੇ ਕਰੂਗਾ, ਜਿਹਦੇ ਵਿੱਚ ਇੰਟੈਲੀਜੈਂਸੀ ਜਿਹੜੀ ਵਿਵੇਕ ਬੁੱਧ ਹੈ ਉਹ ਜਿਹੜੀ ਉੱਪਰ ਹੋ ਜਾਵੇਗੀ ਤੇ ਇਮੋਸ਼ਨਸ ਹੈ ਜਿਹੜੇ ਜਜ਼ਬਾਤ ਹੈ ਉਹ ਪਿੱਛੋਂ ਸਪੋਰਟ ਦੇਣਗੇ। ਉਦੋਂ ਉਸ ਅਵਸਥਾ ਵਿੱਚ ਉਸ ਹਾਲਾਤ ਵਿੱਚ ਵੇਖੋ ਵੀ ਰੱਬੀ ਪਸਾਰੇ ਦੇ ਜਿਹੜੇ ਬਾਹਰਲੇ ਰੂਪ ਹੈ ਮੁੜ ਕੇ ਆ ਜਾਓ। ਜਿਹੜਾ ਰੱਬੀ ਪਸਾਰੇ ਦਾ ਜਿਹੜਾ ਬਾਹਰਲਾ ਰੂਪ ਹੈ ਪਰਿਵਾਰ ਸਮਾਜ ਤੇ ਹਰ ਤਰ੍ਹਾਂ ਦੇ ਹਾਲਾਤ ਨਾਲ ਡੀਲ ਕਰਨਾ ਜਾਂ ਇੱਕਮਿਕ ਹੋਣਾ ਕਿੰਨਾ ਆਸਾਨ ਹੋ ਜਾਵੇ।
ਹਾਂ ਐਸੀ ਅਵਸਥਾ ਦਾ ਮਾਲਕ ਜਿਹੜਾ ਵੀ ਹੋਊਗਾ, ਉਹਦੀ ਆਰਥਿਕ ਅਵਸਥਾ ਭਾਵੇਂ ਮਹਿਲ ਵਾਲੀ ਹੋਵੇ, ਭਾਵੇਂ ਝੁੱਗੀ ਵਾਲੀ ਹੋਵੇ, ਉਹ ਭਾਵੇਂ ਤਖਤ ਤੇ ਹੋਵੇ, ਭਾਵੇਂ ਤਖਤੇ ਉੱਤੇ, ਉਹਦੇ ਵਿੱਚ ਤਖਤ ਨਾਲ ਇੱਕ ਮਿੱਕ ਹੋਣ ਦੀ ਯੋਗਤਾ ਵੀ ਹੋਵੇਗੀ, ਤੇ ਲੋੜ ਪੈਣ ਤੇ ਤਖਤੇ ਨਾਲ ਵੀ ਇੱਕ ਮਿੱਕ ਹੋ ਜਾਵੇ। ਉਹਦਾ ਜਨਮ ਹੈ ਜਿਹੜਾ ਉਹ ਸਫਲਾ ਹੀ ਨਹੀਂ, ਧੰਨਤਾ ਦੇ ਯੋਗ ਹੋਊਗਾ। ਮੇਰੀ ਨਜ਼ਰ ਵਿੱਚ ਇਹੀ ਹੈ ਨਾਨਕ ਰੂਪੀ ਨਜ਼ਰੀਏ ਦੇ ਸਿੱਖ ਹੋਣਾ, ਕਿ ਸਾਡੀ ਸੁਰਤ ਚੁਣੌਤੀ ਦੇਖਦਿਆਂ ਸਾਰ ਆਪਦੇ ਅੰਦਰਲੇ ਰੱਬ ਅਚੇਤ ਮਨ ਨੂੰ ਕਹੇ, ਬਾਦਸ਼ਾਹ ਯੂ ਕੈਨ ਡੂ ਇਟ, ਤੂੰ ਸਮਰੱਥ ਹੈ, ਤੂੰ ਹੀ ਕਰਨਾ। ਉਹ ਤੋਂ ਬਾਅਦ ਉਹ ਆਪੇ ਸਮਰੱਥ। ਔਰ ਹੈ ਵੀ ਇਦਾਂ ਹੀ ਆ ਵੀ ਉਸ ਸੁਰਤ ਲਈ ਹੋਰ ਕੋਈ ਆਸਰਾ ਨਹੀਂ ਹੈਗਾ। ਹਾਂਜੀ, ਉਹ ਸੁਰਤ ਜੇ ਇਹ ਚਾਹੇ ਨਾ ਵੀ ਮੈਂ ਇੱਥੋਂ ਛੱਡ ਕੇ ਕਿਸੇ ਹੋਰ ਤੇ ਓਟ ਰੱਖ ਕੇ ਇਦਾਂ ਕਰ ਲਵਾਂ ਤੇ ਕੁਛ ਨਹੀਂ ਹੋ ਸਕਣਾ। ਹਾਂ, ਔਰ ਇਹੀ ਹੈ ਜਿਹੜਾ ਆਉਂਦਾ ਨਾ ਗੁਰਬਾਣੀ ਦੇ ਵਿੱਚ ਵੀ ਜਾਂ ਕੋ ਮੁਸ਼ਕਲ ਅੱਤ ਬਣੇ ਢੂਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣ ਸਾਖ ਵੀ ਭੱਜ ਖੜੇ, ਜੋ ਸਭੇ ਆਸਰਾ ਚੁੱਕੈ ਸਭ ਆਸਰਾਓ, ਚੱਤਾ ਵਸ ਪਾਰ ਬ੍ਰਹਮ ਤਾਂ ਲੱਗਣ ਤੱਤੀ ਬਾਓ। ਵੀ ਜਿਹੜਾ ਹਰ ਜਿੱਥੇ ਜਿਵੇਂ ਸੁਖਮਨੀ ਸਾਹਿਬ ਦੇ ਵਿੱਚ ਹੁਣ ਮੇਰੀ ਪੰਕਤੀ ਸ਼ਾਇਦ ਨਾ ਯਾਦ ਆਵੇ, ਵੀ ਜਦੋਂ ਭੈੜੇ ਤੋਂ ਭੈੜੇ ਹਾਲਾਤਾਂ ਦੇ ਵਿੱਚ ਵੀ ਉਹ ਜਿਹੜਾ ਸਾਥ ਨਹੀਂ ਛੱਡਦਾ, ਉਹ ਅੰਦਰ ਵਾਲਾ ਜਿਹੜਾ ਬ੍ਰੇਨ ਆ ਉਹ ਨਹੀਂ ਸਾਥ ਛੱਡਦਾ ਨਾ। ਜਿਹਨੂੰ ਕਨਸੈਂਟਰੇਸ਼ਨ ਕਹਿੰਦੇ ਆ, ਜਿਹਨੂੰ ਡੈਡੀਕੇਸ਼ਨ, ਜਿਹਨੂੰ ਸਮਰਪਣ ਕਹਿੰਦੇ ਆ, ਜਿਹਨੂੰ ਕਹਿੰਦੇ ਆ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਧਿਆਇਆ, ਉਹ ਵੀ ਤਾਂ ਇਹੀ ਅਵਸਥਾ ਹੈ ਨਾ ਜਦੋਂ ਸੁਰਤ ਬ੍ਰੇਨ ਨੂੰ ਇਹ ਕਹੇ ਹੁਣ ਆਲੇ ਦੁਆਲੇ ਕੁਛ ਨਹੀਂ ਮੈਨੂੰ, ਬਸ ਹਾਂ ਕੁਛ ਨਹੀਂ, ਜਿੰਨੇ ਆਸਰੇ ਸਾਰੇ ਛੱਡ ਕੇ ਤੇ ਬਸ ਇੱਕ ਥਾਂ ਤੇ ਕਨਸੈਂਟਰੇਟ ਹੋ ਕੇ ਪੂਰੀ ਤਰ੍ਹਾਂ। ਹਾਂਜੀ ਹਾਂਜੀ ਹਨਾ, ਹਾਂਜੀ ਹਾਂਜੀ, ਵਾਹ ਕੀ ਬਾਤ ਹੈ, ਕੀ ਬਾਤ ਹੈ। ਬਹੁਤ ਸੌਖੇ ਤਰੀਕੇ ਨਾਲ ਮੈਂ ਮਨੋਵਿਗਿਆਨ ਮੈਂ ਪੜ੍ਹਿਆ ਤਾਂ ਨਹੀਂਗਾ, ਪਰ ਮੈਂ ਚਾਹਣਾ ਵੀ ਜੇ ਇਹ ਗੱਲਾਂ ਗਲਤ ਹੈ ਤਾਂ ਕੋਈ ਮਨੋਵਿਗਿਆਨ ਸਮਝਣ ਵਾਲਾ ਜਾਂ ਕੋਈ ਸਾਈਕੋਲੋਜਿਸਟ ਆ ਕੇ ਇਹ ਗੱਲ ਕਹੇ ਵੀ ਭਾਈ ਇਹ ਬ੍ਰੇਨ ਏਦਾਂ ਕੰਮ ਨਹੀਂ ਕਰਦਾ, ਮਨੁੱਖੀ ਦਿਮਾਗ ਏਦਾਂ ਨਹੀਂ ਕੰਮ ਕਰਦਾ, ਖਾਵੇ ਦੱਸੇ ਸਰੋਤਿਆਂ ਦੇ ਵਿੱਚੋਂ ਕੋਈ ਜਾਣਦਾ ਮਨੋਵਿਗਿਆਨ ਬਾਰੇ, ਉਹ ਦੱਸਿਆ ਕਿ ਵੀ ਹੋਰ ਫਿਰ ਕਿਵੇਂ ਕੰਮ ਆਹੀ ਆ ਸਾਰਾ ਮਨੋਵਿਗਿਆਨ। ਉਹ ਤਾਂ ਬਾਕੀ ਤਾਂ ਮਨੌਤਾਂ ਦੇ ਉੱਤੇ ਬੈਠੇ ਆ। ਹਾਂਜੀ ਹਾਂਜੀ, ਹਾਂ, ਜਿਹੜੇ ਕਿੰਤੂ ਕਰਦੇ ਨਾ ਉਹ ਤਾਂ ਮਨੌਤਾਂ ਤੇ ਬੈਠੇ ਆ। ਬੇਨਤੀ ਆ ਸਰੋਤਿਆਂ ਨੂੰ, ਰਿਪੀਟ ਇਸ ਪ੍ਰੋਗਰਾਮ ਦਾ 4 ਵਾਰੀ ਚੱਲਣਾ ਆ। ਜੇ ਰਿਕਾਰਡਿੰਗ ਨਹੀਂ ਵੀ ਕਿਸੇ ਕੋਲ ਗਈ ਤੇ ਜਦੋਂ ਵੀ ਟਾਈਮ ਲੱਗੇ ਘੱਟੋ ਘੱਟ 2 ਵਾਰੀ ਇਹਨੂੰ ਜ਼ਰੂਰ ਸੁਣ ਲਿਓ ਜਾਣੀ ਤੇ, ਕਿਉਂਕਿ ਮੈਂ ਨੋਟ ਕਰ ਲਿਆ ਸੀ ਨਾਲ ਦੀ ਨਾਲ, ਤਾਂ ਮੇਰੇ ਗੱਲ ਗੇੜ ਚ ਆਈ ਆ ਵੀ ਕਿੱਥੋਂ ਤੁਸੀਂ ਸ਼ੁਰੂ ਕੀਤੀ ਤਾਂ ਕਿੱਥੇ ਲੈ ਕੇ ਗਏ ਆ। ਹਾਂਜੀ ਹਾਂਜੀ, ਤੇ ਨਹੀਂ ਤਾਂ ਜਿੰਨੀ ਬਰੀਕੀ ਨਾਲ ਤੁਸੀਂ ਗੱਲ ਕੀਤੀ ਆ ਇਹ ਜ਼ਰੂਰੀ ਨਹੀਂ ਹਰੇਕ ਫੜ ਲਵੇ, ਕਿਉਂਕਿ ਸਾਡਾ ਸੁਭਾਅ ਆ ਤੱਤੀਆਂ ਸੁਣਨੇ ਦਾ, ਏਦਾਂ ਉੜਦੀ ਜੇ ਗੱਲ ਵੀ ਨਾਲ ਬੰਦਾ ਕੰਮ ਕਰੀ ਜਾਵੇ, ਨਾਲ ਉਧਰ ਫੋਨ ਤੇ ਲੱਗਾ ਆ, ਨਾਲ ਕੁਛ ਕਰੀ ਜਾਂਦਾ ਹੈ ਤੇ ਨਾਲ ਸੁਣੀ ਜਾਂਦਾ। ਇਦਾਂ ਨਹੀਂ ਗੱਲ ਗੇੜ ਵਿੱਚ ਆਉਣੇ ਦੀ। ਬੜੀ ਸਿੱਧੀ ਗੱਲ ਆ, ਸਪਸ਼ਟ ਗੱਲ ਆ, ਪਰ ਹੈ ਬਰੀਕ ਆ। ਹਾਂਜੀ, ਤੇ ਬਾਕੀ ਇੱਕ ਗੱਲ ਹੋਰ ਵੀ ਆ ਵੀ ਜਿਹੜੇ 2 ਧੜੇ ਆ, ਇੱਕ ਜਿਹੜੇ ਤਖਤ ਨੂੰ ਸ਼ੇਰ ਮੰਨਣ ਵਾਲੇ ਆ ਜਾਂ ਦੂਜੇ ਪਾਸੇ ਸ਼ਰਧਾ ਨੂੰ ਬੱਬਰ ਸ਼ੇਰ ਮੰਨਣ ਵਾਲੇ ਆ, ਉਹਨਾਂ ਦੋਵਾਂ ਧੜਿਆਂ ਨੂੰ ਬੇਨਤੀ ਆ ਵੀ ਜੇ ਕਿਸੇ ਨੂੰ ਲੱਗਦਾ ਵੀ ਇੱਕ ਅਰਥ ਕਰਨ ਵਿੱਚ ਕੋਈ ਖਿੱਚਾ ਧੂਈ ਹੋਈ ਆ ਜਾਂ ਮਤਲਬ ਵੀ ਇਹ ਧੱਕਾ ਹੋਇਆ, ਵੀ ਜੇ ਤਰਕ ਵਾਲੇ ਆਖਣ ਵੀ ਸਾਡੇ ਨਾਲ ਧੱਕਾ ਹੋਇਆ ਜਾਂ ਸ਼ਰਧਾ ਵਾਲੇ ਆਖਣ ਵੀ ਗੁਰਬਾਣੀ ਦੇ ਆਧਾਰ ਤੇ ਨਹੀਂ ਇਹ ਗੱਲ, ਉਹ ਸਵਾਲ ਕਰ ਸਕਦੇ ਨਹੀਂ। ਸਾਨੂੰ ਨਾਲੇ ਗੱਲ ਇਹ ਨਾ, ਸਾਨੂੰ ਅਰਥ ਲੈਣੇ ਹੀ ਇਦਾਂ ਪੈਣੇ ਆ। ਹਾਂਜੀ ਹਾਂਜੀ, ਅਸੀਂ ਜੇ ਉਹਨਾਂ ਦੇ ਗ੍ਰਾਮਰ ਵਾਲੇ ਅਰਥਾਂ ਚ ਜਾਵਾਂਗੇ ਫੇਰ ਤਾਂ ਬ੍ਰਾਹਮਣ ਦੀ ਮੋਨੋਪੋਲੀ ਹੈਗੀ ਆ, ਫੇਰ ਤਾਂ ਗੱਲੇ ਹੀ ਖਤਮ ਆ। ਹਾਂਜੀ ਹਾਂਜੀ, ਫੇਰ ਤਾਂ ਉਹਨਾਂ ਦਾ ਧੱਕਾ ਤਾਂ ਇਹੀ ਹੈ ਨਾ, ਉਹ ਕਹਿੰਦੇ ਵੀ ਜਿਹੜੀਆਂ ਟਰਮਾਂ ਅੱਗੇ ਯੂਜ਼ ਕੀਤੀਆਂ ਗਈਆਂ, ਜਿਹੜੇ ਅਰਥ ਅੱਗੇ ਹੈਗੇ ਆ, ਹੁਣ ਨਵੇਂ ਅਰਥ ਕਿਉਂ ਦਿੰਨੇ ਆ। ਹਾਂਜੀ ਹਾਂਜੀ, ਹਨਾ, ਉਹ ਤਾਂ ਜਦੋਂ ਰੱਬ ਦੀ ਗੱਲ ਇਹ ਹੈ ਵੀ ਹਾਂਜੀ ਹਾਂਜੀ, ਵੀ ਜਦੋਂ ਦੂਸਰੀ ਗੱਲ ਇਹ ਹੈ ਵੀ ਜਦੋਂ ਵਾਰ-ਵਾਰ ਬਾਣੀ ਦੇ ਵਿੱਚੋਂ ਹਜ਼ਾਰਾਂ ਪ੍ਰਮਾਣ ਇਸ ਗੱਲ ਦੇ ਮਿਲਦੇ ਆ ਵੀ ਅੰਦਰੋਂ ਮਿਲੂਗਾ, ਉਹਦੇ ਮੂਹਰੇ ਅਰਦਾਸ ਕਰਨੀ, ਉਹਦੇ ਮੂਹਰੇ ਬੇਨਤੀ ਕਰਨੀ ਆ, ਤਾਂ ਫਿਰ ਹੋਰ ਦੱਸ ਦਿਓ ਵੀ ਅੰਦਰ ਜਦੋਂ ਜਿਹੜਾ ਪ੍ਰਮਾਤਮਾ ਜਿਹੜਾ ਰੱਬ ਹੈ ਉਹ ਕਰਨ ਕਰਾਉਣ ਵਾਲਾ, ਜੇ ਬਾਹਰ ਕਰਨ ਕਰਾਉਣ ਵਾਲਾ ਉਹੀ ਹੈ ਤੇ ਫਿਰ ਅੰਦਰ ਕਰਨ ਕਰਾਉਣ ਵਾਲਾ ਹੋਰ ਕੌਣ ਆ ਬ੍ਰੇਨ ਤੋਂ ਬਿਨਾਂ। ਬਸ ਇੱਥੇ ਹੀ ਉਹ ਮਾਰ ਖਾਂਦੇ ਆ ਜਦੋਂ ਨਾ ਅੰਦਰ ਉਹਨੂੰ ਬਿਠਾਉਂਦੇ ਵੀ ਆ ਤੇ ਉਹ ਤੋਂ ਬਾਅਦ ਉਹਨੂੰ ਵੱਖਰਾ ਵੀ ਕਹਿ ਰਹੇ ਆ। ਉਹਨਾਂ ਦਾ ਰੌਲਾ ਇਹੀ ਆ ਵੀ ਉਹ ਪਹਿਲਾਂ ਉਹ ਕਹਿੰਦੇ ਮੰਨੋ ਵੀ ਹੈਗਾ ਕਿਤੇ ਨਾ ਕਿਤੇ ਬੈਠਾ ਉਹ।
ਹਾਂ ਠੀਕ ਹੈ। ਉੱਥੋਂ ਮਾਰ ਖਾਂਦਾ, ਤਾਂ ਹੀ ਤਾਂ ਦੁਕਾਨਦਾਰੀ ਚੱਲੇਗੀ ਨਾ, ਤਾਂ ਹੀ ਤੇ ਇਹ ਭਜਾਣਗੇ ਤੁਹਾਨੂੰ ਉਹਦੇ ਕੋਲ। ਹਾਂ ਨਹੀਂ ਬਹੁਤ ਵਧੀਆ ਜੀ, ਬਹੁਤ ਵਧੀਆ, ਬੜਾ ਵਧੀਆ ਤਰੀਕੇ ਨਾਲ ਗੱਲ ਜਿਹੜੀ ਆ ਤੁਸੀਂ ਬਹੁਤ ਮਿਹਨਤ ਕਰਕੇ ਲਿਆਏ ਆ ਨੁਕਤੇ ਨੂੰ, ਤੇ ਆਸ ਆ ਸਾਨੂੰ ਸਰੋਤਿਆਂ ਨੇ ਸਾਰਿਆਂ ਨੇ ਫਾਇਦਾ ਲਿਆ ਹੋਊਗਾ ਇਹਦਾ। ਹਾਂਜੀ ਹਾਂਜੀ ਅਸੀਂ ਠੀਕ ਹੈ ਜੀ, ਧੰਨਵਾਦ ਜੀ, ਟਾਈਮ ਬਹੁਤ ਲੱਗ ਗਿਆ ਜੀ। ਕੋਈ ਨਹੀਂ ਜੀ, ਕੋਈ ਨਹੀਂ, ਧੰਨਵਾਦ ਜੀ। ਕਾਫੀ ਗੱਲਾਂ ਦੇ ਨਾਲ ਇੱਕ ਜਿਹੜੀ ਸਭ ਤੋਂ ਵੱਡੀ ਮੈਨੂੰ ਇੱਕ ਵਧੀਆ ਪੁਆਇੰਟ ਲੱਗਿਆ, ਜਿਹੜੀ ਸਾਡੇ ਚ ਮਨੋਤ ਬੜੀ ਆ ਕਿ ਰੱਬ ਮਾੜੇ ਕੰਮ ਕਿੱਦਾਂ ਕਰਾਂਦਾ ਹੈ ਨਾ। ਹੁਣ ਇਥੋਂ ਕਿੰਨਾ ਕਲੀਅਰ ਹੋ ਗਿਆ ਕਿੱਦਾਂ ਕਰਾਂਦਾ ਹੈ। ਸਾਰਾ ਕੁਝ ਉਹੀ ਕਰ ਰਿਹਾ, ਆਪਣੇ ਆਪ ਪਤਾ ਲੱਗ ਜਾਂਦਾ ਹੈ ਨਾ, ਕਿਉਂਕਿ ਠੀਕ ਤਾਂ ਆਪਾਂ ਆਪਣਾ ਕ੍ਰੈਡਿਟ ਲੈ ਲੈਂਦੇ ਆ, ਤੇ ਮਾੜੇ ਦਾ ਲੱਗਦਾ ਨਹੀਂ, ਮਾੜੇ ਰੱਬ ਕਿੱਦਾਂ ਕਰਦਾ ਹੋਊਗਾ, ਕਿੰਨੀ ਕਨਫਿਊਜ਼ਨ ਹੈ ਸਾਡੇ ਚ ਹਜੇ ਤੱਕ ਉਹ, ਤੇ ਇੱਥੋਂ ਬਿਲਕੁਲ ਕਲੀਅਰ ਹੋ ਜਾਂਦਾ। ਠੀਕ ਹੈ, ਨਹੀਂ ਜੀ ਬਿਲਕੁਲ ਵਧੀਆ, ਬਹੁਤ ਵਧੀਆ ਤਰੀਕੇ ਨਾਲ ਵੀਰ ਨੇ ਜੀ ਗੱਲ ਜਿਹੜੀ ਆ ਕੀਤੀ। ਆਸ ਕਰਦੇ ਆ ਸਾਰੇ ਸਰੋਤਿਆਂ ਦੇ ਗੇੜ ਵਿੱਚ ਆਈ ਹੋਊਗੀ। ਹਾਂਜੀ, ਭਈ ਨਹੀਂ ਤਾਂ ਦੁਬਾਰਾ ਸੁਣ ਲਿਓ, ਜ਼ਰੂਰੀ ਨਹੀਂ ਸਾਰਿਆਂ ਦੇ ਆਵੇ, ਭਈ ਨਹੀਂ ਤਾਂ ਜਿੰਨੀ ਮਿਹਨਤ ਕਰਨੀ ਆ ਉਹ ਜ਼ਰੂਰ ਉਹਨਾਂ ਦੇ। ਆਪਣਾ ਬ੍ਰੇਕ ਦਾ ਟਾਈਮ ਹੋ ਗਿਆ ਜੀ, ਤੇ ਬ੍ਰੇਕ ਲੈ ਕੇ ਤੇ ਉਸ ਤੋਂ ਬਾਅਦ ਫਿਰ ਮਿਲਦੇ ਆ ਤੁਹਾਨੂੰ। ਆਪਣਾ ਫੋਨ ਆ ਰਿਹਾ ਮੈਸੇਂਜਰ ਤੇ, ਕੋਈ ਨਹੀਂ ਜੀ ਅਸੀਂ ਆਫਰ ਸੁਣ ਲਾਂਗੇ। ਉਹਨਾਂ ਨੂੰ ਬੇਨਤੀ ਆ ਤੁਸੀਂ ਬ੍ਰੇਕ ਤੋਂ ਬਾਅਦ ਕਰ ਲਿਓ। ਹਾਂਜੀ।